Hello, first of all, welcome to all of you on our YouTube channel that is Balaji Education Point. Today we continue our series of world history. ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਇੱਕ ਸੀਰੀਜ਼ ਸਟਾਰਟ ਕੀਤੀ ਸੀ ਜਿਸ ਦੇ ਵਿੱਚ ਆਪਾਂ ਵਰਲਡ ਹਿਸਟਰੀ ਦੇ ਇਨ ਡਿਫਰੈਂਟ ਟੌਪਿਕਸ ਨੂੰ ਕਵਰ ਕਰਾਂਗੇ। ਠੀਕ ਹੈ ਜੀ, ਲਾਸਟ ਇੱਕ ਲੈਕਚਰ ਇਸ ਦਾ ਆਪਾਂ ਕਰ ਚੁੱਕੇ ਹਾਂ ਜਿਸ ਵਿੱਚ ਆਪਾਂ ਨੇ ਵਰਲਡ ਵਾਰ ਫਸਟ ਨੂੰ ਦੇ ਜੋ ਇੰਟਰੋਡਕਸ਼ਨ ਐਂਡ ਉਸ ਦੇ ਜੋ ਕਾਜ਼ਸ ਸੀ ਉਹਨਾਂ ਨੂੰ ਠੀਕ ਹੈ ਕਵਰ ਕੀਤਾ ਹੈ ਤੇ ਅੱਜ ਆਪਾਂ ਵਰਲਡ ਵਾਰ ਦਾ ਇਹ ਪਾਰਟ ਸੈਕਿੰਡ ਕਰਨ ਜਾ ਰਹੇ ਹਾਂ ਜਿਸ ਵਿੱਚ ਆਪਾਂ ਵਰਲਡ ਵਾਰ ਦੇ ਵਿੱਚ ਕੀ ਇਵੈਂਟਸ ਹੋਏ ਤੇ ਉਸ ਦੇ ਬਾਅਦ ਵਿੱਚ ਵਰਲਡ ਵਾਰ ਦੇ ਖਤਮ ਹੋਣ ਤੋਂ ਬਾਅਦ ਕੀ ਇੰਪੈਕਟ ਪਏ ਵਰਲਡ ਹਿਸਟਰੀ ਦੇ ਵਿੱਚ ਇਹ ਆਪਾਂ ਅੱਜ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤੇ ਜੋ ਸਟੂਡੈਂਟਸ ਸਾਡੇ ਇਸ ਚੈਨਲ ਦੇ ਉੱਤੇ ਨਿਊ ਨੇ ਜਿਨ੍ਹਾਂ ਨੇ ਸਾਡਾ ਉਹ ਪਹਿਲਾ ਲੈਕਚਰ ਨਹੀਂ ਦੇਖਿਆ ਵਰਲਡ ਹਿਸਟਰੀ ਦਾ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੱਤਾ ਜਾਵੇ ਕਿ ਆਪਾਂ ਵਰਲਡ ਹਿਸਟਰੀ ਦੇ ਵਿੱਚ ਇਹ 5 ਟੌਪਿਕਸ ਨੇ ਜੋ ਕਵਰ ਕਰਾਂਗੇ। ਉਹ 5 ਟੌਪਿਕਸ ਕਿਹੜੇ ਨੇ? ਵਰਲਡ ਵਾਰ 1, ਵਰਲਡ ਵਾਰ 2, ਰਸ਼ੀਅਨ ਰੈਵੋਲੂਸ਼ਨ, ਫ੍ਰੈਂਚ ਰੈਵੋਲੂਸ਼ਨ ਐਂਡ ਨੌਨ ਅਲਾਈਨਡ ਮੂਵਮੈਂਟਸ। ਇਹ 5 ਟੌਪਿਕਸ ਨੇ ਜਿਸ ਨੂੰ ਆਪਾਂ ਕਵਰ ਕਰਾਂਗੇ। ਹਰ ਇੱਕ ਟੌਪਿਕ ਦੇ ਉੱਤੇ 3 ਲੈਕਚਰਸ ਆਇਆ ਕਰਨਗੇ ਜਿਸ ਵਿੱਚ ਫਸਟ 2 ਲੈਕਚਰਸ ਜੋ ਹੋਣਗੇ ਫੁੱਲ ਔਨ ਡਿਟੇਲ ਹੋਣਗੇ ਜਿਸ ਵਿੱਚ ਤੁਹਾਨੂੰ ਫੁੱਲ ਔਨ ਡਿਟੇਲ ਦੱਸੀ ਜਾਏਗੀ ਐਂਡ ਥਰਡ ਲੈਕਚਰ ਦੇ ਵਿੱਚ ਤੁਹਾਡੇ ਰਿਵੀਜ਼ਨ ਐਂਡ ਸੈਲਫ ਚੈੱਕ ਹੋਏਗਾ ਜਿਸ ਦੇ ਵਿੱਚ ਆਪਾਂ MCQs ਕਰਾਂਗੇ। ਠੀਕ ਹੈ ਜੀ, ਜਿਸ ਵੀ ਲੈਕਚਰ ਦੇ ਰਿਲੇਟਡ ਉਹ ਹੋਏਗੀ ਜਿਸ ਵੀ ਟੌਪਿਕ ਰਿਲੇਟਡ ਉਸ ਰਿਲੇਟਡ MCQs ਤੁਹਾਡੇ ਲਈ ਲੈ ਕੇ ਆਏ ਜਾਣਗੇ ਥਰਡ ਲੈਕਚਰ ਦੇ ਵਿੱਚ ਜਿਸ ਵਿੱਚ ਤੁਸੀਂ ਆਪਣੀ ਰਿਵੀਜ਼ਨ ਕਰ ਸਕਦੇ ਹੋ ਤੇ ਆਪਣੇ ਆਪ ਦਾ ਸੈਲਫ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਪਹਿਲੀਆਂ ਦੋ ਵੀਡੀਓਜ਼ ਦੇਖੀਆਂ ਉਸ ਵਿੱਚ ਤੁਹਾਨੂੰ ਕਿੰਨਾ ਕੁ ਯਾਦ ਹੋਇਆ, ਤੁਹਾਨੂੰ ਕਿੰਨਾ ਕੁ ਸਿੱਖਣ ਨੂੰ ਮਿਲਿਆ। ਇਹ ਆਪਾਂ ਹਰ ਇੱਕ ਟੌਪਿਕ ਦੇ ਨਾਲ ਇਸੇ ਤਰ੍ਹਾਂ ਹੀ ਪੜਾਂਗੇ। ਅਗਰ ਤੁਸੀਂ ਸਾਡੇ ਕਿਸੇ ਚੈਨਲ ਦੇ ਰਿਲੇਟਡ ਠੀਕ ਹੈ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਸਾਡੇ ਕਿਸੇ ਵੀ ਨਿਊ ਕੋਰਸ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਸਾਡੇ ਕਿਸੇ ਵੀ ਲੈਕਚਰ ਦੇ PDF MCQs ਐਂਡ ਵਰਕਸ਼ੀਟ ਲੈਣਾ ਚਾਹੁੰਦੇ ਹੋ ਤਾਂ ਸਾਡਾ ਟੈਲੀਗ੍ਰਾਮ ਗਰੁੱਪ ਡੈਟ ਇਜ਼ ਬਾਲਾਜੀ ਐਜੂਕੇਸ਼ਨ ਪੁਆਇੰਟ ਇਸ ਨੂੰ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ, ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਟੈਲੀਗ੍ਰਾਮ ਦੀ ਐਪ ਦੇ ਵਿੱਚ ਤੁਹਾਨੂੰ ਜਿਸ ਚੈਨਲ ਦੇ ਉੱਤੇ ਇਹ ਲੋਗੋ ਦੇਖਣ ਨੂੰ ਮਿਲੇਗਾ ਉਸੇ ਚੈਨਲ ਨੂੰ ਹੀ ਤੁਸੀਂ ਠੀਕ ਹੈ ਜੀ ज्वाइन करना है क्योंकि बालाजी एजुकेशन पॉइंट के नाम से बहुत सारे फेक चैनल टैलीग्राम के ऊपर चल रहे हैं। थोड़े जूम करके इस तरह जो है साडे इंस्टीट्यूट का लोगो दिखेगा। ठीक है, ये साडे टैलीग्राम ग्रुप का जो लिंक है ठीक है ये थोनों डिस्क्रिप्शन दे विच भी मिल जाएगा। एंड दिस जो लैक्चर है इट इज रिप्रेजेंटेड बाय मी एंड माई सैल्फ बलराज सोमन। तो स्टार्ट करते हैं अज का लैक्चर। ठीक है जी, आप पढ़ना है वर्ल्ड वॉर 1 का पार्ट सैकेंड आप अज पढ़ना है। ठीक है, तो पहला पढ़िया सी कि वर्ल्ड वॉर में ग्रेट वॉर भी कहते हैं क्योंकि पिछले जो पास्ट विच 50 ईयर दे विच कदे भी इन्नी वड्डी लड़ाई नहीं हुई सी जिस विच वर्ल्ड दी इन्नी सारी कंट्रीज ने पार्टिसिपेट किया सी, इसलिए वर्ल्ड वॉर में ग्रेट वॉर भी कहा जाता है। इट्स ओनली फॉर अ रीजन आप पिछले लैक्चर विच पढ़ चुके हैं। तो ਅੱਜ ਦਾ ਜੋ ਲੈਕਚਰ ਹੈ ਆਪਾਂ ਨੇ ਇੱਕ ਸਟਾਰਟ ਕਰਨਾ ਹੈ ਜੁਲਾਈ ਕ੍ਰਾਈਸਿਸ ਤੋਂ। ਮੈਨੂੰ ਆਈ ਨੋ ਕਿ ਆਪਾਂ ਪਿਛਲੇ ਲੈਕਚਰ ਵਿੱਚ ਪੜ੍ਹ ਚੁੱਕੇ ਹਾਂ ਬਟ ਅਗਰ ਫਿਰ ਤੋਂ ਇੱਕ ਵਾਰ ਕਿਉਂਕਿ ਇਸ ਇਵੈਂਟ ਤੋਂ ਹੀ ਤੁਹਾਨੂੰ ਵਰਲਡ ਵਾਰ ਸੈਕਿੰਡ ਦੇ ਜੋ ਇਵੈਂਟਸ ਵਗੈਰਾ ਨੇ ਸਾਰੇ ਸਮਝ ਆਉਣਗੇ। ਤੇ ਇਸ ਨੂੰ ਆਪਾਂ ਮੋਟਾ ਦੇਖ ਲੈਂਦੇ ਹਾਂ ਇੱਕ ਵਾਰ। ਤੇ ਜੁਲਾਈ ਕ੍ਰਾਈਸਿਸ ਦੇ ਵਿੱਚ ਕੀ ਸੀਗਾ ਕਿ ਜਦੋਂ ਠੀਕ ਹੈ ਜੀ ਆਸਟਰੀਆ ਹੰਗਰੀ ਦੇ ਪ੍ਰਿੰਸ ਸੀਗੇ ਫ੍ਰਾਂਸਿਸ ਫਰਡੀਨੈਂਡ ਇਹਨਾਂ ਦੀ ਵਾਈਫ ਦਾ ਅਸੈਸੀਨੇਸ਼ਨ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਸਾਰਾਯੋਵਾ ਦੇ ਵਿੱਚ ਜੋ ਬਲੈਕ ਹੈਂਡ ਦੇ ਇੱਕ ਮੈਂਬਰ ਦੁਆਰਾ। ਉਸ ਤੋਂ ਬਾਅਦ ਜੋ ਆਸਟਰੀਆ ਹੰਗਰੀ ਅੰਪਾਇਰ ਹੈ ਉਹ ਕੀ ਕਰਦਾ ਹੈ, ਉਹ ਸਰਬੀਆ ਨੂੰ ਇੱਕ ਅਲਟੀਮੇਟਮ ਭੇਜਦਾ ਹੈ ਕਿ ਉਹ ਆਪਣੇ ਹਥਿਆਰ ਸਿੱਟ ਦੇਵੇ, ਆਪਣੇ ਆਪ ਨੂੰ ਸਰੈਂਡਰ ਕਰ ਦੇਵੇ ਤੇ ਉਹ ਸਾਡੇ ਅੰਡਰ ਹੈ। ਤਾਂ ਇਸ ਚੀਜ਼ ਤੋਂ ਡਰ ਕੇ ਜੋ ਸਰਬੀਆ ਹੈ ਉਹ ਕਿਸ ਦੇ ਕੋਲ ਜਾਂਦਾ ਹੈ ਫੋਰ ਹੈਲਪ ਲਈ? ਸਰਬੀਆ ਜਾਂਦਾ ਹੈ ਰਸ਼ੀਆ ਦੇ ਕੋਲ ਹੈਲਪ ਲੈਣ ਲਈ। ठीक है जी, कि साडी तू हैल्प कर आस्ट्रिया हंगरी इंपायर नाल लड़न लई ते उस तो सानू बचाउण लई। ते जो रशिया है रशिया नू एक मौके दी ही तलाश सी क्योंकि वो आस्ट्रिया हंगरी इंपायर दे उपर आपदा कब्जा करना चाहुंदा सी। ठीक है जी, इस विच इन्हां विच आपां पिछली बार पढ़िया सी कि बाल्कन वॉर्स चलदियां रहिंदियां सीगीआं। ठीक है, बाल्कन वॉर्स चलदियां रहिंदियां जिस विच बाल्कन का जो एरिया सी इन्हां तिन्नां दे विच भी आउंदा सीगा आस्ट्रिया हंगरी, रशिया एंड ऑटोमन अंपायर। इन्हां दे विचाले जो एरिया आउंदा सी उस नूं हथियाउण दे लई आस्ट्रिया हंगरी अंपायर, रशिया एंड ऑटोमन अंपायर इन्हां तिन्नां विच वॉर्स चलदियां रहिंदियां सी। तां रशिया नूं एक मौके की तलाश सी कि ओह किसी तरह आस्ट्रिया हंगरी नूं अपने रस्ते तो हटा सके ते उसनूं यह मौका किसने दिता? सर्बिया ने दिता जदों उसदे कोल हैल्प लई आया। देखो रशिया की बहाना बनाउंदा है कि तुसीं तां साडे भाई हो क्योंकि सर्बिया विच एक कम्यूनिटी रहिंदी है जो लोकां दी उसनूं कहा जांदा है स्लैविक। ठीक है, जो स्लैविक कौन हुंदे ने? स्लैविक ਉਹ ਪਰਸਨ ਨੇ ਜੋ ਕਿ ਰਸ਼ੀਆ ਐਂਡ ਸਰਬੀਆ ਦੇ ਵਿੱਚ ਰਹਿੰਦੇ ਨੇ। ਰਸ਼ੀਆ ਐਂਡ ਸਰਬੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ? ਸਲੈਵਿਕ ਕਿਹਾ ਜਾਂਦਾ ਹੈ। ਤਾਂ ਰਸ਼ੀਆ ਕੀ ਕਹਿੰਦਾ ਹੈ ਕਿ ਇਸ ਨਾਤੇ ਤੁਸੀਂ ਜੋ ਸਰਬੀਆ ਨੂੰ ਕਹਿੰਦਾ ਕਿ ਤੁਸੀਂ ਸਾਡੇ ਭਾਈ ਹੋਏ ਤੇ ਆਪਣੇ ਭਾਈਆਂ ਦੀ ਮਦਦ ਕਰਨਾ ਸਾਡਾ ਫਰਜ਼ ਹੈ।
ਤੇ ਇਸ ਨਾਲ ਰਸ਼ੀਆ ਕੀ ਕਹਿੰਦਾ ਹੈ ਵਾਰ ਦੇ ਵਿੱਚ ਇਸ ਦਾ ਸਰਬੀਆ ਦਾ ਸਾਥ ਦਿੰਦਾ ਹੈ। ਦੇਖੋ ਹੁਣ ਜੇ ਉਹ ਪਤਾ ਲੱਗਦਾ ਹੈ ਆਸਟਰੀਆ ਹੰਗਰੀ ਅੰਪਾਇਰ ਨੂੰ ਕਿ ਸਰਬੀਆ ਜੋ ਹੈ ਰਸ਼ੀਆ ਕੋਲ ਹੈਲਪ ਲਈ ਜਾਂਦਾ ਹੈ, ਤਾਂ ਆਸਟਰੀਆ ਹੰਗਰੀ ਅੰਪਾਇਰ ਕਿਸ ਕੋਲ ਜਾਂਦਾ ਹੈ ਜਰਮਨੀ ਕੋਲ, ਤੇ ਜਰਮਨੀ ਵੀ ਆਸਟਰੀਆ ਹੰਗਰੀ ਅੰਪਾਇਰ ਨੂੰ ਕੀ ਦੇ ਦਿੰਦਾ ਹੈ ਬਲੈਂਕ ਚੈੱਕ ਦੇ ਦਿੰਦਾ ਹੈ, ਮਤਲਬ ਕਿ ਤੁਸੀਂ ਜੋ ਕਰਨਾ ਹੈ ਤੁਸੀਂ ਉਹ ਕਰੋ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਪਿੱਛੇ ਹਾਂ। ਤੇ ਇਹ ਚੈੱਕ ਕਦੋਂ ਦਿੱਤਾ ਜਾਂਦਾ ਹੈ 5 ਜੁਲਾਈ 1914 ਵਿੱਚ। 5 ਜੁਲਾਈ 1914 ਨੂੰ ਇਹ ਜਰਮਨੀ ਆਪਣੀ ਇਹ ਸਟੇਟਮੈਂਟ ਦਿੰਦਾ ਹੈ ਆਸਟਰੀਆ ਹੰਗਰੀ ਅੰਪਾਇਰ ਨੂੰ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਹਾਂ। ਦੇਖੋ ਜਦੋਂ ਰਸ਼ੀਆ ਦਾ ਜੇ ਉਸ ਟਾਈਮ ਸਾਰ ਸੀ ਨਿਕੋਲਸ ਸੈਕਿੰਡ, ਠੀਕ ਹੈ ਨਿਕੋਲਸ ਸੈਕਿੰਡ, ਤਾਂ ਨਿਕੋਲਸ ਸੈਕਿੰਡ 20 ਜੁਲਾਈ 1914 ਦੇ ਵਿੱਚ ਇੱਕ ਮੈਨੀਫੈਸਟੋ ਠੀਕ ਹੈ ਪੇਸ਼ ਕਰਦਾ ਹੈ ਜਿਸ ਵਿੱਚ ਉਹ ਜਰਮਨੀ ਦੇ ਖਿਲਾਫ ਵਾਰ ਨੂੰ ਸਟਾਰਟ ਕਰ ਦਿੰਦਾ ਹੈ। ਠੀਕ ਹੈ ਤਾਂ ਰਸ਼ੀਆ ਨੇ ਵਾਰ ਕਦੋਂ ਸਟਾਰਟ ਕੀਤੀ ਜਰਮਨੀ ਦੇ ਖਿਲਾਫ ਡਿਕਲੇਅਰ ਕਰੀ ਸੀਗੀ 20 ਜੁਲਾਈ 1914, ਬਟ ਇਹ ਇੱਕ ਪੇਪਰਸ ਦੇ ਵਿੱਚ ਹੈ ਕਿ ਉਹਨੇ ਪੇਪਰ ਦੇ ਵਿੱਚ ਕਹਿਤਾ ਸੀ ਕਿ ਅਸੀਂ ਜਰਮਨੀ ਦੇ ਖਿਲਾਫ ਵਾਰ ਨੂੰ ਸਟਾਰਟ ਕਰ ਰਹੇ ਹਾਂ, ਅਸੀਂ ਜਰਮਨੀ ਦੇ ਖਿਲਾਫ ਲੜਾਂਗੇ। ਠੀਕ ਹੈ ਬਟ ਅਗਰ ਕੁਐਸਚਨ ਹੁੰਦਾ ਕਿ ਜੋ ऑफिशियल वॉर सी ऑफिशियल वॉर कदों स्टार्ट हुई सी ऑफिशियल वॉर स्टार्ट हुई सी 28 जुलाई 1914 ਦੇ ਵਿੱਚ ਜਿਸ ਵਿੱਚ ਆਸਟਰੀਆ ਹੰਗਰੀ ਅੰਪਾਇਰ ਐਂਡ ਜਰਮਨੀ ਨੇ ਸਰਬੀਆ ਦੇ ਖਿਲਾਫ ਆਪਣੀ ਵਾਰ ਨੂੰ ਡਿਕਲੇਅਰ ਕਰ ਦਿੱਤਾ ਸੀ। ਅਗਰ ਆਫੀਸ਼ੀਅਲੀ ਵਰਲਡ ਵਾਰ 1 ਦਾ ਹੁੰਦਾ ਹੈ ਕਦੋਂ ਸਟਾਰਟ ਹੋਈ ਸੀ ਤਾਂ ਇਟ ਇਜ਼ ਦਾ ਆਫੀਸ਼ੀਅਲ ਡੇਟ। ਠੀਕ ਹੈ ਇਹ ਹੈ ਆਫੀਸ਼ੀਅਲ ਡੇਟ ਵਰਲਡ ਵਾਰ ਫਸਟ ਦੀ 28 ਜੁਲਾਈ 1914 ਵਿੱਚ, ਕਿਉਂਕਿ ਉੱਪਰ ਸਿਰਫ ਪੇਪਰਸ ਦੇ ਵਿੱਚ ਇੱਕ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਸੀ ਨਿਕੋਲਸ ਸੈਕਿੰਡ ਵੱਲੋਂ ਕਿ ਅਸੀਂ ਜਰਮਨੀ ਦੇ ਖਿਲਾਫ ਵਾਰ ਨੂੰ ਡਿਕਲੇਅਰ ਕਰ ਰਹੇ ਹਾਂ। ਦੇਖੋ ਜਦੋਂ ਆਸਟਰੀਆ ਹੰਗਰੀ ਐਂਡ ਜਰਮਨੀ ਨੇ ਸਰਬੀਆ ਦੇ ਖਿਲਾਫ ਵਾਰ ਨੂੰ ਡਿਕਲੇਅਰ ਕਰ ਦਿੱਤਾ ਤਾਂ ਫਰਾਂਸ ਵੀ ਕੀ ਕਰਦਾ ਹੈ ਉਹ ਵੀ ਡਿਕਲੇਅਰ ਕਰ ਦਿੰਦਾ ਹੈ ਜਰਮਨੀ ਦੇ ਖਿਲਾਫ ਵਾਰ ਨੂੰ। ਕਿਉਂ? ਕਿਉਂਕਿ ਆਪਾਂ ਲਾਸਟ ਲੈਕਚਰ ਵਿੱਚ ਪੜ੍ਹਿਆ ਸੀ ਕਿ ਰਸ਼ੀਆ ਫਰਾਂਸ ਐਂਡ ਬ੍ਰਿਟੇਨ ਦੇ ਵਿੱਚ ਇੱਕ ਟ੍ਰੀਟੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਸੀਗਾ ਠੀਕ ਹੈ ਟ੍ਰਿਪਲ ਐਂਟੈਂਟੇ। ਠੀਕ ਹੈ ट्रिपल एंटेंटे कहा जाता सी उस ट्रीटी ਨੂੰ जो कि रशिया फ्रांस ਤੇ ਬ੍ਰਿਟੇਨ ਦੇ ਵਿਚਕਾਰ ਹੋਈ ਸੀ। ਅਗਰ ਇਹਨਾਂ ਤਿੰਨਾਂ ਦੇ ਉੱਪਰ ਕੋਈ ਵੀ ਹਮਲਾ ਹੁੰਦਾ ਹੈ ਤਾਂ ਦੂਸਰੀਆਂ ਸਟੇਟਸ ਉਸ ਦੇ ਨਾਲ ਹੈਲਪ ਕਰਨਗੀਆਂ। ਠੀਕ ਹੈ ਤਾਂ ਉਸ ਟ੍ਰੀਟੀ ਦੇ ਅੰਡਰ ਜੋ ਫਰਾਂਸ ਨੂੰ ਵਾਰ ਡਿਕਲੇਅਰ ਕਰਨੀ ਪੈਂਦੀ ਹੈ ਜਰਮਨੀ ਦੇ ਖਿਲਾਫ ਕਿੰਨੀ ਤਰੀਕ ਨੂੰ 3 ਅਗਸਤ 1914 ਨੂੰ। ਤਾਂ ਫਰਾਂਸ ਕਦੋਂ ਡਿਕਲੇਅਰ ਕਰਦਾ ਹੈ ਵਾਰ ਜਰਮਨੀ ਦੇ ਖਿਲਾਫ 3 ਅਗਸਤ 1914 ਨੂੰ। ਕਿਸ ਟ੍ਰੀਟੀ ਦੇ ਅੰਡਰ? ट्रीटी ट्रिपल इंटेंटे। ठीक है किस कंट्री ਦੇ ਵਿਚਾਲੇ ਹੋਈਆਂ ਸੀ ਇਹ ਆਪਾਂ ਲਾਸਟ ਲੈਕਚਰ ਵਿੱਚ ਕਵਰ ਕਰ ਚੁੱਕੇ ਹਾਂ। ਅਗਰ ਤੁਸੀਂ ਨਹੀਂ ਦੇਖਿਆ ਤਾਂ ਉਸ ਨੂੰ ਦੇਖੋ, ਇਸ ਲਈ ਕਹਿ ਰਹੇ ਹਾਂ ਕਿ ਪਹਿਲਾਂ ਉਸ ਲੈਕਚਰ ਨੂੰ ਦੇਖੋ ਜੋ ਫਰੈਸ਼ ਨੇ, ਉਸ ਤੋਂ ਬਾਅਦ ਹੀ ਤੁਹਾਨੂੰ ਇਹ ਲੈਕਚਰ ਵੀ ਸਮਝ ਆਵੇਗਾ। ਨਹੀਂ ਤਾਂ ਤੁਹਾਨੂੰ ਲੱਗੇਗਾ ਕਿ ਉਰੇ ਬਹੁਤ ਫਾਸਟ ਚੱਲ ਰਿਹਾ ਕੰਮ ਕਿ ਉਸमें ਸਾਨੂੰ ਸਮਝ ਨਹੀਂ ਆ ਰਿਹਾ ਉਰੇ ਗੱਲ ਕੀ ਕਰ ਰਹੇ ਨੇ ਸਰ। ਠੀਕ ਹੈ ਜੀ ਟ੍ਰਿਪਲ ਐਂਟੀਟੀ ਕੀ ਹੁੰਦੀ ਹੈ, ਟ੍ਰਿਪਲ ਅਲਾਈਅੰਸ ਕੀ ਹੁੰਦਾ ਹੈ, ਇਹ ਸਭ ਕੁਝ ਤੁਹਾਨੂੰ ਸਮਝ ਆਵੇਗਾ ਫਸਟ ਲੈਕਚਰ ਦੇਖਣ ਤੋਂ ਬਾਅਦ। ਇਸ ਤੋਂ ਬਾਅਦ ਹੁਣ ਜਦੋਂ ਫਰਾਂਸ ਵੀ ਆਪਣੀ ਵਾਰ ਨੂੰ ਡਿਕਲੇਅਰ ਕਰ ਦਿੰਦਾ ਤਾਂ ਉਸ ਤੋਂ ਬਾਅਦ ਕੀ ਹੋ ਜਾਂਦੀ ਹੈ ਵਾਰ ਦੀ ਸਟਾਰਟਿੰਗ ਹੋ ਜਾਂਦੀ ਹੈ। ਠੀਕ ਹੈ ਵਾਰ ਦੀ ਸਟਾਰਟਿੰਗ ਹੋ ਜਾਂਦੀ। ਹੁਣ ਵਾਰ ਦੇ ਵਿੱਚ ਜੋ ਜੋ ਇਵੈਂਟ ਹੁੰਦੇ ਨੇ ਆਪਾਂ ਮੈਪ ਦੀ ਹੈਲਪ ਦੇ ਨਾਲ ਠੀਕ ਹੈ ਸਮਝਾਂਗੇ। ਦੇਖੋ ਜਦ ਫਰਾਂਸ ਨੇ ਵੀ ਜਰਮਨੀ ਦੇ ਖਿਲਾਫ ਆਪਣੀ ਵਾਰ ਨੂੰ ਡਿਕਲੇਅਰ ਕਰ ਦਿੱਤਾ ਤਾਂ ਹੁਣ ਜਰਮਨ ਕੀ ਕਰਦਾ ਹੈ, ਜਰਮਨੀ ਦੇਖੋ ਇਧਰੋਂ ਫਰਾਂਸ ਨਾਲ ਵਾਰ, ਇਸ ਤਰਫ ਤੋਂ ਰਸ਼ੀਆ ਨਾਲ ਵਾਰ। ਤਾਂ ਜਰਮਨ ਅੰਪਾਇਰ ਕੀ ਕਰਦੀ ਹੈ ਉਹ ਇੱਕ ਸੇਫ ਸਟੈਪ ਚੱਕਦੀ ਹੈ। ਉਸਨੂੰ ਪਤਾ ਸੀ ਕਿ ਰਸ਼ੀਅਨ ਅੰਪਾਇਰ ਨੂੰ ਹਰਾਉਣਾ ਮੁਸ਼ਕਿਲ ਹੈ, ਟਫ ਹੈ। ਠੀਕ ਹੈ ਜੀ ਐਜ਼ ਕੰਪੇਅਰ ਟੂ ਫਰਾਂਸ ਦੇ, ਤਾਂ ਉਹ ਰਸ਼ੀਆ ਤੇ ਅਟੈਕ ਕਰਨ ਨਾਲੋਂ ਪਹਿਲਾਂ ਪ੍ਰੈਫਰ ਕਿਸ ਨੂੰ ਕਰਦੀ ਹੈ, ਕਿਸ ਤੇ ਅਟੈਕ ਕੀਤਾ ਜਾਵੇ, ਫਰਾਂਸ ਤੇ। ਤਾਂ ਜਰਮਨ ਅੰਪਾਇਰ ਫਸਟ ਅਟੈਕ ਕਿਸ ਤੇ ਕਰਦੀ ਹੈ, ਫਰਾਂਸ ਦੇ ਉੱਤੇ। ਬਟ ਜਰਮਨ ਅੰਪਾਇਰ ਡਾਇਰੈਕਟਲੀ ਅਟੈਕ ਕਰਨ ਦੀ ਬਜਾਏ ਫਰਾਂਸ ਦੇ ਉੱਤੇ ਕਿਸ ਦੇ ਥਰੂ, ਇਸ ਜਗ੍ਹਾ ਤੋਂ ਹੋ ਕੇ ਫਰਾਂਸ ਤੇ ਅਟੈਕ ਕਰਦੀ ਹੈ। ਹੁਣ ਜੋ ਇਹ ਜਗ੍ਹਾ ਹੈ, ਇਹ ਜਗ੍ਹਾ ਕਿਹੜੀ ਹੈ? ਇਹ ਜਗ੍ਹਾ ਹੈ ਬੈਲਜੀਅਮ। ਠੀਕ ਹੈ ਜੀ ਬੈਲਜੀਅਮ। ਇਹ ਬੈਲਜੀਅਮ ਦੇ ਥਰੂ ਹੋ ਕੇ ਜੋ ਜਰਮਨ ਅੰਪਾਇਰ ਹੈ ਫਰਾਂਸ ਦੇ ਉੱਤੇ ਅਟੈਕ ਕਰਦੀ ਹੈ। ਇਸ ਅਟੈਕ ਦੇ ਕਾਰਨ ਜਦੋਂ ਬੈਲਜੀਅਮ ਦੇ ਥਰੂ ਹੋ ਕੇ ਜਰਮਨ ਅੰਪਾਇਰ ਫਰਾਂਸ ਤੇ ਅਟੈਕ ਕਰ ਰਹੀ ਹੈ, ਇਸ ਅਟੈਕ ਹੀ ਮੁੱਖ ਕਾਰਨ ਬਣਦਾ ਹੈ ਯੂਨਾਈਟਿਡ ਕਿੰਗਡਮ ਦਾ ਵਾਰ ਦੇ ਵਿੱਚ ਆਉਣ ਦਾ। ਠੀਕ ਹੈ ਕਿਉਂਕਿ ਕਿਉਂਕਿ ਜੋ ਬੈਲਜੀਅਮ ਹੈ ਇਸ ਦੇ ਆਜ਼ਾਦੀ ਦੇ ਲਈ, ਇਸ ਦੀ ਸਵਰਨਿਟੀ ਦੇ ਲਈ ਕਿ ਬੈਲਜੀਅਮ ਹਮੇਸ਼ਾ ਆਜ਼ਾਦ ਰਹੇਗਾ, ਕਿਉਂਕਿ ਇਹ 3 ਸਟੇਟਸ ਦੀ ਜੋ 3 ਅੰਪਾਇਰ ਸੀ ਉਸ ਦੇ ਬਿਟਵੀਨ ਆਉਂਦਾ ਸੀ। ਯੂਨਾਈਟਿਡ ਕਿੰਗਡਮ ਦੇ, ਫਰਾਂਸ ਐਂਡ ਜਰਮਨ ਅੰਪਾਇਰ, ਇਸ ਦੇ ਵਿੱਚ ਆਉਣ ਵਾਲਾ ਇਹ ਏਰੀਆ ਸੀਗਾ। ਤਾਂ ਇਹਨਾਂ ਤਿੰਨਾਂ ਦੇ ਵਿਚਕਾਰ ਇੱਕ ਟ੍ਰੀਟੀ ਹੋਈ ਸੀਗੀ। ਠੀਕ ਹੈ ਜੀ ਟ੍ਰੀਟੀ ਆਫ ਲੰਡਨ। ਜਿਸ ਟ੍ਰੀਟੀ ਦਾ ਨਾਮ ਕੀ ਸੀ? ਟ੍ਰੀਟੀ ਆਫ ਲੰਡਨ। ਟ੍ਰੀਟੀ ਆਫ ਲੰਡਨ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਬੈਲਜੀਅਮ ਦੀ ਜੋ ਸਵਰਨਿਟੀ ਹੈ, ਉਸ ਦੀ ਆਜ਼ਾਦੀ ਹੈ, ਇਸ ਨੂੰ ਬਰਕਰਾਰ ਰੱਖਿਆ ਜਾਵੇਗਾ। ਕੋਈ ਵੀ ਦੇਸ਼ ਹੈ ਜੋ ਇਸ ਦੇ ਉੱਪਰ ਆਪਣਾ ਦਾਅਵਾ ਨਹੀਂ ਕਰੇਗਾ। ਅਗਰ ਕੋਈ ਵੀ ਐਸਾ ਕਰੇਗਾ ਉਸ ਦੇ ਖਿਲਾਫ, ਠੀਕ ਹੈ ਇਸ ਦੇ ਖਿਲਾਫ ਲੜਾਈ ਕਰੇਗਾ, ਉਸ ਨੂੰ ਆਪਣੇ ਹਥਿਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਜੰਗ ਛੇੜ ਦਿੱਤੀ ਜਾਵੇਗੀ। ਜਦੋਂ ਜਰਮਨ ਅੰਪਾਇਰ ਫਰਾਂਸ ਤੇ ਹਮਲਾ ਕਰਦਾ ਹੈ ਥਰੂ ਬੈਲਜੀਅਮ, ਤਾਂ ਜੋ ਯੂਨਾਈਟਿਡ ਕਿੰਗਡਮ ਹੈ ਉਹ ਇੱਕ ਠੀਕ ਹੈ ਜੀ ਆਰਡਰ ਦਿੰਦਾ ਹੈ ਜਰਮਨ ਨੂੰ ਕਿ ਤੂੰ ਆਪਣੀ ਜੋ ਆਰਮੀ ਹੈ ਉਸ ਨੂੰ ਬੈਲਜੀਅਮ ਤੋਂ ਹਟਾ ਲਾ, ਆਪਦੀ ਆਰਮੀ ਨੂੰ ਬੈਲਜੀਅਮ ਤੋਂ ਹਟਾ,
नहीं तो तेरे खिलाफ असीं जंग करांगे। बट जर्मन है जो यूनाइटेड किंगडम की गल नहीं सुनता, ਤਾਂ यूनाइटेड किंगडम की है जर्मन के खिलाफ वॉर ਨੂੰ डिकलेयर कर ਦਿੰਦਾ है। ਤੇ ਬ੍ਰਿਟੇਨ ਜੋ ਡਿਕਲੇਅਰ ਕਰਦਾ ਹੈ ਵॉर, ਇਹ ਡਿਕਲੇਅਰ ਕਰਦਾ ਹੈ 4 ਅਗਸਤ 1914 ਦੇ ਵਿੱਚ, ਠੀਕ ਹੈ। 4 ਅਗਸਤ 1914 ਦੇ ਵਿੱਚ ਬ੍ਰਿਟੇਨ ਹੈ ਜੋ ਜਰਮਨ ਦੇ ਖਿਲਾਫ ਆਪਣੀ ਵॉर ਡਿਕਲੇਅਰ ਕਰ ਦਿੰਦਾ ਹੈ, ਠੀਕ ਹੈ। आगे समझ कि क्यों वॉर जो जर्मन जो यूनाइटेड किंगडम है ਉਹ वॉर ਦੇ ਵਿੱਚ ਐਂਟਰ ਹੋਇਆ, ਕਿਉਂਕਿ ਜਰਮਨ ਐਮਪਾਇਰ ਦੇ ਜੋ ਆਰਮੀ ਸੀ ਉਹ ਬੈਲਜੀਅਮ ਦੇ ਥਰੂ ਫਰਾਂਸ ਉੱਤੇ ਹਮਲਾ ਕਰ ਰਹੀ ਸੀ। ਤੇ ਬੈਲਜੀਅਮ ਦੀ ਆਜ਼ਾਦੀ ਦੇ ਲਈ ਯੂਨਾਈਟਿਡ ਕਿੰਗਡਮ, ਫਰਾਂਸ ਤੇ ਜਰਮਨ ਐਮਪਾਇਰ ਦੇ ਵਿਚਕਾਰ ਕੀ ਹੋਇਆ ਸੀ, ਇੱਕ ਸਮਝੌਤਾ ਹੋਇਆ ਸੀਗਾ ਕਿ ਆਪਾਂ ਇਸ ਦੀ ਜੋ ਆਜ਼ਾਦੀ ਨੂੰ ਕੁਝ ਨਹੀਂ ਹੋਣ ਦੇਵਾਂਗੇ, ਜੋ ਵੀ ਦੇਸ਼ ਉਸ ਤੇ ਹਮਲਾ ਕਰੇਗਾ ਉਸ ਦੇ ਖਿਲਾਫ ਦੋ ਸਟੇਟਸ ਦੂਸਰੀਆਂ ਜੋ ਐਮਪਾਇਰਸ ਨੇ ਉਹ ਹਮਲਾ ਕਰਨਗੀਆਂ। ਤੇ ਇਹ ਟ੍ਰੀਟੀ ਕਿਹੜੀ ਸੀ? ਟ੍ਰੀਟੀ ਆਫ ਲੰਡਨ। ਇਹ ਤੁਸੀਂ ਯਾਦ ਰੱਖ ਸਕਦੇ ਹੋ, ਟ੍ਰੀਟੀ ਆਫ ਲੰਡਨ, ਠੀਕ ਹੈ। ਟ੍ਰੀਟੀ ਆਫ ਲੰਡਨ ਕਿਸ ਵਕਤ ਹੋਈ ਸੀ? 1839 ਦੇ ਵਿੱਚ ਇਹ ਟ੍ਰੀਟੀ ਹੋਈ ਸੀ, ਟ੍ਰੀਟੀ ਆਫ ਲੰਡਨ। ਤੇ ਜੋ ਬ੍ਰਿਟੇਨ ਹੈ ਉਹ ਜਰਮਨ ਦੇ ਖਿਲਾਫ ਆਪਣੀ ਵਾਰ ਕਦੋਂ ਡਿਕਲੇਅਰ ਕਰਦਾ ਹੈ? ਉਹ ਡਿਕਲੇਅਰ ਕਰਦਾ ਹੈ 4 ਅਗਸਤ 1914 ਨੂੰ। 4 ਅਗਸਤ 1914 ਨੂੰ ਬ੍ਰਿਟੇਨ ਆਪਣੀ ਵਾਰ ਡਿਕਲੇਅਰ ਕਰ ਦਿੰਦਾ ਹੈ ਜਰਮਨ ਦੇ ਖਿਲਾਫ। ਤੇ ਇਹ ਤਾਂ ਸੀਗਾ ਕਿ ਜੋ ਵਾਰ ਦੀ ਸਟਾਰਟਿੰਗ ਕਿਵੇਂ ਹੁੰਦੀ ਹੈ, ਉਸ ਵਿੱਚ ਕੀ ਕੀ ਹੁੰਦਾ ਹੈ, ਠੀਕ ਹੈ ਜੀ। ਇਸ ਤੋਂ ਅੱਗੇ ਦੇਖੋ ਹੁਣ ਵਾਰ ਸਟਾਰਟ ਹੋ ਗਈ ਹੈ ਤੇ ਇਸ ਦੇ ਵਿੱਚ ਜੋ ਅਗਲਾ ਸਟੈਪ ਉਹ ਕੌਣ ਚੱਕਦੀ ਹੈ? ਆਟੋਮਨ ਅੰਪਾਇਰ ਚੱਕਦੀ ਹੈ, ਠੀਕ ਹੈ। ਆਟੋਮਨ ਅੰਪਾਇਰ ਚੱਕਦੀ ਹੈ। ਆਟੋਮਨ ਅੰਪਾਇਰ ਕੀ ਕਰਦੀ ਹੈ? ਜੋ ਸਿਊਜ਼ ਕਨਾਲ ਸੀ, ਠੀਕ ਹੈ ਜੀ, ਆਪਾਂ ਜਾਣਦੇ ਹਾਂ ਸਿਊਜ਼ ਕਨਾਲ ਬਾਰੇ, ਤੁਸੀਂ ਜਿਓਗ੍ਰਾਫੀ ਵਿੱਚ ਪੜ੍ਹਿਆ ਹੋਏਗਾ। ਸਿਊਜ਼ ਕਨਾਲ ਉੱਤੇ ਆਪਦਾ ਕੈਪਚਰ ਕਰਨ ਦੀ, ਆਪਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਕਿਉਂ? ਕਿਉਂਕਿ ਸਿਊਜ਼ ਕਨਾਲ ਜੋ ਸੀ ਉਹ ਰਸ਼ੀਆ ਦਾ, ਦੇਖੋ ਇਹ ਸਾਰਾ ਏਰੀਆ ਜੋ ਹੈ, ਠੀਕ ਹੈ, ਰਸ਼ੀਆ ਦਾ ਹੈ। ਵੋਲਗਾ ਜੋ ਸਭ ਤੋਂ ਲੰਬੀ ਨਦੀ ਹੈ, ਠੀਕ ਹੈ, ਰਸ਼ੀਆ ਦੀ। ਇਸ ਦੇ ਥਰੂ ਜੋ ਸੀ ਰਸ਼ੀਆ ਆਪਣਾ ਟ੍ਰੇਡ ਕਰਦਾ ਸੀਗਾ ਕਿਸ ਦੇ ਨਾਲ? ਏਸ਼ੀਆ ਦੇ ਨਾਲ। ਕਿਉਂਕਿ ਅਗਰ ਸਿਊਜ਼ ਕਨਾਲ ਨਹੀਂ ਹੁੰਦੀ ਤਾਂ ਜੋ ਰਸ਼ੀਆ ਸੀ ਉਸਨੂੰ ਅਫਰੀਕਾ ਦੇ ਉੱਪਰ ਦੀ ਗੇੜਾ ਦੇ ਕੇ ਆਉਣਾ ਪੈਂਦਾ ਸੀ ਏਸ਼ੀਆ ਦੇ ਵਿੱਚ। ਬਟ ਬਾਇਆ ਸਿਊਜ਼ ਕਨਾਲ ਉਸਨੂੰ ਉਹ ਅਫਰੀਕਾ ਦੇ ਉੱਪਰ ਦੀ ਜਾਣ ਨਾਲ ਬਚ ਜਾਂਦਾ ਹੈ ਉਸਦਾ, ਠੀਕ ਹੈ ਜੀ। ਉਹ ਟਾਈਮ ਤੇ ਉਹ ਰਸਤਾ ਉਹ ਇੱਦਾਂ ਉਹ ਸਿਊਜ਼ ਕਨਾਲ ਦੇ ਥਰੂ ਇੰਡੀਆ ਜਾਂ ਆਪਾਂ ਕਹਿ ਸਕਦੇ ਹਾਂ ਏਸ਼ੀਆ ਜਲਦੀ ਪਹੁੰਚਦਾ। ਬਟ ਜੋ ਆਟੋਮਨ ਅੰਪਾਇਰ ਸੀ ਉਹ ਸਿਊਜ਼ ਕਨਾਲ ਦੇ ਉੱਪਰ ਕਬਜ਼ਾ ਕਰਕੇ ਕੀ ਕਰਨਾ ਚਾਹੁੰਦੀ ਸੀ, ਠੀਕ ਹੈ, ਜੋ ਰਸ਼ੀਆ ਦਾ ਟ੍ਰੇਡ ਵਗੈਰਾ ਉਸਨੂੰ ਬੰਦ ਕਰਨਾ ਚਾਹੁੰਦੀ ਸੀ, ਉਸਨੂੰ ਇਕਨੋਮਿਕਲੀ ਵੀਕ ਕਰਨਾ ਚਾਹੁੰਦੀ ਸੀ। ਬਟ ਆਟੋਮਨ ਅੰਪਾਇਰ ਨੂੰ ਰਸ਼ੀਆ ਇਹ ਕਰਨ ਤੋਂ ਰੋਕ ਦਿੰਦਾ ਹੈ, ਠੀਕ ਹੈ ਜੀ। ਆਪਣੀ ਪਾਵਰ ਦੇ ਨਾਲ ਉਸਨੂੰ ਇਹ ਕਰਨ ਤੋਂ ਰੋਕ ਦਿੰਦਾ ਹੈ। ਤੇ ਕੁਝ ਗੱਲਾਂ ਆਪਾਂ ਸਿਊਜ਼ ਕਨਾਲ ਵਾਲੇ ਵੀ ਪੜ੍ਹ ਲੈਂਦੇ ਹਾਂ, ਠੀਕ ਹੈ ਜੀ। ਅਗਰ ਆਪਾਂ ਹੁਣ ਗੱਲ ਹੋਈ ਹੈ ਸਿਊਜ਼ ਕਨਾਲ ਦੀ, ਤੇ ਉਹ ਸਿਊਜ਼ ਕਨਾਲ ਨੂੰ ਕੀ ਕਿਹਾ ਜਾਂਦਾ ਹੈ? ਹਾਈਵੇ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਿਊਜ਼ ਕਨਾਲ ਨੂੰ, ਹਾਈਵੇ ਆਫ ਇੰਡੀਆ, ਠੀਕ ਹੈ ਜੀ। ਤੇ ਗੱਲ ਜੋ ਕੁਐਸਚਨ ਆਉਂਦਾ ਹੈ ਪੇਪਰ ਵਿੱਚ ਕਿ ਸਿਊਜ਼ ਕਨਾਲ ਕਿਸ ਕਿਸ ਨੂੰ ਕਨੈਕਟ ਕਰਦੀ ਹੈ? ਸਿਊਜ਼ ਕਨਾਲ ਕਨੈਕਟ ਕਰਦੀ ਹੈ ਰੈੱਡ ਸੀ ਟੂ ਮੈਡੀਟੇਰੀਅਨ ਸੀ ਨੂੰ। ਰੈੱਡ ਸੀ ਨੂੰ ਮੈਡੀਟੇਰੀਅਨ ਸੀ ਦੇ ਨਾਲ ਵੀ ਇਹ ਕਨੈਕਟ ਕਰਦੀ ਹੈ, ਠੀਕ ਹੈ। ਮੈਡੀਟੇਰੀਅਨ ਸੀ ਦੇ ਨਾਲ ਕਨੈਕਟ ਕਰਦੀ ਹੈ, ਜਾਂ ਸਿੰਪਲੀ ਤੁਸੀਂ ਕਹਿ ਸਕਦੇ ਹੋ ਯੂਰਪ ਨੂੰ ਏਸ਼ੀਆ ਦੇ ਨਾਲ ਇਹ ਕਨੈਕਟ ਕਰਦੀ ਹੈ, ਠੀਕ ਹੈ ਜੀ। ਤੇ ਇਸ ਨੂੰ ਬਣਾਇਆ ਕਿਸ ਨੇ ਸੀਗਾ? ਇਸ ਨੂੰ 1869 ਦੇ ਵਿੱਚ ਇੱਕ ਫ੍ਰੈਂਚ ਆਰਕੀਟੈਕਟ ਸੀਗੇ, ਫ੍ਰੈਂਚ, ਠੀਕ ਹੈ, ਇੰਜੀਨੀਅਰ ਸੀ ਜਿਨ੍ਹਾਂ ਦਾ ਨਾਮ ਸੀ ਫਰਡੀਨੈਂਡ ਡੀ ਲੈਸਪੇ, ਠੀਕ ਹੈ ਜੀ। ਇਹ ਇੰਜੀਨੀਅਰ ਸੀ ਜਿਨ੍ਹਾਂ ਨੇ ਸਿਊਜ਼ ਕਨਾਲ ਬਣਾਈ ਸੀ, ਫਰਡੀਨੈਂਡ ਡੀ ਲੈਸਪੇ, ਠੀਕ ਹੈ ਜੀ। 1869 ਦੇ ਵਿੱਚ ਇਹ ਸਿਊਜ਼ ਕਨਾਲ ਬਣ ਕੇ ਤਿਆਰ ਹੋਈ ਸੀਗੀ, ਠੀਕ ਹੈ। ਠੀਕ ਹੈ, ਇਹ ਦੋ ਇਵੈਂਟ ਹੋਏ ਸੀ ਜਿਸ ਵਿੱਚ ਪਹਿਲਾਂ ਤੇ ਸੀ ਜਰਮਨ ਨੇ ਫ੍ਰੈਂਚ ਉੱਤੇ ਹਮਲਾ ਕੀਤਾ ਕਿਉਂਕਿ ਉਸਨੂੰ ਪਤਾ ਸੀ ਕਿ ਰਸ਼ੀਆ ਨੂੰ ਹਰਾਉਣਾ ਜ਼ਿਆਦਾ ਔਖਾ ਹੈ ਕਿਸ ਦੇ ਕੰਪੈਰੀਜ਼ਨ? ਫਰਾਂਸ ਦੇ ਕੰਪੈਰੀਜ਼ਨ, ਠੀਕ ਹੈ। ਤਾਂ ਉਸ ਤੋਂ ਬਾਅਦ ਜੋ ਬ੍ਰਿਟੇਨ ਇਸ ਵਿੱਚ ਐਂਟਰ ਕਰਦਾ ਹੈ ਵਰਲਡ ਵਾਰ ਦੇ ਵਿੱਚ, ਅਗਲਾ ਜੋ ਸਟੈਪ ਚੱਕਦੀ ਹੈ ਆਟੋਮਨ ਅੰਪਾਇਰ ਸਿਊਜ਼ ਕਨਾਲ ਨੂੰ ਹਥਿਆਉਣ ਦਾ, ਠੀਕ ਹੈ, ਟਰਾਈ ਕਰਦੀ ਹੈ, ਉਸਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਟਰਾਈ ਕਰਦੀ ਹੈ, ਜਿਸ ਨੂੰ ਕਿ ਰਸ਼ੀਆ ਫੇਲ ਕਰ ਦਿੰਦਾ ਹੈ, ਨਾਕਾਮ ਕਰ ਦਿੰਦਾ ਹੈ, ਠੀਕ ਹੈ। ਨੈਕਸਟ ਦੇਖੋ, ਹੁਣ ਜੋ ਇਸ ਵਰਲਡ ਵਾਰ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਲੜਾਈ ਹੋਈ ਸੀ, ਅਲੱਗ ਤਰ੍ਹਾਂ ਦੀ ਬੈਟਲ ਲੜੀ ਗਈ ਜਿਸ ਦੇ ਵਿੱਚ ਜਿਹਨੂੰ ਕੀ ਕਹਿੰਦੇ ਨੇ ਬੈਟਲ ਆਫ ਟ੍ਰੈਂਚਿਸ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਟ੍ਰੈਂਚ ਬਣਾਏ ਗਏ ਸੀ। ਟ੍ਰੈਂਚ ਮਤਲਬ ਕਿ ਵੱਡੇ ਵੱਡੇ ਟੋਏ ਬਣਾਏ ਗਏ ਸੀਗੇ, ਠੀਕ ਹੈ, ਵੱਡੇ ਵੱਡੇ ਟੋਏ ਬਣਾਏ ਗਏ ਸੀ। ਤੁਹਾਨੂੰ ਇਸ ਤਰ੍ਹਾਂ ਸਮਝ ਆਏਗਾ। ਇਹ ਦੇਖੋ, ਇਹ ਜ਼ਮੀਨ ਨੂੰ ਖੋਦ ਕੇ ਇਹ ਲੰਬੀਆਂ ਇੱਕ ਤਰ੍ਹਾਂ ਦੀਆਂ ਓਪਨ ਆਪਾਂ ਕਹਿ ਸਕਦੇ ਹਾਂ ਸੁਰੰਗਾਂ ਟਾਈਪ ਜੋ ਓਪਨ ਸੀਗੀਆਂ, ਉੱਪਰੋਂ ਓਪਨ ਸੀਗੀਆਂ, ਇਸ ਤਰ੍ਹਾਂ ਦੀਆਂ ਸੁਰੰਗ ਬਣਾਈਆਂ ਗਈਆਂ ਸੀਗੀਆਂ। ਇਹ ਮੇਨਲੀ ਕੀ ਸੀ ਕਿ ਦੁਸ਼ਮਣ ਫੌਜ ਦੀਆਂ ਜੋ ਗੋਲੀਆਂ ਵਗੈਰਾ ਸੀ ਉਸ ਤੋਂ ਬਚਣ ਲਈ ਸੀਗੀਆਂ, ਠੀਕ ਹੈ। ਤੇ ਵਰਲਡ ਦੇ ਵਿੱਚ ਜੋ ਪਹਿਲਾਂ ਵੀ ਲੜਾਈਆਂ ਹੋਈਆਂ ਉਹਨਾਂ ਵਿੱਚ ਵੀ ਜੋ ਟ੍ਰੈਂਚਿਸ ਸੀ ਉਹ ਯੂਜ਼ ਕੀਤੇ ਜਾਂਦੇ ਸੀਗੇ, ਬਟ ਵਰਲਡ ਵਾਰ ਦੇ ਵਿੱਚ ਜੋ ਟ੍ਰੈਂਚਿਸ ਯੂਜ਼ ਕੀਤੇ ਗਏ ਉਹ ਇਸ ਤੋਂ ਪਹਿਲਾਂ ਕਿਸੇ ਵੀ ਵਾਰ ਵਿੱਚ ਇੰਨੇ ਲੰਬੇ ਟ੍ਰੈਂਚਿਸ ਯੂਜ਼ ਕਦੇ ਵੀ ਨਹੀਂ ਕੀਤੇ ਗਏ, ਠੀਕ ਹੈ। ਇੰਨੇ ਲੰਬੇ ਟੋਏ ਜੋ ਸੀਗੇ, ਜੋ ਮੀਲੋਂ ਲੰਬੇ ਟੋਏ ਸੀ, ਉਹ ਕਦੇ ਵੀ ਯੂਜ਼ ਨਹੀਂ ਕੀਤੇ। ਉਹ ਫਸਟ ਟਾਈਮ ਜੋ ਲੌਂਗੈਸਟ ਟ੍ਰੈਂਚਿਸ ਯੂਜ਼ ਕੀਤੇ ਗਏ ਸੀ ਉਹ ਕਿੱਥੇ ਕੀਤੇ ਗਏ ਸੀ? ਵਰਲਡ ਵਾਰ 1 ਦੇ ਵਿੱਚ,
ਠੀਕ ਹੈ ਜੀ। ਵਰਲਡ ਵਾਰ 1 ਦੇ ਵਿੱਚ ਇਹ ਯੂਜ਼ ਕੀਤੇ ਗਏ ਸੀ। ਦੇਖੋ ਤੁਹਾਨੂੰ ਇਸ ਤਰ੍ਹਾਂ ਸਮਝ ਆ ਜਾਏਗਾ। ਦੇਖੋ ਇਹ ਇੱਕ 에ਅਰ ਮੈਪ ਹੈ, ਜਿਸ ਤਰ੍ਹਾਂ ਦੀ ਇੱਕ 에ਅਰ ਤੋਂ ਲਈ ਗਈ ਪਿਕਚਰ ਹੈ, ਜਿਸ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਿੰਨੇ ਲੰਬੇ ਲੰਬੇ ਟ੍ਰੈਂਚਿਸ ਨੇ। ਠੀਕ ਹੈ, ਇਹ ਸਾਰੀ 에ਅਰ ਦੀ ਪਿਕ ਹੈ, ਤੁਸੀਂ ਇਸਨੂੰ ਦੇਖ ਸਕਦੇ ਹੋ। ਦੇਖੋ ਇਹ ਜੋ ਤੁਸੀਂ ਦੇਖ ਰਹੇ ਹੋ ਸਾਰੇ ਇਹ ਟ੍ਰੈਂਚਿਸ ਨੇ, ਠੀਕ ਹੈ, ਜ਼ਮੀਨ ਉੱਤੇ ਵਿਛਾਏ ਹੋਏ। ਤੇ ਇਸ ਇੰਨੇ ਜ਼ਿਆਦਾ ਲੰਬੇ ਲੰਬੇ ਜੋ ਟ੍ਰੈਂਚਿਸ ਸੀਗੇ ਬਣਾਏ ਗਏ ਸੀਗੇ ਵਰਲਡ ਵਾਰ 1 ਦੇ ਟਾਈਮ, ਠੀਕ ਹੈ ਜੀ, ਜਿਸ ਵਿੱਚ ਕਿ ਸੈਨਿਕ ਰਹਿੰਦੇ ਹੁੰਦੇ ਸੀਗੇ। ਠੀਕ ਹੈ, ਦਿਨ ਰਾਤ ਮੀਂਹ ਹਨੇਰੀ ਸਾਰਾ ਕੁਝ ਇਹਨਾਂ ਨੇ ਇਸ ਵਿੱਚ ਹੀ ਦੇਖਣਾ ਹੁੰਦਾ ਸੀਗਾ। ਤੇ ਮੇਨਲੀ ਕਿਸ ਲਈ ਬਣਾਏ ਗਏ ਸੀ ਕਿ ਜੋ ਸੈਨਿਕ ਹੈ ਦੂਸਰੀ ਆਪਣੀ ਜੋ, ਠੀਕ ਹੈ ਜੀ, ਆਪਣੇ ਦੁਸ਼ਮਣ ਦੀ ਆਰਮੀ ਹੈ ਉਸ ਦੀਆਂ ਗੋਲੀਆਂ ਵਗੈਰਾ ਤੋਂ ਬਚ ਕੇ ਲੜਾਈ ਲੜ ਸਕਣ। ਦੇਖੋ ਜੋ ਟ੍ਰੈਂਚਿਸ ਸੀ ਮੇਨਲੀ ਜੋ ਬਣਾਏ ਗਏ ਸੀ, ਇਹ ਬਣਾਏ ਗਏ ਸੀ ਫਰਾਂਸ ਐਂਡ ਜਰਮਨੀ ਵਿਚਾਲੇ। ਠੀਕ ਹੈ, ਫਰਾਂਸ ਐਂਡ ਜਰਮਨੀ ਵਿਚਾਲੇ। ਇਹ ਫਰਾਂਸ ਐਂਡ ਜਰਮਨੀ ਵਿਚਾਲੇ ਟ੍ਰੈਂਚਿਸ ਬਣਾਉਣ ਕਾਰਨ ਇੱਕ ਨਿਊ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਗਈ ਸੀ, ਜਿਸ ਨੂੰ ਕੀ ਕਿਹਾ ਜਾਂਦਾ ਹੈ ਸਟੇਲਮੇਟ, ਮਤਲਬ ਕਿ ਟਾਈ ਅਪ ਹੋ ਗਿਆ ਸੀਗਾ। ਠੀਕ ਹੈ, ਟਾਈ ਅਪ ਹੋ ਗਿਆ ਸੀ ਕਿ ਨਾ ਹੀ ਜਰਮਨ ਦੀ ਫੌਜ ਅੱਗੇ ਵਧ ਰਹੀ ਸੀ, ਨਾ ਹੀ ਫਰਾਂਸ ਦੀ। ਉਹ ਜਿਸ ਜਗ੍ਹਾ ਸੀ ਉਸ ਜਗ੍ਹਾ ਹੀ, ਠੀਕ ਹੈ, ਖੜ ਗਏ ਸੀਗੇ। ਕਿਉਂਕਿ ਅਗਰ ਇੱਧਰੋਂ ਜਰਮਨ ਦੀ ਫੌਜ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਤਾਂ ਉੱਧਰੋਂ ਫਰਾਂਸ ਦੇ ਜੋ ਸੈਨਿਕ ਸੀ ਉਹ ਟ੍ਰੈਂਚਿਸ ਵਿੱਚ ਸੀ, ਉਹ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੰਦੇ। ਅਗਰ ਫਰਾਂਸ ਦੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਤਾਂ ਜਰਮਨੀ ਵਾਲੇ ਉਹਨਾਂ ਨੂੰ ਗੋਲੀ ਮਾਰ ਕੇ ਖਤਮ ਕਰ ਦਿੰਦੇ। ਤਾਂ ਜੋ ਸੀਗੇ ਸੈਨਿਕ ਉਹ ਇਸ ਟ੍ਰੈਂਚਾਂ ਦੇ ਵਿੱਚ ਹੀ ਫਸ ਕੇ ਰਹਿ ਗਏ ਸੀਗੇ। ਤੇ ਇਸ ਏਰੀਏ ਵਿੱਚ ਆ ਕੇ ਕੀ ਹੋ ਗਿਆ ਸੀ, ਇੱਕ ਸਟੇਲਮੇਟ ਬਣ ਗਿਆ ਸੀਗਾ, ਇੱਕ ਟਾਈ ਹੋ ਗਿਆ ਸੀਗਾ ਕਿ ਨਾ ਹੀ ਆਰਮੀ ਇੱਕ ਸਾਈਡ ਦੀ ਅੱਗੇ ਆਵੇਗੀ, ਨਾ ਹੀ ਆਰਮੀ ਦੂਸਰੀ ਸਾਈਡ ਦੀ ਅੱਗੇ ਆਵੇਗੀ। ਦੇਖੋ ਇਹ ਆਪਾਂ ਪੜ੍ਹ ਚੁੱਕੇ ਹਾਂ ਕਿ ਜੋ ਬਣਾਏ ਕਿਉਂ ਗਏ ਸੀਗੇ, ਕਿਉਂਕਿ ਇਹ ਪ੍ਰੋਟੈਕਟ ਕਰਦੇ ਸੀ ਜੋ ਦੁਸ਼ਮਣ ਦੀ ਆਰਮੀ ਸੀਗੀ, ਆਰਟਿਲਰੀ ਸੀਗੀ, ਉਸਦੀ ਜੋ ਗੋਲੀ ਬਾਰੂਦ ਸੀਗਾ ਉਸ ਤੋਂ ਬਚਾਉਂਦੀ ਸੀਗੀ ਸੈਨਿਕਾਂ ਨੂੰ। ਬਟ ਜੋ ਇਸ ਟ੍ਰੈਂਚਿਸ ਦੇ ਵਿੱਚ ਸੋਲਜਰਸ ਦੀ ਕੰਡੀਸ਼ਨ ਸੀ ਉਹ ਬਹੁਤ ਹੀ ਹੌਰੀਬਲ ਕੰਡੀਸ਼ਨ ਸੀਗੀ। ਠੀਕ ਹੈ, ਇਨ ਟ੍ਰੈਂਚਿਸ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲ ਗਈਆਂ ਸੀ, ਕਿਉਂਕਿ ਜੋ ਲਾਸ਼ਾਂ ਸੀਗੀਆਂ, ਡੈੱਡ ਬੋਡੀ ਸੀ ਉੱਥੇ ਹੀ ਪਈਆਂ ਰਹਿੰਦੀਆਂ ਸੀ। ਦੂਸਰਾ ਕਾਰਨ ਕੀ ਬਣਾ ਕਿ ਜਦੋਂ ਵੀ ਕੋਈ ਮੀਂਹ ਹਨੇਰੀ ਆਉਂਦੀ ਤਾਂ ਇਸ ਟ੍ਰੈਂਚਿਸ ਦੇ ਵਿੱਚ ਬਹੁਤ ਸਾਰਾ ਪਾਣੀ ਭਰ ਜਾਂਦਾ ਸੀਗਾ। ਇਹ ਵੀ ਤੁਹਾਨੂੰ ਪਿਕ ਦੇ ਨਾਲ ਸਮਝ ਆਵੇਗਾ। ਦੇਖੋ ਜਦੋਂ ਮੀਂਹ ਹਨੇਰੀ ਆਉਂਦੀ ਸੀ ਤਾਂ ਇਸ ਤਰ੍ਹਾਂ ਟ੍ਰੈਂਚਿਸ ਦੇ ਵਿੱਚ ਪਾਣੀ ਭਰ ਜਾਂਦਾ ਸੀ। ਇਹਨਾਂ ਸੈਨਿਕਾਂ ਨੂੰ ਦਿਨ ਰਾਤ ਇਸ ਪਾਣੀ ਦੇ ਵਿੱਚ ਹੀ ਖੜਾ ਰਹਿਣਾ ਪੈਂਦਾ ਸੀਗਾ, ਜਿਸ ਕਾਰਨ ਇਹਨਾਂ ਸੈਨਿਕਾਂ ਦੇ ਵਿੱਚ ਇੱਕ, ਠੀਕ ਹੈ ਜੀ, ਡਿਜ਼ੀਜ਼ ਫੈਲ ਗਈ, ਜਿਸ ਨੂੰ ਕੀ ਕਿਹਾ ਜਾਂਦਾ ਹੈ ਟ੍ਰੈਂਚ ਫੁੱਟ। ਠੀਕ ਹੈ, ਟ੍ਰੈਂਚ ਫੁੱਟ ਡਿਜ਼ੀਜ਼ ਹੈ ਇਹ, ਉਹ ਫੈਲ ਗਈ ਸੀ, ਜਿਸ ਵਿੱਚ ਉਹਨਾਂ ਦੇ ਪੈਰ ਸੀ ਜੋ ਗਲ ਜਾਂਦੇ ਸੀਗੇ ਤੇ ਇਹਨਾਂ ਨੂੰ ਕੱਟਣ ਤੱਕ ਦੀ ਵੀ ਨੌਬਤ ਆ ਜਾਂਦੀ ਸੀ। ਇੰਨੀ ਜ਼ਿਆਦਾ, ਠੀਕ ਹੈ, ਹੌਰੀਬਲ ਕੰਡੀਸ਼ਨ ਸੀਗੀ ਸੈਨਿਕਾਂ ਦੀ ਜੋ ਵਰਲਡ ਵਾਰ 1 ਦੇ ਵਿੱਚ ਲੜ ਰਹੇ ਸੀਗੇ। ਠੀਕ ਹੈ ਜੀ, ਤੇ ਇੰਨੀ ਜ਼ਿਆਦਾ ਤਰਾਸਦੀ ਉਹਨਾਂ ਨੇ ਚੱਲੀ ਸੀਗੀ। ਠੀਕ ਹੈ, ਕਈ ਲੋਕ ਜੋ ਸੈਨਿਕ ਸੀ ਉਹ ਇਸ ਬਿਮਾਰੀ ਕਾਰਨ ਹੀ ਮਾਰੇ ਗਏ ਸੀ, ਗੋਲੀ ਬਾਰੂਦ ਤੋਂ ਬਿਨਾਂ ਹੀ। ਠੀਕ ਹੈ, ਇਹ ਸੀ ਸਾਰਾ ਟ੍ਰੈਂਚਿਸ ਜੋ ਬਣੇ, ਆਪਾਂ ਨੇ ਇਹ ਦੇਖ ਲਏ। ਨੈਕਸਟ ਵਰਲਡ ਵਾਰ ਵਿੱਚ ਦੇਖੋ ਆਪਾਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਬੈਟਲਸ ਹੋਈਆਂ ਨੇ। ਠੀਕ ਹੈ, ਬਹੁਤ ਸਾਰੀ ਬੈਟਲਸ ਲੜੀਆਂ ਗਈਆਂ ਨੇ, ਪਰ ਇੱਕ ਬੈਟਲ ਹੈ ਜਿਸ ਨੂੰ ਕਿਹਾ ਜਾਂਦਾ ਹੈ ਬੈਟਲ ਆਫ ਸੋਮੇ। ਬੈਟਲ ਆਫ ਸੋਮੇ ਇਜ਼ ਅ ਮੋਸਟ ਇੰਪੋਰਟੈਂਟ ਬੈਟਲ। ਕਿਉਂਕਿ ਇੰਨੀਆਂ ਜ਼ਿਆਦਾ ਕੈਜੂਅਲਟੀਜ਼, ਜੋ ਇੰਨੀਆਂ ਜ਼ਿਆਦਾ ਡੈਥ ਵਗੈਰਾ ਹੋਈਆਂ ਸੀ, ਉਹ ਕਿਸੇ ਬੈਟਲ ਵਿੱਚ ਨਹੀਂ ਹੋਈਆਂ ਸੀ ਜਿੰਨੀਆਂ ਕਿ ਬੈਟਲ ਆਫ ਸੋਮੇ ਵਿੱਚ ਹੋਈਆਂ ਨੇ। ਠੀਕ ਹੈ, ਮੰਨਿਆ ਜਾਂਦਾ ਕਿ ਬੈਟਲ ਆਫ ਸੋਮੇ ਵਿੱਚ ਅਪਰੋਕਸੀਮੇਟਲੀ 80,000 ਜੋ ਸੋਲਜਰ ਸੀਗਾ ਉਹ ਇੱਕ ਦਿਨ ਦੇ ਵਿੱਚ ਮਾਰੇ ਗਏ ਸੀਗੇ। ਠੀਕ ਹੈ, 80,000 ਸੋਲਜਰ ਜੋ ਇੱਕ ਦਿਨ ਦੇ ਵਿੱਚ ਮਾਰੇ ਗਏ ਸੀ ਬੈਟਲ ਆਫ ਸੋਮੇ ਦੇ ਵਿੱਚ। ਦੇਖੋ ਇਹ ਬੈਟਲ ਆਫ ਸੋਮੇ ਜੋ ਚੱਲੀ ਸੀ 1 ਜੁਲਾਈ 1916 ਤੋਂ ਲੈ ਕੇ 18 ਨਵੰਬਰ 1916 ਤੱਕ ਇਹ ਬੈਟਲ ਚੱਲੀ ਸੀ। ਤੇ ਇਹ ਫਰਾਂਸ ਦੇ ਵਿੱਚ ਇੱਕ ਰੀਵਰ ਹੈ ਸੋਮੇ ਰੀਵਰ, ਉਸ ਦੇ ਬੈਂਕ ਦੇ ਉੱਤੇ, ਉਸ ਦੇ ਕਿਨਾਰੇ ਦੇ ਉੱਤੇ ਲੜੀ ਗਈ ਸੀਗੀ। ਠੀਕ ਹੈ, ਤੇ ਇਸ ਬੈਟਲ ਦੇ ਵਿੱਚ ਜੋ ਸੋਲਜਰਸ ਨੇ ਪਾਰਟਿਸਿਪੇਟ ਕੀਤਾ ਸੀ, ਜੋ ਸੋਲਜਰਸ ਮੈਕਸਿਮਮ ਮਾਰੇ ਗਏ ਸੀ, ਉਹ ਕਿਹੜੇ ਸੀ? ਉਹ ਬ੍ਰਿਟੇਨ ਤੇ ਕੈਨੇਡਾ ਦੇ ਸੀਗੇ। ਬ੍ਰਿਟੇਨ ਐਂਡ ਕੈਨੇਡਾ ਦੇ ਸੋਲਜਰ ਇਸ ਵਿੱਚ ਮਾਰੇ ਗਏ ਸੀ। ਠੀਕ ਹੈ, ਇਸ ਵਿੱਚ ਜੋ ਸੋਲਜਰਸ ਮਾਰੇ ਗਏ ਸੀ ਉਹ ਕਿਸ ਦੇ ਮਾਰੇ ਗਏ ਸੀ? ਬ੍ਰਿਟੇਨ ਐਂਡ ਕੈਨੇਡਾ ਦੇ ਸੋਲਜਰਸ ਮਾਰੇ ਗਏ ਸੀ। ਤੇ ਮੈਕਸਿਮਮ ਜੋ ਟੋਟਲ ਕਿੰਨੇ ਸੋਲਜਰ ਮਾਰੇ ਗਏ ਉਹਨਾਂ ਦੀ ਗਿਣਤੀ ਜੋ ਅਪਰੋਕਸੀਮੇਟਲੀ ਮੰਨੀ ਜਾਂਦੀ ਕਿ 3 ਲੱਖ ਸੋਲਜਰਸ ਮਾਰੇ ਗਏ ਸੀ ਬੈਟਲ ਆਫ ਸੋਮੇ ਦੇ ਵਿੱਚ। ਠੀਕ ਹੈ, ਇਸ ਲਈ ਇਹ ਬੈਟਲ ਇੰਪੋਰਟੈਂਟ ਹੈ ਕਿਉਂਕਿ ਸਭ ਤੋਂ ਜ਼ਿਆਦਾ ਜੋ ਕੈਜੂਅਲਟੀਜ਼ ਹੋਈਆਂ ਸੀ ਉਹ ਕਿਸ ਵਿੱਚ ਹੋਈਆਂ ਸੀ? ਬੈਟਲ ਆਫ ਸੋਮੇ ਦੇ ਵਿੱਚ ਹੋਈਆਂ ਸੀ। ਲਗਭਗ 80,000 ਸੋਲਜਰ ਸੀਗੇ ਜੋ ਮਾਰੇ ਗਏ ਸੀਗੇ ਬੈਟਲ ਆਫ ਸੋਮੇ ਦੇ ਵਿੱਚ। ਨੈਕਸਟ ਆਉਂਦਾ ਹੈ ਕਿ ਵਰਲਡ ਵਾਰ ਨੂੰ ਗਲੋਬਲ ਵਾਰ ਕਿਉਂ ਕਹਿੰਦੇ ਨੇ। ਆਪਾਂ ਪਿਛਲੀ ਵਾਰ ਜੋ ਫਸਟ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਅਪਰੋਕਸੀਮੇਟਲੀ ਜੋ ਬਹੁਤ ਜ਼ਿਆਦਾ ਸੀਗੀ, ਹਰ ਤਰ੍ਹਾਂ ਦੀ ਕੰਟਰੀ ਸੀ ਜੋ ਉਸਨੇ ਪਾਰਟੀਸਪੇਟ ਕੀਤਾ ਸੀ ਵਰਲਡ ਵਾਰ 1 ਦੇ ਵਿੱਚ, ਇਸ ਕਰਕੇ ਇਸਨੂੰ ਗਲੋਬਲ ਵਾਰ ਕਹਿੰਦੇ ਨੇ। ਬਟ ਦੇਖੋ ਇਸ ਵਾਰ ਦੇ ਵਿੱਚ ਉਹਨਾਂ ਸਾਰੀਆਂ ਕਲੋਨੀਜ਼ ਨੇ ਪਾਰਟੀਸਪੇਟ ਕੀਤਾ, ਮਲਟੀਪਲ ਕਲੋਨੀਜ਼ ਜੋ ਫਾਈਟ ਕਰੀ ਉਹਨਾਂ ਨੇ। ਠੀਕ ਹੈ, ਉਹ ਮਲਟੀਪਲ ਕਲੋਨੀਜ਼ ਲੜੀਆਂ ਜੋ ਅਫਰੀਕਾ ਵਿੱਚ ਸੀ ਮੇਨਲੀ ਜੋ ਨਾਮ ਆਉਂਦੇ ਨੇ ਟੋਗੋ, ਤੰਜਾਨੀਆ, ਕੈਮਰੂਨ, ਇਹ ਸਾਰੀਆਂ ਜਰਮਨ ਕਲੋਨੀਜ਼ ਸੀਗੀਆਂ। ਠੀਕ ਹੈ, ਇਹ ਸਾਰੀਆਂ ਜਰਮਨ ਕਲੋਨੀ ਸੀਗੀ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਸੀਗਾ ਵਰਲਡ ਵਾਰ 1 ਦੇ ਵਿੱਚ। ਠੀਕ ਹੈ, ਤੁਸੀਂ ਇਸ ਮੈਪ ਦੇ ਨਾਲ ਹੋਰ ਵੀ ਕਲੀਅਰਲੀ ਸਮਝ ਸਕੋਗੇ। ਠੀਕ ਹੈ, ਦੇਖੋ ਜੋ ਇਹ ਨੇਗੀਆਂ ਇਹ ਕਲੋਨੀਜ਼ ਨੇ ਜੋ ਇਹ ਸਾਰੀਆਂ ਜਰਮਨ ਕਲੋਨੀਜ਼ ਨੇ। ਠੀਕ ਹੈ ਜੀ, ਦੇਖੋ ਟੋਗੋ
ਇਹ ਵੈਸਟ ਅਫਰੀਕਾ ਦੇ ਵਿੱਚ ਸੀ, ਇਹ ਜਰਮਨ ਕਲੋਨੀ ਹੈ। ਕੈਮਰੂਨ ਵੈਸਟ ਅਫਰੀਕਾ ਦੇ ਵਿੱਚ, ਠੀਕ ਹੈ ਜੀ। ਇਸ ਜਗ੍ਹਾ ਜੋ ਇਹ ਸਾਰੀ ਕਲੋਨੀ ਹੈ ਇਹ ਜਰਮਨ ਦੀ ਸੀ। ਕੈਮਰੂਨ ਜਰਮਨ ਦੀ ਸਾਊਥ ਵੈਸਟ ਕਲੋਨੀ, ਠੀਕ ਹੈ ਜੀ, ਸਾਊਥ ਵੈਸਟ ਕਲੋਨੀ ਹੈ ਜੋ ਜਰਮਨ ਦੀ, ਜਿਸ ਨੂੰ ਅੱਜ ਦੇ ਟਾਈਮ ਵਿੱਚ ਕੀ ਕਿਹਾ ਜਾਂਦਾ ਹੈ, ਨਾਮੀਬੀਆ ਇਸ ਨਾਮ ਨਾਲ ਜਾਣਿਆ ਜਾਂਦਾ। ਤੇ ਜਰਮਨ ਦੀ ਇੱਕ ਈਸਟ ਅਫਰੀਕਨ, ਠੀਕ ਹੈ, ਕਲੋਨੀ ਸੀ ਜਿਸ ਦਾ ਨਾਮ ਕੀ ਹੈ, ਤੰਜਾਨੀਆ। ਇਹਨਾਂ ਕਲੋਨੀਜ਼ ਨੇ ਵੀ ਵਰਲਡ ਵਾਰ 1 ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਦੇਖੋ ਹੋਰ ਜੋ ਸਾਰੀਆਂ ਕਲੋਨੀਜ਼ ਨੇ ਇਹ ਅਲੱਗ-ਅਲੱਗ ਦੇਸ਼ਾਂ ਦੇ ਅੰਡਰ ਆਈਆਂ ਹੋਈਆਂ ਸੀਗੀਆਂ, ਠੀਕ ਹੈ ਜੀ। ਜਿਸ ਤਰ੍ਹਾਂ ਇਹ ਹੋ ਗਈਆਂ ਸਾਰੀਆਂ ਬੈਲਜੀਅਮ ਦੇ ਅੰਡਰ ਹੈਗੀਆਂ ਨੇ, ਠੀਕ ਹੈ ਜੀ। ਇਸ ਤਰ੍ਹਾਂ ਤਾਂ ਇਹ ਜੋ ਸਾਰੀਆਂ ਕਲੋਨੀਜ਼ ਸੀਗੀਆਂ, ਛੋਟੀ ਛੋਟੀ ਕਲੋਨੀਜ਼, ਇਹਨਾਂ ਨੇ ਵੀ ਵਰਲਡ ਵਾਰ 1 ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਇਹਨਾਂ ਕਲੋਨੀਜ਼ ਦੀ ਪਾਰਟੀਸਪੇਸ਼ਨ ਕਾਰਨ ਹੀ ਵਰਲਡ ਵਾਰ ਨੂੰ ਕੀ ਕਿਹਾ ਜਾਂਦਾ ਹੈ, ਗਲੋਬਲ ਵਾਰ ਕਿਹਾ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਹੁਣ ਗੱਲ ਆਈ ਹੈ ਕਿ ਜਾਪਾਨ ਨੇ ਕਿਉਂ ਐਂਟਰੀ ਕੀਤੀ, ਜਾਪਾਨ ਕਿਉਂ ਲੜਿਆ, ਠੀਕ ਹੈ ਜੀ, ਵਰਲਡ ਵਾਰ 1 ਦੇ ਵਿੱਚ, ਠੀਕ ਹੈ। ਦੇਖੋ ਜਾਪਾਨ ਐਂਡ ਬ੍ਰਿਟੇਨ ਦੇ ਵਿੱਚ ਇੱਕ ਟ੍ਰੀਟੀ ਸਾਈਨ ਹੁੰਦੀ ਹੈ, offensive defensive treaty, offensive defensive treaty, ਠੀਕ ਹੈ ਜੀ। ਇਹ ਜੋ ਟ੍ਰੀਟੀ ਹੈ ਸਾਈਨ ਹੁੰਦੀ ਹੈ ਜਾਪਾਨ ਐਂਡ ਬ੍ਰਿਟੇਨ ਦੇ ਵਿੱਚ, ਤੇ ਇਹ ਜੋ ਟ੍ਰੀਟੀ ਹੈ ਇਹ ਸਾਈਨ ਹੁੰਦੀ ਹੈ 30 ਜਨਵਰੀ, ਠੀਕ ਹੈ, 30 ਜਨਵਰੀ 1902 ਦੇ ਵਿੱਚ। 13 ਜਨਵਰੀ 1902 ਦੇ ਵਿੱਚ ਇਹ ਟ੍ਰੀਟੀ ਸਾਈਨ ਹੁੰਦੀ ਹੈ। ਇਹ ਸਾਈਨ ਹੁੰਦੀ ਹੈ ਲੈਂਸਡਾਊਨ ਹਾਊਸ ਦੇ ਵਿੱਚ, ਲੈਂਸਡਾਊਨ ਹਾਊਸ ਲੰਡਨ ਦੇ ਵਿੱਚ, ਠੀਕ ਹੈ। ਲੈਂਸਡਾਊਨ ਹਾਊਸ ਲੰਡਨ ਦੇ ਵਿੱਚ ਇਹ ਟ੍ਰੀਟੀ ਸਾਈਨ ਹੁੰਦੀ ਹੈ। ਇਸ ਉੱਤੇ ਜੋ ਸਾਈਨ ਕੀਤੇ ਜਾਂਦੇ ਨੇ ਉਹ ਕੀਤੇ ਜਾਂਦੇ ਨੇ ਲਾਰਡ, ਠੀਕ ਹੈ ਜੀ, ਲਾਰਡ ਲੈਂਸਡਾਊਨ, ਠੀਕ ਹੈ। ਇਹ ਸੀਗੇ ਬ੍ਰਿਟੇਨ ਦੇ ਫੋਰਨ ਸੈਕਟਰੀ, ਠੀਕ ਹੈ ਜੀ। ਉਸ ਵਕਤ ਇਹ ਬ੍ਰਿਟੇਨ ਦੇ 1902 ਦੇ ਵਿੱਚ ਕੀ ਸੀਗੇ, ਬ੍ਰਿਟੇਨ ਦੇ ਫੋਰਨ ਸੈਕਟਰੀ। ਬ੍ਰਿਟੇਨ ਦੀ ਤਰਫ ਤੋਂ ਇਹਨਾਂ ਨੇ ਇਸ ਸੀਗੇ ਬ੍ਰਿਟੇਨ ਦੇ ਫੋਰਨ ਸੈਕਟਰੀ ਲਾਰਡ ਲੈਂਸਡਾਊਨ, ਉਹਨਾਂ ਨੇ ਸਾਈਨ ਕੀਤੇ ਸੀਗੇ। ਤੇ ਜਾਪਾਨ ਦੀ ਤਰਫ ਤੋਂ ਜੋ ਸਾਈਨ ਕੀਤਾ ਸੀ ਉਹ ਕੀਤਾ ਸੀਗਾ ਜਾਪਾਨ ਦੇ ਡਿਪਲੋਮੈਟ ਜਿਨ੍ਹਾਂ ਦਾ ਨਾਮ ਸੀ ਹਾਯਾਸ਼ੀ, ਠੀਕ ਹੈ, ਹਾਯਾਸ਼ੀ ਟਾਡਾਸੂ, ਇਹਨਾਂ ਨੇ ਸਾਈਨ ਕੀਤੇ ਸੀਗੇ ਇਸ ਟ੍ਰੀਟੀ ਉੱਤੇ। ਇਸ ਟ੍ਰੀਟੀ ਦੇ ਅੰਡਰ ਸੀਗਾ ਕਿ ਅਗਰ ਕਿਸੇ ਆਪਣੀ ਦੋਨਾਂ ਦੇ ਵਿੱਚ, ਠੀਕ ਹੈ ਜੀ, ਜਿਸ ਦੀ ਕੰਟਰੀ ਦੇ ਉੱਤੇ ਕਿਸੇ ਨੇ ਅਟੈਕ ਕੀਤਾ ਉਸ ਦੇ ਵਿੱਚ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ। ਤਾਂ ਬ੍ਰਿਟੇਨ, ਠੀਕ ਹੈ ਜੀ, ਜਾਪਾਨ ਨੂੰ ਇਸ ਟ੍ਰੀਟੀ ਬਾਰੇ ਯਾਦ ਦਿਲਾਉਂਦਾ ਹੈ, offensive defensive treaty, ਕਿ ਆਪਣੀ ਇਹ ਟ੍ਰੀਟੀ ਸਾਈਨ ਹੋਈ ਸੀ ਤੇ ਹੁਣ ਉਸ ਟ੍ਰੀਟੀ ਦਾ ਜੋ ਹੈ ਕੰਮ ਕਰਨ ਦਾ, ਇਸ ਟ੍ਰੀਟੀ ਦਾ ਜੋ ਕੰਮ ਲੈਣ ਦਾ ਸਮਾਂ ਆ ਗਿਆ ਹੈ। ਹੁਣ ਤੈਨੂੰ ਸਾਡੀ ਹੈਲਪ ਕਰਨੀ ਪਵੇਗੀ ਵਰਲਡ ਵਾਰ 1 ਦੇ ਵਿੱਚ। ਤਾਂ ਜੋ ਜਾਪਾਨ ਹੈ ਇਹ 23 ਅਗਸਤ 1914 ਦੇ ਵਿੱਚ ਜਰਮਨੀ ਦੀਆਂ ਦੋ ਕਲੋਨੀ ਸੀ, ਮਾਈਕਰੋਨੇਸ਼ੀਅਨ ਐਂਡ ਚਾਈਨੀਜ਼ ਕਲੋਨੀ, ਇਹਨਾਂ ਉੱਤੇ ਅਟੈਕ ਕਰ ਦਿੰਦਾ ਹੈ। ਦੇਖੋ ਮੈਪ ਨਾਲ ਤੁਹਾਨੂੰ ਹੋਰ ਵੀ ਸਮਝ ਆਏਗਾ। ਤੇ ਜੇ ਇਹ ਛੋਟੇ ਛੋਟੇ ਗਰੁੱਪ ਆਈਲੈਂਡਸ ਦਾ ਇੱਕ ਗਰੁੱਪ ਹੈ ਮਾਈਕਰੋਨੇਸ਼ੀਆ, ਠੀਕ ਹੈ, ਮਾਈਕਰੋਨੇਸ਼ੀਆ। ਇਹ ਜੋ ਛੋਟੇ ਛੋਟੇ ਆਈਲੈਂਡਸ ਦਾ ਗਰੁੱਪ ਹੈ ਇਹ ਕਲੋਨੀ ਸੀ ਕਿਸ ਦੀਆਂ, ਜਰਮਨੀ ਦੀਆਂ। ਦੂਸਰਾ ਚਾਈਨਾ ਦੇ ਵਿੱਚ, ਠੀਕ ਹੈ, ਚਾਈਨਾ ਦੇ ਜੋ ਸੀ ਛੋਟੀ ਛੋਟੀਆਂ ਕਲੋਨੀਆਂ ਉਸ ਵਿੱਚ ਵੀ ਕਿਸ ਦੀਆਂ ਕਲੋਨੀਆਂ ਸੀਗੀਆਂ, ਜਰਮਨ ਦੀਆਂ। ਤੇ ਜਾਪਾਨ ਜੋ ਜਿਓਗ੍ਰਾਫਿਕਲੀ ਕਿਸ ਦੇ ਨਜ਼ਦੀਕ ਹੈ, ਮਾਈਕਰੋਨੇਸ਼ੀਆ ਐਂਡ ਚਾਈਨਾ। ਤਾਂ ਬ੍ਰਿਟੇਨ ਉਸ offensive defensive treaty ਦੇ, ਠੀਕ ਹੈ, ਦਾ ਦਬਾਅ ਦੇ ਕੇ, ਉਸ ਦਾ ਵਾਸਤਾ ਦੇ ਕੇ ਜਾਪਾਨ ਨੂੰ ਕੀ ਕਹਿੰਦਾ ਹੈ ਕਿ ਤੂੰ ਇਸ ਜਰਮਨ ਦੀਆਂ ਇਹਨਾਂ ਕਲੋਨੀਜ਼ ਦੇ ਉੱਤੇ ਅਟੈਕ ਕਰ ਤਾਂ ਕਿ ਜਰਮਨ ਦਾ ਧਿਆਨ ਇਸ ਤਰਫ ਵੀ ਆਵੇ, ਠੀਕ ਹੈ। ਤੇ ਉਹ ਆਪਣੀ ਅੱਧ ਨਾਲੋਂ ਵੱਧ ਫੌਜ ਹੈ, ਜੋ ਅੱਧੀ ਫੌਜ ਹੈ, ਇਸ ਤਰਫ ਭੇਜੇ ਆਪਣੀ ਇਹਨਾਂ ਕਲੋਨੀਆਂ ਨੂੰ ਬਚਾਉਣ ਲਈ। ਤਾਂ ਜਾਪਾਨ ਉਸ ਟ੍ਰੀਟੀ ਦੇ ਅੰਡਰ, ਠੀਕ ਹੈ, offensive defensive treaty ਦੇ ਅੰਡਰ 23 ਅਗਸਤ 1914 ਦੇ ਵਿੱਚ ਇਹਨਾਂ ਦੋ ਕਲੋਨੀਜ਼ ਦੇ ਉੱਤੇ ਅਟੈਕ ਕਰ ਦਿੰਦਾ ਹੈ, ਠੀਕ ਹੈ, ਜਿਸ ਦੇ ਨਾਲ ਜਾਪਾਨ ਦੀ ਕੀ ਐਂਟਰੀ ਹੁੰਦੀ ਹੈ ਵਰਲਡ ਵਾਰ 1 ਦੇ ਵਿੱਚ, ਠੀਕ ਹੈ, ਵਰਲਡ ਵਾਰ 1 ਦੇ ਵਿੱਚ। ਨੈਕਸਟ ਹੈ ਜੋ ਆਟੋਮਨ ਅੰਪਾਇਰ ਹੈ। ਆਟੋਮਨ ਅੰਪਾਇਰ ਦੀ ਜੋ ਸ਼ਿਪ ਸੀ ਉਹ ਜੋ, ਠੀਕ ਹੈ ਜੀ, ਰਸ਼ੀਆ ਦੇ ਪੋਰਟਸ ਦੇ ਉੱਤੇ, ਜੋ ਸਪੈਸ਼ਲੀ ਪੋਰਟਸ ਨੇ, ਉਹ ਨਾਮ ਕੀ ਹੈ, ਸਵੈਸਟੋਪੋਲ ਨੈਵਲ ਬੇਸ ਐਂਡ ਓਡੀਸ਼ਾ ਪੋਰਟ, ਇਹਨਾਂ ਉੱਤੇ ਬੰਬਾਰਡ ਕਰ ਦਿੰਦੀ ਹੈ, ਮਤਲਬ ਵੀ ਗੋਲਾਬਾਰੀ ਕਰ ਦਿੰਦੀ ਹੈ, ਠੀਕ ਹੈ ਜੀ। ਦੇਖੋ ਮੈਪ ਦੇ ਵਿੱਚ ਆਪਾਂ ਇਹ ਵੀ ਦੇਖ ਲੈਂਦੇ ਹਾਂ। ਤੇ ਇਹ ਹੈ ਬਲੈਕ ਸੀ ਦੇ ਇਸ ਜਗ੍ਹਾ ਦੇ ਉੱਤੇ ਰਸ਼ੀਆ ਦੇ ਦੋ ਪੋਰਟ ਸੀਗੇ, ਠੀਕ ਹੈ। ਇਹਨਾਂ ਪੋਰਟਸ ਦੇ ਉੱਤੇ ਕੀ ਆਟੋਮਨ ਅੰਪਾਇਰ ਆਪਣੀ ਬੰਬਾਰੀ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਕਿ ਉਹ ਰਸ਼ੀਆ ਨੂੰ ਦਾ ਧਿਆਨ ਭੜਕਾ ਸਕੇ, ਠੀਕ ਹੈ। ਤੇ ਆਪਾਂ ਜਾਣਦੇ ਹਾਂ ਕਿ ਜੋ ਆਟੋਮਨ ਅੰਪਾਇਰ ਸੀਗੀ ਉਹ ਕਿਸ ਦਾ ਸਾਥ ਦੇ ਰਹੀ ਸੀਗੀ, ਠੀਕ ਹੈ ਜੀ, ਉਹ ਜਰਮਨ ਐਂਡ ਉਹਦਾ ਆਸਟਰੀਆ ਹੰਗਰੀ ਅੰਪਾਇਰ ਦਾ ਸਾਥ ਦੇ ਰਹੀ ਸੀਗੀ, ਠੀਕ ਹੈ ਜੀ। ਤਾਂ ਕੁਐਸਚਨ ਹੁੰਦਾ ਹੈ ਕਿ ਆਟੋਮਨ ਅੰਪਾਇਰ ਨੇ ਰਸ਼ੀਆ ਦੇ ਕਿਸ ਨੇਵਲ ਬੇਸ ਉੱਤੇ ਜਾਂ ਕਿਸ ਪੋਰਟ ਉੱਤੇ ਹਮਲਾ ਕੀਤਾ ਸੀ, ਤਾਂ ਉਹ ਕੀਤਾ ਸੀ ਸਵੈਸਟੋਪੋਲ ਨੇਵਲ ਬੇਸ ਐਂਡ ਓਡੀਸ਼ਾ ਪੋਰਟ ਦੇ ਉੱਤੇ ਇਸਨੇ ਅਟੈਕ ਕੀਤਾ ਸੀਗਾ ਆਟੋਮਨ ਅੰਪਾਇਰ ਨੇ। ਦੇਖੋ ਇਹਨਾਂ ਤਿੰਨ ਕਾਰਨਾਂ ਦੇ ਨਾਲ, ਦੇਖੋ ਇਹਨਾਂ ਤਿੰਨ ਇਵੈਂਟਸ ਦੇ ਨਾਲ ਆਪਾਂ ਜਾਣਦੇ ਹਾਂ ਕਿ ਜੋ ਵਾਰ ਹੈ ਉਹ ਲੈਂਡ ਦੇ ਉੱਤੇ ਪੂਰੀ ਤਰ੍ਹਾਂ, ਠੀਕ ਹੈ, ਹੈਵੀ ਹੋ ਗਈ ਸੀ। ਹੁਣ ਲੈਂਡ ਦੇ ਉੱਤੇ ਪੂਰੀ ਅੱਛੀ ਤਰ੍ਹਾਂ ਦੀ ਲੜਾਈ ਲੜੀ ਜਾਣ ਲੱਗੀ ਸੀਗੀ। ਬਟ
ਇਸ ਤੋਂ ਬਾਅਦ ਲੈਂਡ ਦੇ ਉੱਤੇ ਲੜਾਈ ਹੋ ਰਹੀ ਸੀ, ਬਟ ਇਸ ਤੋਂ ਬਾਅਦ ਜੋ ਲੜਾਈ ਦਾ ਰੁਖ ਹੋ ਗਿਆ ਸੀ ਉਹ ਕਿਸ ਤਰਫ ਵੀ ਸ਼ੁਰੂ ਹੋ ਗਿਆ ਸੀ, ਇਹ ਇੱਕ ਨੇਵਲ ਵਾਰ ਵੀ ਬਣ ਗਈ ਸੀ, ਮਤਲਬ ਕਿ ਇਹ ਇੱਕ ਸਮੁੰਦਰੀ ਲੜਾਈ ਵੀ ਸ਼ੁਰੂ ਹੋ ਗਈ ਸੀਗੀ। ਠੀਕ ਹੈ, ਜੋ ਸਮੁੰਦਰ ਦੇ ਵਿੱਚ ਇੱਕ ਦੂਜੇ ਦੀ ਸ਼ਿਪਸ ਵਗੈਰਾ ਸੀ ਉਸਨੂੰ ਖਤਮ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਠੀਕ ਹੈ ਸਿੰਕ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਡੁਬੋਇਆ ਜਾ ਰਿਹਾ ਸੀਗਾ। ਠੀਕ ਹੈ, ਇਸ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਉਹ ਜਰਮਨ ਦੀਆਂ ਯੂ ਬੋਟਸ ਵੱਲੋਂ ਨਿਭਾਈ ਜਾਂਦੀ ਹੈ। ਯੂ ਬੋਟਸ ਜਰਮਨ ਦੀਆਂ ਸਬਮਰੀਨ ਸੀ। ਠੀਕ ਹੈ, ਤੇ ਆਉਂਦਾ ਹੈ ਕਿ ਸਬਮਰੀਨ ਜੋ ਸਭ ਤੋਂ ਫਸਟ ਟਾਈਮ ਯੂਜ਼ ਹੋਈਆਂ ਸੀ ਉਹ ਵੀ ਯੂਜ਼ ਹੋਈਆਂ ਸੀਗੀਆਂ ਕਿਸ ਵਿੱਚ, ਵਰਲਡ ਵਾਰ 1 ਦੇ ਵਿੱਚ, ਤੇ ਕਿਸ ਨੇ ਯੂਜ਼ ਕੀਤੀਆਂ ਸੀ, ਜਰਮਨੀ ਨੇ ਯੂਜ਼ ਕੀਤੀਆਂ ਸੀਗੀਆਂ। ਤੇ ਇਹ ਜੋ ਜਰਮਨੀ ਦੀਆਂ ਯੂ ਬੋਟਸ ਸੀ ਇਹ ਅਟੈਕ ਕਰ ਰਹੀਆਂ ਸੀ ਅਲਾਈਡ ਸ਼ਿਪਸ ਦੇ ਉੱਤੇ। ਠੀਕ ਹੈ, ਜੋ ਅਲਾਈਡ ਪਾਵਰ ਸੀ ਰਸ਼ੀਆ, ਬ੍ਰਿਟੇਨ, ਠੀਕ ਹੈ ਜੀ, ਫਰਾਂਸ, ਇਹਨਾਂ ਦੀਆਂ ਸ਼ਿਪਸ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਸਿੰਕ ਕਰ ਰਹੀ ਸੀ ਸਮੁੰਦਰ ਦੇ ਵਿੱਚ। ਦੇਖੋ ਇਹ ਯੂ ਬੋਟਸ ਹੀ ਕਾਰਨ ਬਣੀਆਂ ਕਿਸ ਦਾ, USA ਦੀ ਐਂਟਰੀ ਦਾ ਵਰਲਡ ਵਾਰ 1 ਦੇ ਵਿੱਚ। ਠੀਕ ਹੈ, ਇਸ ਯੂ ਬੋਟਸ ਦੇ ਕਾਰਨ ਹੀ USA ਨੂੰ ਐਂਟਰ ਹੋਣਾ ਪਿਆ ਵਰਲਡ ਵਾਰ 1 ਦੇ ਵਿੱਚ। ਕਿਉਂ ਹੋਣਾ ਪਿਆ ਇਹ ਤੁਹਾਨੂੰ ਅੱਗੇ ਸਮਝ ਆਵੇਗਾ। ਦੇਖੋ ਇਹ ਸੀਗੇ ਯੂ ਬੋਟਸ, ਇਹ ਸੀਗੀ ਉਹ ਸਬਮਰੀਨ ਹੈ। ਠੀਕ ਹੈ ਜੀ, ਜਰਮਨ ਦੀ। ਦੇਖੋ ਜੋ ਇਹ ਸਬਮਰੀਨ ਸੀਗੀਆਂ, ਯੂ ਬੋਟਸ ਸੀਗੀਆਂ, ਇਹ ਕੀ ਕਰ ਰਹੀਆਂ ਸੀ, ਇਹ ਅਲਾਈਡ ਪਾਵਰਸ ਦੀਆਂ ਜੋ ਵੀ ਸ਼ਿਪਸ ਸੀਗੀਆਂ, ਠੀਕ ਹੈ, ਨੇਵਲ ਸ਼ਿਪਸ ਸੀਗੀਆਂ, ਉਹਨਾਂ ਦੇ ਉੱਪਰ ਅਟੈਕ ਕਰ ਰਹੀ ਸੀ, ਉਹਨਾਂ ਨੂੰ ਸਿੰਕ ਕਰ ਰਹੀ ਸੀ। ਬਟ ਇਹ ਇਸ ਅਟੈਕ ਦੇ ਵਿੱਚ ਕਰਦੇ ਹੁਣ ਜੋ ਇਸ ਦਾ ਸੀਗਾ ਕਿ ਇਹ ਇੰਨੀ ਕੁ ਜ਼ਿਆਦਾ, ਠੀਕ ਹੈ, ਖੁੱਲ੍ਹ ਮਿਲ ਚੁੱਕੀ ਸੀ ਜਰਮਨ ਨੂੰ ਕਿ ਹੁਣ ਜਰਮਨ ਜੋ ਇਹ ਚੀਜ਼ ਵੀ ਨਹੀਂ ਦੇਖ ਰਿਹਾ ਸੀ ਕਿ ਜਿਸ ਸ਼ਿਪ ਦੇ ਉੱਤੇ ਉਹ ਅਟੈਕ ਕਰ ਰਿਹਾ ਹੈ ਉਹ ਨੇਵਲ ਸ਼ਿਪ ਹੈ ਵੀ ਜਾਂ ਨਹੀਂ। ਤਾਂ ਉਸਨੇ ਨੇਵਲ ਸ਼ਿਪ ਦੇ ਨਾਲ ਸਿਵਿਲੀਅਨ ਸ਼ਿਪਸ ਦੇ ਉੱਤੇ ਵੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸਨੇ ਬਹੁਤ ਸਾਰੀਆਂ ਸਿਵਿਲੀਅਨ ਸ਼ਿਪਸ ਸੀਗੀਆਂ ਜੋ ਕਿ ਸਮੁੰਦਰ ਵਿੱਚ ਸਿੰਕ ਕਰ ਦਿੱਤੀਆਂ, ਤੇ ਉਹਨਾਂ ਵਿੱਚ ਹੀ ਇੱਕ ਸਿਵਿਲੀਅਨ ਸ਼ਿਪ ਸੀ ਜਿਸ ਦਾ ਨਾਮ ਕੀ ਹੈ, ਠੀਕ ਹੈ, ਲੁਸੀਤੇਨੀਆ ਇੱਕ ਸ਼ਿਪ ਸੀ USA ਦੀ। ਠੀਕ ਹੈ, USA ਦੀ, ਜਿਸ ਵਿੱਚ ਕਿ ਲਗਭਗ 1200 ਦੇ ਲਗਭਗ ਦੇਖੋ 1260 ਅਮਰੀਕਨ ਸੀਗੇ ਜੋ ਕਿ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀਗੇ, ਜਿਸ ਨੂੰ ਕਿ ਜਰਮਨ ਦੀ ਯੂ ਬੋਟਸ ਨੇ ਸਿੰਕ ਕਰ ਦਿੱਤਾ ਸੀਗਾ, ਡੁਬੋ ਕੇ। ਠੀਕ ਹੈ ਜੀ, ਡੁਬੋ ਦਿੱਤਾ ਸੀ ਸਮੁੰਦਰ ਵਿੱਚ, ਜਿਸ ਕਰਕੇ 1260 ਜੋ ਅਮਰੀਕਨ ਸੀਗੇ ਉਹ ਮਰ ਜਾਂਦੇ ਨੇ। ਤੇ ਇਹ ਉਸ ਟਾਈਮ ਦੀ ਜੋ ਨਿਊਯਾਰਕ ਟਾਈਮਸ ਦੀ ਇੱਕ ਕਟਿੰਗ ਹੈ ਜਿਸ ਦੇ ਨਾਲ ਆਪਾਂ ਨੂੰ ਸਾਰਾ ਪਤਾ ਲੱਗਦਾ ਹੈ। ਤਾਂ ਦੇਖੋ ਇਸ ਘਟਨਾ ਤੋਂ ਬਾਅਦ ਜੋ USA, ਠੀਕ ਹੈ ਜੀ, 1914, 15, 16 ਇਹ 3 ਸਾਲ ਦੇ ਵਿੱਚ ਹੀ ਵਰਲਡ ਵਾਰ ਤੋਂ ਪਿੱਛੇ ਰਿਹਾ ਕਿ ਅਸੀਂ ਵਰਲਡ ਵਾਰ ਨਹੀਂ ਕਰਨੀ, ਅਸੀਂ ਇਸ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਜੋ ਕਹਿ ਰਿਹਾ ਸੀ ਕਿ ਵਰਲਡ ਵਾਰ ਖਤਮ ਕਰ ਦਿਓ, ਉਹ ਐਟ ਲਾਸਟ ਵਰਲਡ ਵਾਰ ਦੇ ਵਿੱਚ ਐਂਟਰੀ ਕਰ ਜਾਂਦਾ ਹੈ। ਠੀਕ ਹੈ ਜੀ, 6 ਅਪ੍ਰੈਲ ਠੀਕ ਹੈ 1917 ਦੇ ਵਿੱਚ ਇਹ ਵਰਲਡ ਵਾਰ ਦੇ ਵਿੱਚ ਐਂਟਰੀ ਕਰ ਜਾਂਦਾ ਹੈ USA। ਹੁਣ ਆਪਾਂ ਪੜ੍ਹਨਾ ਹੈ ਐਂਟਰੀ ਆਫ USA। ਠੀਕ ਹੈ, ਐਂਟਰੀ ਜੋ US ਦੀ ਐਂਟਰੀ ਹੁੰਦੀ ਹੈ ਇਹ ਹੁੰਦੀ ਹੈ 6 ਅਪ੍ਰੈਲ 1917 ਦੇ ਵਿੱਚ। ਠੀਕ ਹੈ ਜੀ, ਤੇ ਇਸ ਤੋਂ ਪਹਿਲਾਂ ਜੋ USA ਸੀ ਉਹ ਇੱਕ ਤਰ੍ਹਾਂ ਦਾ ਨਿਊਟਰਲ ਸੀਗਾ। ਠੀਕ ਹੈ, ਇੱਕ ਨਿਊਟਰਲ ਸੀਗਾ, ਉਹ ਕਿਸੇ ਨਾਲ ਵੀ ਨਹੀਂ ਲੜਨਾ ਚਾਹੁੰਦਾ ਸੀ, ਉਹ ਨਾ ਹੀ ਬ੍ਰਿਟੇਨ ਦੀ ਸਾਈਡ ਦੇਣਾ ਚਾਹੁੰਦਾ ਸੀ, ਨਾ ਹੀ ਉਹ ਅਲਾਈਡ ਪਾਵਰ ਤੇ ਨਾ ਹੀ ਉਹ ਸੈਂਟਰਲ ਪਾਵਰ ਦੀ ਸਾਥ ਦੇਣਾ ਚਾਹੁੰਦਾ ਸੀ। ਬਟ ਉਹ ਕੀ ਕਰ ਰਿਹਾ ਸੀ, ਉਹ ਦੋਨੇ ਪਾਵਰਸ ਨੂੰ, ਦੋਨੇ ਸਾਈਡਸ ਨੂੰ ਕੀ ਸਪਲਾਈ ਕਰ ਰਿਹਾ ਸੀ, ਆਰਮਸ ਸਪਲਾਈ ਕਰ ਰਿਹਾ ਸੀ, ਹਥਿਆਰ ਸਪਲਾਈ ਕਰ ਰਿਹਾ ਸੀ, ਫੂਡ ਸਪਲਾਈ ਕਰ ਰਿਹਾ ਸੀ, ਹੋਰ ਵੀ ਜੋ ਵਾਰ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਸੀ ਉਹਨਾਂ ਨੂੰ ਸਪਲਾਈ ਕਰ ਰਿਹਾ ਸੀ। ਕਿਉਂਕਿ ਇਸ ਤਰ੍ਹਾਂ ਦੇਖੋ USA ਦੀ ਜੋ ਇਕਨੋਮੀ ਸੀ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਰਹੀ ਸੀਗੀ। ਠੀਕ ਹੈ, ਉਸਨੂੰ ਦੋਨੇ ਸਾਈਡ ਤੋਂ ਹੀ ਮੁਨਾਫਾ ਸੀਗਾ, ਉਹ ਜਿਸ ਸਾਈਡ ਵੀ ਹਥਿਆਰ ਜਾਂ ਫੂਡ ਕਮ ਘੱਟ ਹੁੰਦਾ ਉਹ ਉਸ ਸਾਈਡ ਉਸਨੂੰ ਸਪਲਾਈ ਕਰ ਦਿੰਦਾ ਸੀਗਾ। ਇਸ ਨਾਲ ਜੋ USA ਦੀ ਇਕਨੋਮੀ ਸੀ ਉਹ ਕੀ ਹੋ ਜਾਂਦੀ ਸੀ, ਦਿਨੋਂ ਦਿਨ ਸਟਰੋਂਗ ਹੁੰਦੀ ਜਾ ਰਹੀ ਸੀ। ਠੀਕ ਹੈ ਜੀ, ਬਟ ਜੋ ਜਰਮਨ ਦੇ ਇਸ ਇਵੈਂਟ ਦੇ ਨਾਲ ਜਦੋਂ ਉਸਦੀਆਂ ਯੂ ਬੋਟਸ ਨੇ ਜਦੋਂ ਸ਼ਿਪ ਨੂੰ, ਲੁਸੀਤੇਨੀਆ ਸ਼ਿਪ ਨੂੰ ਡੁਬੋਇਆ, ਉਸ ਤੋਂ ਬਾਅਦ ਕੀ ਸੀ, USA ਜੁਆਇਨ ਕਰ ਲੈਂਦਾ ਹੈ ਬ੍ਰਿਟਿਸ਼ ਨੂੰ ਉਸਦੇ ਵੈਸਟਰਨ ਫਰੰਟ ਦੇ ਉੱਤੇ। ਠੀਕ ਹੈ, ਬ੍ਰਿਟਿਸ਼ ਨੂੰ ਵੈਸਟਰਨ ਫਰੰਟ ਦੇ ਉੱਤੇ ਜੁਆਇਨ ਕਰਦਾ ਹੈ USA 6 ਅਪ੍ਰੈਲ 1917 ਨੂੰ। ਠੀਕ ਹੈ, ਤੇ ਇਸ ਤੋਂ ਬਾਅਦ ਵੁਡਰੋ ਵਿਲਸਨ ਨੇ, ਠੀਕ ਹੈ ਜੀ, 8 ਜਨਵਰੀ 1918 ਦੇ ਵਿੱਚ ਕੁਝ 14 ਪ੍ਰਿੰਸੀਪਲਸ ਦਿੱਤੇ ਸੀਗੇ। ਠੀਕ ਹੈ, ਕਿ ਅਸੀਂ ਕਿਸ ਕਾਰਨ ਇਹਨਾਂ 14 ਪ੍ਰਿੰਸੀਪਲਸ ਦੇ ਕਾਰਨ ਅਸੀਂ ਵਰਲਡ ਵਾਰ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ। ਸਾਡਾ ਇਹ 14 ਹੀ ਸਾਡੇ ਮੋਟਿਵਸ ਨੇ ਜੋ ਕਿ ਜਿਸ ਦੇ ਕਾਰਨ ਅਸੀਂ ਵਰਲਡ ਵਾਰ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ, ਤੇ ਇਹਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ, ਵਿਲਸਨਸ 14 ਪੁਆਇੰਟ। ਕੁਐਸਚਨ ਹੁੰਦਾ ਹੈ ਕਿ ਵੁਡਰੋ ਵਿਲਸਨ ਨੇ ਆਪਣੇ 14 ਪੁਆਇੰਟ ਕਦੋਂ ਦਿੱਤੇ ਸੀ, ਤੇ ਇਹ ਦਿੱਤੇ ਗਏ ਸੀਗੇ 8 ਜਨਵਰੀ 1918 ਦੇ ਵਿੱਚ। 8 ਜਨਵਰੀ 1918 ਦੇ ਵਿੱਚ ਵੁਡਰੋ ਵਿਲਸਨ ਨੇ ਆਪਣੇ 14 ਪੁਆਇੰਟਸ ਦਿੱਤੇ ਸੀ, ਜਿਸ ਨੂੰ ਵਿਲਸਨਸ 14 ਪੁਆਇੰਟਸ ਕਿਹਾ ਜਾਂਦਾ ਹੈ। ਦੇਖੋ ਇਹ ਨੇ ਉਹ 14 ਪੁਆਇੰਟਸ। ਅਗਰ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਨੋਟਬੁੱਕ ਤੇ, ਠੀਕ ਹੈ ਜੀ, ਰਾਈਟ ਕਰ ਲਿਓ। ਠੀਕ ਹੈ ਜੀ, ਇਸ ਨੂੰ ਤੁਸੀਂ ਯਾਦ ਕਰ ਸਕਦੇ ਹੋ। ਤੇ ਇਹਨਾਂ 14 ਪੁਆਇੰਟਸ ਦਾ ਜੋ ਮੇਨ ਮੋਟਿਵ ਸੀ ਉਹ ਕੀ ਸੀਗਾ, ਪੀਸ ਲੈ ਕੇ ਆਉਣਾ। ਠੀਕ ਹੈ, ਸ਼ਾਂਤੀ ਕਾਇਮ ਕਰਨਾ। ਠੀਕ ਹੈ ਜੀ, ਜੋ ਨੈਵੀਗੇਸ਼ਨ ਦੀ,
फ्रीडम ऑफ सी होनी चाहिए, मतलब कि एक जगह तो दूसरी जगह जाने की आज़ादी होएगी, किसी उत्ते कोई समुद्र दे विच कोई टैक्स नहीं लगेगा, ठीक है जी। उस तो इलावा यह की करना चाहते जो इन्होंने मेन मोटिव सी, यह एक एंड ऑफ इंपीरियलिज्म, जो साम्राजवाद सी उसका अंत करना चाहते थे, ठीक है। जो कलोनीवाद चलिया होया सीगा, हर देश अपने छोटी छोटी कलोनीज बना रहा सीगा, हर एक छोटे मोटे देश को अपने कब्जे में लेना चाहता सी, इसनूं खत्म करना वुडरो विल्सन के 14 पॉइंट्स दे विच एक इंपॉर्टेंट रोल है, ठीक है, एक इंपॉर्टेंट प्रिंसीपल सी। उस तो इलावा जो 14 पॉइंट है इंपॉर्टेंट, क्रिएशन ऑफ एन एसोसीएशन ऑफ नेशन, जिसनों आप अगे जाके की किस नाम नाल जानते हैं, लीग ऑफ नेशंस। लीग ऑफ नेशंस एक लीग बनाना, ठीक है, जिस जो कि अगे यह ध्यान रखेगी अगे वर्ल्ड दे विच फिर तो वर्ल्ड वॉर ना होवे, ठीक है। यह 14 प्रिंसीपल दिते गए सी वुडरो विल्सन के द्वारा। अगर तुसीं इसनूं याद करना चाहुंदे हो तो तुसीं इसनूं नोटबुक ते आपते नोट कर सकते हो, बट ये तुहाडे पेपर के पॉइंट ऑफ व्यू नाल ज़्यादा इंपॉर्टेंट नहीं है। देखो एक तरफ वर्ल्ड वॉर चल रही सी ते एक तरफ की स्टार्ट होंदी है रशियन रेवोल्यूशन, ठीक है। रशियन रेवोल्यूशन स्टार्ट हो जाती है, क्योंकि यह रशियन रेवोल्यूशन क्यों इंपॉर्टेंट है, क्योंकि रशियन रेवोल्यूशन के कारण ही, ठीक है, जर्मन दे नाल जो रशिया है अपनी पीस ट्रीटी साइन करता है, ठीक है। तो रशियन रेवोल्यूशन का जो टाइम पीरियड सी वो कितना सीगा, 8 मार्च, ठीक है, 8 मार्च 1917 तो लैके 16 जून, ठीक है, 16 जून 1923 तक, 8 मार्च 1917 तो लैके 16 जून 1923 तक रशियन रेवोल्यूशन चलती है, ठीक है। रशियन रेवोल्यूशन के विच 2 रेवोल्यूशन सीगियां जो 1917 के विच स्टार्ट हुई। एक का नाम सीगा फरवरी रेवोल्यूशन, एक का नाम से अक्तूबर रेवोल्यूशन। फरवरी रेवोल्यूशन के विच जो उस टाइम का रशिया के विच जार सीगा, ठीक है जी, उसका राजा सी, उसनूं उस ओवरथ्रोन किया गया सी, ठीक है। जार कौन सी, निकोलस II, ठीक है। निकोलस II नूं उसके तख्त तो ला दिता गया सीगा, ठीक है जी। ये किस विच होया सी, फरवरी रेवोल्यूशन दे विच होया सीगा। जो फरवरी रेवोल्यूशन का टाइम है यह है 8 मार्च 1917 तो लैके, ठीक है, 8 मार्च 1917 तो लैके 16 मार्च 1917 दे 16 मार्च 1917। देखो हुण क्वेश्चन अराइज होंदा कि सर तुसीं तां कह रहे हो कि फरवरी रेवोल्यूशन, बट जो इन्हां दी डेट है वो 8 मार्च तो स्टार्ट हो गए 16 मार्च तक। देखो ये क्यों है, क्योंकि जो आप 8 मार्च या 16 मार्च पढ़ रहे हैं ये है न्यू स्टाइल के कैलेंडर के हिसाब नाल, ठीक है। न्यू स्टाइल का जो कैलेंडर है, जो न्यू स्टाइल के कैलेंडर कौन है, किहड़ा है, ग्रीगोरियन कैलेंडर के हिसाब नाल। पर ग्रीगोरियन कैलेंडर नूं अडोप्ट करन तो पहला रशिया दे विच उसका एक अलग टाइप का ही कैलेंडर चलदा जिसनूं कहा जाता है जूलियन कैलेंडर, ठीक है। जो आपां ओल्ड स्टाइल के हिसाब नाल देखते हैं, जूलियन कैलेंडर के हिसाब नाल देखते हैं, तां जो इन्हां दी डेट है इस रेवोल्यूशन की वो है 23 फरवरी 1917 टू 3 मार्च 1917। यह ओल्ड स्टाइल के हिसाब नाल है जो जूलियन कैलेंडर के हिसाब नाल, बट जो पेपर के आती है वो न्यू स्टाइल ग्रीगोरियन कैलेंडर के हिसाब नाल आती है, तो वो कितनी है 8 मार्च 1917 तो लैके 16 मार्च 1917। देखो इसके बारे में डिटेल च पढ़ांगे जब आप रशियन रेवोल्यूशन करांगे। अगर मैं उरे डिटेल च पढ़ाउण लग गया तो यह वीडियो बहुत लंबी चली जाएगी। दूसरी जो रेवोल्यूशन होती है उसका नाम है अक्तूबर रेवोल्यूशन, ठीक है जी। अक्तूबर रेवोल्यूशन ये जो ये कदों होंदी है, ये होंदी है 7 नवंबर 1917 तो लैके, ठीक है, स्टार्ट होंदी है तो 25 अक्तूबर 1917 तक ये चलती है, ठीक है। ये भी जो डेट है, ठीक है जी, सॉरी इसमें थोड़ी जी एक गलती हो गई, जो इसकी डेट है वो कितनी है 7 नवंबर 1917। ये है न्यू स्टाइल के हिसाब नाल, ये है न्यू स्टाइल के हिसाब नाल। जो 25 अक्टूबर 1917 है ये है ओल्ड स्टाइल के हिसाब नाल, मतलब कि जूलियन कैलेंडर के हिसाब नाल। इस कारण ही इसनूं की कहा जाता है अक्टूबर रेवोल्यूशन भी कहा जाता है, क्योंकि 25 अक्तूबर 1917 स्टार्ट हुई सी ओल्ड स्टाइल के हिसाब नाल, ठीक है जी, ठीक है जी। तो तुहानूं समझ आ गई फरवरी रेवोल्यूशन क्यों कहा जाता है, अक्टूबर रेवोल्यूशन क्यों कहा जाता है, ठीक है। देखो इन्हां रेवोल्यूशनस तो बाद फरवरी रेवोल्यूशन के विच की हुंदा है, जार नूं उसदे थ्रोन तो ला दिता जाता है, ठीक है, ओवरथ्रोन कर दिता जाता है। तो अक्टूबर रेवोल्यूशन के विच जो एंट्री हुंदी है वो किन्हां दी हुंदी है, एंट्री हुंदी है बॉसविक की, ठीक है। बॉसविक्स की एंट्री हुंदी है, जिसका एक इंपॉर्टेंट जो लीडर सी वो कौन सी, व्लादिमीर लेनिन। व्लादिमीर लेनिन इज द इंपॉर्टेंट लीडर सीगा, ठीक है जी। और व्लादिमीर लेनिन की एंट्री के नाल व्लादिमीर लेनिन की कहता है कि असी वर्ल्ड वॉर के विच पार्टिसिपेट नहीं करना, असी लड़ाई नहीं लड़नी। तो वो की कहता है जर्मनी नूं कि आपां एक पीस एग्रीमेंट साइन करते हैं, ठीक है। तो व्लादिमीर लेनिन जर्मनी के नाल पीस एग्रीमेंट साइन करता है। इस एग्रीमेंट को किस नाम नाल जाना जाता है, ट्रीटी ऑफ पीस के नाम नाल जाना जाता है, या फिर ट्रीटी ऑफ ब्रेस्ट
ਨੀਟੋ ਬਾਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਮੇਰੀ ਪ੍ਰੋਨਾਂਸੀਏਸ਼ਨ ਥੋੜੀ ਜਿਹੀ ਗਲਤ ਹੋ ਸਕਦੀ ਹੈ, ਤੁਸੀਂ ਇਸ ਨੂੰ ਸਮਝ ਲੈਣਾ, ਠੀਕ ਹੈ। ਤਾਂ ਕੁਐਸਚਨ ਹੁੰਦਾ ਹੈ ਕਿ ਟ੍ਰੀਟੀ ਆਫ ਪੀਸ ਹੈ ਉਹ ਕਿਸ ਨੇ ਜਰਮਨੀ ਦੇ ਨਾਲ ਸਾਈਨ ਕੀਤਾ ਸੀ? ਇਟ ਵਾਸ ਸਾਈਨਡ ਬਾय ਰਸ਼ੀਆ ਨੇ ਇਸ ਨੂੰ ਸਾਈਨ ਕੀਤਾ ਸੀਗਾ, ਠੀਕ ਹੈ। ਇਹ ਕਦੋਂ ਸਾਈਨ ਕੀਤਾ ਗਿਆ ਸੀ? ਇਹ 3 ਮਾਰਚ 1918 ਦੇ ਵਿੱਚ ਸਾਈਨ ਕੀਤਾ ਗਿਆ ਸੀਗਾ। ਤਾਂ ਹੁਣ ਇਸ ਟ੍ਰੀਟੀ ਦੇ ਸਾਈਨ ਹੋਣ ਨਾਲ ਕੀ ਹੁੰਦਾ ਹੈ ਕਿ ਇੱਕ ਤਰਫ ਜੋ ਈਸਟਰਨ ਫਰੰਟ ਦੇ ਉੱਤੇ ਵਾਰ ਸੀਗੀ ਉਹ ਕੀ ਹੋ ਜਾਂਦੀ ਹੈ? ਐਂਡ ਹੋ ਜਾਂਦੀ ਹੈ, ਠੀਕ ਹੈ। ਈਸਟਰਨ ਫਰੰਟ ਦੇ ਉੱਤੇ ਵਾਰ ਖਤਮ ਹੋ ਜਾਂਦੀ ਹੈ। ਦੇਖੋ ਉਹ ਤੁਹਾਨੂੰ ਸਮਝ ਆ ਜਾਏਗਾ। ਤਾਂ ਇਹ ਹੈ ਜਰਮਨੀ ਦਾ ਈਸਟਰਨ ਫਰੰਟ। ਟ੍ਰੀਟੀ ਆਫ ਪੀਸ ਦੇ ਸਾਈਨ ਹੋਣ ਦੇ ਨਾਲ ਇਸ ਜਗ੍ਹਾ ਤੇ ਜੋ ਸੀ ਵਾਰ ਖਤਮ ਹੋ ਜਾਂਦੀ ਹੈ, ਠੀਕ ਹੈ ਜੀ। ਤੇ ਇਸ ਜਗ੍ਹਾ ਤੇ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਕਿ ਟ੍ਰੈਂਚ ਵਾਰ ਚੱਲ ਰਹੀ ਹੈ, ਜਿਸ ਕਰਕੇ ਕੌਣ ਸੀ ਕੰਡੀਸ਼ਨ ਹੋ ਚੁੱਕੀ ਹੈ? ਸਟੇਲਮੇਟ ਦੀ ਕੰਡੀਸ਼ਨ, ਮਤਲਬ ਕਿ ਟਾਈ ਅਪ ਹੋ ਚੁੱਕਿਆ ਹੈ। ਨਾ ਹੀ ਫ੍ਰੈਂਚ ਆਰਮੀ ਅੱਗੇ ਵੱਧ ਸਕਦੀ ਹੈ, ਨਾ ਹੀ ਜਰਮਨ ਆਰਮੀ। ਤਾਂ ਇਸ ਦੇ ਨਾਲ ਜਰਮਨ ਕੀ ਕਹਿੰਦਾ ਹੈ ਕਿ ਇਹ ਸਭ ਹੁਣ ਜਰਮਨ ਨੂੰ ਇੱਕ ਓਵਰ ਕੌਨਫੀਡੈਂਸ ਹੋ ਜਾਂਦਾ ਹੈ ਕਿ ਹੁਣ ਫਰਾਂਸ ਹੈ, ਠੀਕ ਹੈ ਜੀ। ਤੇ ਅਬ ਕੀ ਹੁੰਦਾ ਹੈ ਕਿ ਇੱਕ ਤਰ੍ਹਾਂ ਤੋਂ ਈਸਟਰਨ ਫਰੰਟ ਤੋਂ ਜੋ ਸੀ ਰਸ਼ੀਅਨ ਜੋ ਵਾਰ ਸੀ ਉਹ ਖਤਮ ਹੋ ਜਾਂਦੀ ਹੈ, ਠੀਕ ਹੈ। ਟ੍ਰੀਟੀ ਆਫ ਪੀਸ ਦੇ ਕਾਰਨ ਫ੍ਰੈਂਚ ਦੇ ਇਸ ਤਰਫ ਸਟੇਲਮੇਟ ਦੀ ਕੰਡੀਸ਼ਨ ਕਾਰਨ ਫਰਾਂਸ ਤੇ ਜਰਮਨੀ ਵਿਚਾਲੇ ਵੀ ਵਾਰ ਇੱਕ ਤਰ੍ਹਾਂ ਨਾਲ ਰੁਕ ਜਾਂਦੀ ਹੈ। ਤਾਂ ਹੁਣ ਜਰਮਨੀ ਨੂੰ ਇੱਕ ਓਵਰ ਕੌਨਫੀਡੈਂਸ ਹੋ ਗਿਆ ਸੀ ਕਿ ਉਸ ਇੱਕ ਵਾਰ ਫਰਾਂਸ ਵਿੱਚ ਵੀ ਜਿਹੜੀ ਲੜਾਈ ਇੱਕ ਤਰ੍ਹਾਂ ਰੁਕ ਚੁੱਕੀ ਹੈ, ਈਸਟਰਨ ਫਰੰਟ ਦੇ ਉੱਤੇ ਵੀ ਲੜਾਈ ਰੁਕ ਚੁੱਕੀ ਹੈ। ਤਾਂ ਓਨਲੀ ਇੱਕ ਦੇਸ਼ ਰਹਿ ਗਿਆ ਜਿਸ ਤੋਂ ਉਸਨੇ ਲੜਾਈ ਜਿੱਤਣੀ ਸੀ, ਯੂਨਾਈਟਿਡ ਕਿੰਗਡਮ। ਤਾਂ ਹੁਣ ਜਰਮਨੀ ਦਾ ਓਵਰ ਕੌਨਫੀਡੈਂਸ ਕੀ ਸੀ ਕਿ ਉਹ ਯੂਨਾਈਟਿਡ ਕਿੰਗਡਮ ਨੂੰ ਤਾਂ ਆਰਾਮ ਨਾਲ ਹਰਾ ਦੇਵੇਗਾ। ਬਟ ਉਸਦੀ ਜੋ ਉਸਨੇ ਇੱਕ ਗਲਤੀ ਕੀਤੀ ਸੀ, ਠੀਕ ਹੈ, USA ਦੀ ਜੋ ਸ਼ਿਪ ਸੀ ਉਸਨੂੰ ਸਿੰਕ ਕਰਨ ਦੀ, ਉਸਦੇ ਕਾਰਨ USA ਜੋ ਹੈ ਉਹ ਯੂਨਾਈਟਿਡ ਕਿੰਗਡਮ ਨੂੰ ਵੈਸਟਰਨ ਫਰੰਟ ਦੇ ਉੱਤੇ ਜੁਆਇਨ ਕਰਦਾ ਹੈ। ਤੇ ਜਿਸ ਦੇ ਕਾਰਨ ਹਰ ਰੋਜ਼ ਘੱਟ ਤੋਂ ਘੱਟ 10,000 ਜੋ USA ਸੈਨਿਕ ਸੀ ਉਹ ਪਾਰਟਿਸਿਪੇਟ ਕਰ ਰਹੇ ਸੀਗੇ ਵਾਰ ਦੇ ਵਿੱਚ, ਠੀਕ ਹੈ ਜੀ। ਨੈਕਸਟ ਦੇਖੋ ਹੁਣ ਆਪਾਂ ਡਿਸਕਸ ਕਰਨਾ ਹੈ ਕਿ ਉਹ ਸਾਰੇ ਇਵੈਂਟ ਜੋ 1918 ਦੇ ਵਿੱਚ ਹੁੰਦੇ ਨੇ ਜਿਸ ਦੇ ਕਾਰਨ ਵਾਰ ਦਾ ਐਂਡ ਹੁੰਦਾ ਹੈ, ਠੀਕ ਹੈ। ਆਪਾਂ ਦੇਖੋ ਪੜ੍ਹ ਚੁੱਕੇ ਹਾਂ ਕਿ ਜੋ ਫ੍ਰੈਂਚ ਤੇ ਜਰਮਨੀ ਦੇ ਵਿਚਕਾਰ ਤਾਂ ਸਟੇਲਮੇਟ ਦੀ ਕੰਡੀਸ਼ਨ ਹੋ ਗਈ ਸੀ, ਟਾਈ ਅਪ ਹੋ ਗਿਆ ਸੀਗਾ, ਕੋਈ ਵੀ ਸੈਨਾ ਅੱਗੇ ਨਹੀਂ ਵਧ ਰਹੀ ਸੀਗੀ। ਰਸ਼ੀਆ ਦੇ ਨਾਲ ਟ੍ਰੀਟੀ ਆਫ ਪੀਸ ਹੋ ਚੁੱਕੀ ਸੀਗੀ। ਤਾਂ ਹੁਣ ਰਹਿ ਗਿਆ ਸੀ ਓਨਲੀ, ਠੀਕ ਹੈ, ਯੂਨਾਈਟਿਡ ਕਿੰਗਡਮ। ਤਾਂ ਯੂਨਾਈਟਿਡ ਕਿੰਗਡਮ ਦੇ ਨਾਲ ਜੋ ਅਲਾਈਡ ਆਰਮੀ ਸੀ, ਠੀਕ ਹੈ, ਯੂਨਾਈਟਿਡ ਕਿੰਗਡਮ ਦੀ ਅਲਾਈਡ ਆਰਮੀ, ਉਹਨਾਂ ਨੇ ਜੋ ਆਪਣਾ ਅਟੈਕ ਕੰਟੀਨਿਊ ਰੱਖਿਆ, ਥੋੜਾ ਜਿਹਾ ਹੋਰ ਵੀ ਪਾਵਰਫੁਲ ਅਟੈਕ ਕਿਸ ਜਗ੍ਹਾ ਤੋਂ? ਬਾਲਕਨਸ, ਇਟਲੀ, ਕਿਉਂਕਿ ਆਪਾਂ ਜਾਣਦੇ ਕਿ ਇਟਲੀ ਵੀ ਕਿਸ ਦਾ ਸਾਥ ਦੇ ਰਿਹਾ ਸੀਗਾ, ਠੀਕ ਹੈ ਜੀ, ਆਪਣਾ ਅਲਾਈਡ ਪਾਵਰਸ ਦਾ ਸਾਥ ਦੇ ਰਿਹਾ ਸੀ। ਬਾਲਕਨ ਸੀ ਜੋ ਉਹ ਆਸਟਰੀਅਨ ਹੰਗਰੀ ਅੰਪਾਇਰ ਤੇ ਆਟੋਮਨ ਅੰਪਾਇਰ ਤੋਂ ਆਜ਼ਾਦ ਹੋਣਾ ਚਾਹੁੰਦੀ ਸੀ, ਤਾਂ ਇਹਨਾਂ ਨੇ ਵੀ ਅਲਾਈਡ ਆਰਮੀਜ਼ ਦਾ ਸਾਥ ਦਿੱਤਾ। ਤੇ ਉਸ ਤੋਂ ਬਾਅਦ ਮਿਡਲ ਈਸਟ, ਇਸ ਜਗ੍ਹਾ ਤੋਂ ਵੀ ਜੋ ਸੈਂਟਰਲ ਪਾਵਰਸ ਦੇ ਉੱਤੇ ਲਗਾਤਾਰ ਅਟੈਕ ਹੁੰਦੇ ਜਾ ਰਹੇ ਸੀਗੇ। ਦੇਖੋ ਇਹ ਮੈਪ ਦੇ ਨਾਲ ਸਾਨੂੰ ਸਮਝ ਆ ਜਾਏਗਾ। ਦੇਖੋ ਆਪਣੇ ਲਾਸਟ ਲੈਕਚਰ ਵਿੱਚ ਪੜ੍ਹਿਆ ਸੀ ਕਿ ਇਹ ਜੋ ਲੈਕਚਰ, ਠੀਕ ਹੈ ਜੀ, ਇਹ ਜੋ ਸਟੇਟਸ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਬਾਲਕਨ ਸਟੇਟਸ ਕਿਹਾ ਜਾਂਦਾ ਹੈ, ਠੀਕ ਹੈ। ਇੱਕ ਤਾਂ ਅਟੈਕ ਉਰੋਂ ਹੋ ਰਿਹਾ ਸੀ, ਦੂਸਰਾ ਅਟੈਕ ਹੋ ਰਿਹਾ ਸੀ ਇਟਲੀ ਤੋਂ। ਦੇਖੋ ਇਹ ਅਟੈਕ ਕਰ ਰਿਹਾ ਸੀਗਾ, ਠੀਕ ਹੈ ਜੀ, ਆਸਟਰੀਅਨ ਹੰਗਰੀ ਅੰਪਾਇਰ ਦੇ ਉੱਤੇ। ਇਟਲੀ ਅਟੈਕ ਕਰ ਰਿਹਾ ਸੀ ਆਸਟਰੀਅਨ ਹੰਗਰੀ ਅੰਪਾਇਰ ਤੇ। ਜਰਮਨ ਉੱਤੇ ਯੂਨਾਈਟਿਡ ਕਿੰਗਡਮ ਐਂਡ USA ਅਟੈਕ ਕਰ ਰਹੇ ਸੀ। ਤੇ ਆਟੋਮਨ ਅੰਪਾਇਰ ਦੇ ਉੱਤੋਂ ਨੀਚੋਂ ਇਸ ਜਗ੍ਹਾ, ਇਸ ਨੂੰ ਕਿਹਾ ਜਾਂਦਾ ਹੈ ਮਿਡਲ ਈਸਟ, ਇਸ ਜਗ੍ਹਾ ਤੋਂ ਕੰਟੀਨਿਊ ਅਟੈਕ ਹੋ ਰਿਹਾ ਸੀਗਾ, ਠੀਕ ਹੈ। ਇਹਨਾਂ ਅਟੈਕਸ ਦੇ ਨਾਲ ਕੀ ਹੁੰਦਾ ਹੈ? ਸੈਂਟਰਲ ਆਰਮੀ ਜੋ ਸੈਂਟਰਲ ਪਾਵਰ ਹੈ ਉਹ ਹੌਲੀ ਹੌਲੀ ਕਮਜ਼ੋਰ ਹੁੰਦੀ ਜਾਂਦੀ ਹੈ, ਠੀਕ ਹੈ ਜੀ, ਤੇ ਹੌਲੀ ਹੌਲੀ ਵਾਰ ਤੋਂ ਪਿੱਛੇ ਹਟਣ ਲੱਗ ਜਾਂਦੀ ਹੈ। ਤਾਂ ਇਸ ਦੇ ਨਾਲ ਦੇਖੋ ਔਨ ਦਾ ਵੈਸਟਰਨ ਫਰੰਟ ਆਪਾਂ ਪੜ੍ਹ ਚੁੱਕੇ ਹਾਂ ਕਿ USA ਆਰਮੀ ਦੇ ਟਰੂਪ ਸੀ ਉਹ, ਠੀਕ ਹੈ, ਬ੍ਰਿਟੇਨ ਦਾ ਹੈਲਪ ਕਰ ਰਹੇ ਸੀ ਜਰਮਨ ਆਰਮੀ ਨੂੰ ਡਿਫੀਟ ਕਰਨ ਦੇ। ਤਾਂ ਐਂਡ ਦੇ ਵਿੱਚ ਕੀ ਹੁੰਦਾ ਹੈ? ਐਟ ਲਾਸਟ 11 ਨਵੰਬਰ 1918 ਦੇ ਵਿੱਚ ਜਰਮਨ ਜੋ ਹੈ ਸਾਈਨ ਕਰਦਾ ਹੈ ਠੀਕ ਹੈ, ਯੁੱਧ ਰੋਕੋ ਟ੍ਰੀਟੀ ਦੇ ਉੱਤੇ। ਯੁੱਧ ਰੋਕੋ ਟ੍ਰੀਟੀ ਦੇ ਉੱਤੇ ਉਹ ਸਾਈਨ ਕਰ ਦਿੰਦਾ ਹੈ ਤੇ 11 ਨਵੰਬਰ 1918 ਨੂੰ ਜੋ ਵਾਰ ਹੈ ਉਸਦਾ ਐਂਡ ਹੋ ਜਾਂਦਾ ਹੈ। ਤੇ ਇਹ 11 ਵਜੇ ਜੋ 11 AM ਸਾਈਨ ਕੀਤੇ ਜਾਂਦੇ ਨੇ ਜਰਮਨੀ ਵੱਲੋਂ, ਠੀਕ ਹੈ, ਆਰਮਸਟਿਕ, ਮਤਲਬ ਕਿ ਯੁੱਧ ਰੋਕੋ ਟ੍ਰੀਟੀ ਦੇ ਉੱਤੇ ਇਸ ਨੂੰ ਸਾਈਨ ਕਰਦਾ ਹੈ ਜਰਮਨ। ਤਾਂ ਇਸ ਤਰ੍ਹਾਂ 11 ਨਵੰਬਰ 1918 ਦੇ ਵਿੱਚ ਵਰਲਡ ਵਾਰ 1 ਜੋ ਹੈ ਉਹ ਐਂਡ ਹੋ ਜਾਂਦੀ ਹੈ, ਠੀਕ ਹੈ ਜੀ। ਇਹ ਸੀ ਸਾਰੇ ਇਵੈਂਟ ਜੋ ਵਰਲਡ ਵਾਰ 1 ਦੇ ਵਿੱਚ ਹੋਏ ਸੀਗੇ, ਠੀਕ ਹੈ। ਇਸ ਨੂੰ ਤੁਸੀਂ ਦੇਖੋ ਧਿਆਨ ਨਾਲ ਯਾਦ ਰੱਖਣਾ ਹੈ ਕਿਉਂਕਿ ਵਰਲਡ ਵਾਰ ਜੋ ਤੁਹਾਡੇ PCS ਜਾਂ PPSC ਮਾਸਟਰ ਕੈਡਰ ਇਹਨਾਂ ਪੇਪਰਸ ਦੇ ਲਈ ਮੋਸਟ ਇੰਪੋਰਟੈਂਟ ਹੈ। ਇਸ ਵਾਰ ਤੋਂ ਬਾਅਦ ਜੋ ਵਾਰ ਦੇ ਐਂਡ ਤੋਂ ਬਾਅਦ ਇੱਕ ਟ੍ਰੀਟੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਟ੍ਰੀਟੀ ਆਫ ਵਰਸਾਲੇ, ਠੀਕ ਹੈ, ਟ੍ਰੀਟੀ ਆਫ ਵਰਸਾਲੇ। ਇਹ ਸਾਈਨ ਹੁੰਦੀ ਹੈ 28 ਜੂਨ 1919 ਦੇ ਵਿੱਚ। 28 ਜੂਨ 1919 ਦੇ ਵਿੱਚ ਇਹ ਟ੍ਰੀਟੀ ਸਾਈਨ ਕੀਤੀ ਜਾਂਦੀ ਹੈ ਤੇ ਇਹ ਸਾਈਨ ਹੁੰਦੀ ਹੈ ਪੈਲੇਸ ਆਫ ਵਰਸਾਲੇ ਦੇ ਵਿੱਚ ਜੋ ਕਿ ਪੈਰਿਸ ਦੇ ਵਿੱਚ ਹੈ, ਠੀਕ ਹੈ। ਪੈਲੇਸ ਆਫ ਵਰਸਾਲੇ ਦੇ ਵਿੱਚ ਜੋ ਕਿ ਪੈਰਿਸ ਦੇ ਵਿੱਚ ਹੈ, ਇਸ ਜਗ੍ਹਾ ਤੇ ਇਹ ਟ੍ਰੀਟੀ ਸਾਈਨ ਕੀਤੀ ਜਾਂਦੀ ਹੈ। ਦੇਖੋ ਇਸ ਟ੍ਰੀਟੀ ਨੂੰ ਸਾਈਨ ਕਰਨ ਤੋਂ ਪਹਿਲਾਂ 6 ਮੰਥ ਲੱਗਦੇ ਨੇ, ਠੀਕ ਹੈ। ਜੋ ਨੈਗੋਸ਼ੀਏਸ਼ਨ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਠੀਕ ਹੈ ਜੀ, ਕਿ ਆਪਾਂ ਹੁਣ ਜੋ ਸੈਂਟਰਲ ਪਾਵਰ ਸੀ ਉਹਨਾਂ ਨੂੰ ਕੀ ਸਜ਼ਾ ਦੇਣੀ ਹੈ, ਉਹਨਾਂ ਦੇ ਕੀ ਫਾਈਨ ਵਗੈਰਾ ਲਾਉਣੇ ਹੈ। ਮੇਨ ਗੱਲ ਕਿ ਜੋ ਗਿਲਟ ਆਫ ਵਾਰ ਹੈ, ਠੀਕ ਹੈ ਜੀ, ਜੋ ਵਾਰ ਹੋਣ ਦਾ ਮੇਨ ਕਾਰਨ, ਜੋ ਮੇਨ
ਜੋ ਆਪਾਂ ਨੇ ਦੱਸਣਾ ਹੈ ਕਿ ਕਿਸ ਦੇ ਕਾਰਨ ਵਾਰ ਹੋਈ ਹੈ, ਕਿਸ ਤੇ ਸਾਰਾ ਬਲੇਮ ਪਾਉਣਾ ਹੈ, ਇਸ ਸਾਰੀ ਗੱਲ ਨੂੰ 6 ਮੰਥ ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ। ਤੇ ਜੋ ਇਸ ਦੇ ਵਿੱਚ ਮੇਨ ਗੱਲ ਕਹੀ ਗਈ ਕਿ ਜੋ ਗਿਲਟ ਆਫ ਵਾਰ ਹੈ, ਕਿ ਵਾਰ ਦਾ ਜੋ ਮੇਨ ਕਾਰਨ ਹੈ ਜਿਸ ਦੇ ਕਾਰਨ ਵਾਰ ਹੋਈ ਹੈ, ਉਹ ਸਾਰਾ ਗਿਲਟ ਕਿਸ ਤੇ ਪਾ ਦਿੱਤਾ ਜਾਂਦਾ ਹੈ, ਜਰਮਨ ਦੇ ਉੱਤੇ ਪਾ ਦਿੱਤਾ ਜਾਂਦਾ ਹੈ। ਠੀਕ ਹੈ, ਦੇਖੋ ਮੇਨਲੀ ਜੋ ਵਾਰ ਹੈ ਓਨਲੀ ਜਰਮਨੀ ਦੇ ਕਾਰਨ ਨਹੀਂ ਹੋਈ। ਠੀਕ ਹੈ, ਵਾਰ ਦੇ ਵਿੱਚ ਆਪਾਂ ਪਤਾ ਹੈ ਕਿ ਰਸ਼ੀਆ ਵੀ ਚਾਹੁੰਦਾ ਸੀ ਕਿ ਵਾਰ ਹੋਵੇ। ਠੀਕ ਹੈ, ਫਰਾਂਸ ਵੀ ਆ ਗਿਆ ਉਸ ਟ੍ਰੀਟੀ ਦੇ ਅੰਡਰ, ਜੋ ਛੋਟੀ ਛੋਟੀ ਟ੍ਰੀਟੀਜ਼ ਹੋਈਆਂ ਸੀਗੀਆਂ। ਬ੍ਰਿਟੇਨ ਨੇ ਵੀ ਹਮਲਾ ਕੀਤਾ, ਆਟੋਮਨ ਅੰਪਾਇਰ, ਆਸਟਰੀਅਨ ਹੰਗਰੀ ਅੰਪਾਇਰ, ਇਹਨਾਂ ਸਾਰਿਆਂ ਨੇ ਜੋ ਅੰਪਾਇਰ ਸੀ ਉਹ ਚਾਹੁੰਦੀਆਂ ਸੀ ਕਿ ਵਾਰ ਹੋਵੇ ਤੇ ਅਸੀਂ ਜੋ ਇਲਾਕੇ ਨੇ ਜ਼ਿਆਦਾ ਤੋਂ ਜ਼ਿਆਦਾ ਆਪਦੇ ਕਬਜ਼ੇ ਵਿੱਚ ਕਰੀਏ। ਤਾਂ ਬਟ ਇਹਨਾਂ ਨੇ ਜੋ ਮੇਨਲੀ ਹੈ ਜੋ ਵਾਰ ਹੈ ਦਾ ਜੋ ਸਾਰਾ ਗਿਲਟ ਹੈ ਉਹ ਸਾਰਾ ਬਲੇਮ ਕਿਸ ਦੇ ਉੱਪਰ ਪਾਇਆ, ਜਰਮਨੀ ਦੇ ਉੱਪਰ, ਕਿਉਂਕਿ ਉਸ ਵਕਤ ਬ੍ਰਿਟੇਨ ਐਂਡ ਜਰਮਨੀ ਹੀ ਓਨਲੀ ਦੋਨੋਂ ਪਾਵਰ ਸੀਗੀਆਂ ਜੋ ਮੋਸਟ ਪਾਵਰਫੁਲ ਸੀਗੀਆਂ। ਠੀਕ ਹੈ, ਤੇ ਜਰਮਨੀ ਜਿੱਤ ਚੁੱਕਿਆ ਸੀ ਤਾਂ ਜਰਮਨੀ ਨੇ ਜੋ ਸਾਰਾ ਬਲੇਮ ਹੈ ਉਹ ਆਪਣੀ ਓਪੋਜੀਸ਼ਨ ਬ੍ਰਿਟੇਨ ਜਿੱਤ ਚੁੱਕਿਆ ਸੀ ਤੇ ਉਸਨੇ ਜੋ ਆਪਣਾ ਸਾਰਾ ਬਲੇਮ ਹੈ ਉਹ ਕਿਸ ਦੇ ਉੱਤੇ ਪਾ ਦਿੱਤਾ, ਵਾਰ ਦਾ ਜਰਮਨੀ ਦੇ ਉੱਪਰ ਪਾ ਦਿੱਤਾ ਸੀਗਾ। ਠੀਕ ਹੈ, ਤੇ ਇਸ ਦੇ ਨਾਲ ਜੋ ਕੀਤਾ ਗਿਆ, ਜੋ ਬਾਰਡਰ ਸੀਗੇ ਸੈਂਟਰਲ ਪਾਵਰ ਦੇ, ਇਸ ਦੇ ਨਾਲ ਈਸਟਰਨ ਯੂਰਪ ਦੇ, ਠੀਕ ਹੈ, ਅਫਰੀਕਨ ਕਲੋਨੀਜ਼ ਦੇ, ਮਿਡਲ ਈਸਟ ਦੇ, ਉਹਨਾਂ ਨੂੰ ਦੁਬਾਰਾ ਰੀਡਰਾਅ ਕੀਤਾ ਗਿਆ। ਮਤਲਬ ਕਿ ਹੋਰ ਜੋ ਕਲੋਨੀਜ਼ ਵਗੈਰਾ ਸੀ ਉਹ ਏਰੀਆ ਸੀਗਾ ਉਹ ਫਰਾਂਸ, ਬ੍ਰਿਟੇਨ, ਇਹਨਾਂ ਨੇ ਆਪਸ ਦੇ ਵਿੱਚ ਡਿਵਾਈਡ ਕਰ ਲਿਆ, ਆਪਣੇ ਵਿੱਚ ਵੰਡ ਲਿਆ। ਬਟ USA ਨੇ ਕੋਈ ਵੀ ਕਲੋਨੀ ਨਹੀਂ ਲਈ, ਕਿਉਂਕਿ USA ਪਹਿਲਾਂ ਤੋਂ ਹੀ ਕਲੋਨਾਈਜੇਸ਼ਨ ਦੇ ਖਿਲਾਫ ਸੀਗਾ। ਉਹ ਇਸ ਸੀਗਾ ਸਾਮਰਾਜਵਾਦ ਦੇ ਵਿੱਚ ਬਿਲੀਵ ਨਹੀਂ ਰੱਖਦਾ ਸੀਗਾ USA। ਦੇਖੋ ਇਸ ਦੇ ਵਿੱਚ ਕੀ ਕੀਤਾ ਹੈ ਕਿ ਜਰਮਨੀ ਦੇ ਉੱਤੇ ਇੱਕ ਬਹੁਤ ਸਾਰਾ, ਠੀਕ ਹੈ, ਬਹੁਤ ਹੈਵੀ ਜੋ ਫਾਈਨ ਲਾਇਆ ਗਿਆ। ਕਿਹਾ ਜਾਂਦਾ ਹੈ ਕਿ $33 ਬਿਲੀਅਨ ਦੇ ਲਗਭਗ ਜੋ USA ਡਾਲਰ ਸੀ ਉਹ ਫਾਈਨ ਲਗਾਇਆ ਗਿਆ ਸੀਗਾ। ਠੀਕ ਹੈ ਜੀ, ਜਰਮਨੀ ਦੇ ਉੱਤੇ, ਜੋ ਕਿ ਜਰਮਨੀ ਨੇ 2010 ਦੇ ਵਿੱਚ ਆ ਕੇ ਪੂਰਾ ਭਰਿਆ ਹੈ। ਠੀਕ ਹੈ, 2010 ਦੇ ਵਿੱਚ ਆ ਕੇ ਜਰਮਨੀ ਇਸ ਜੋ, ਠੀਕ ਹੈ, ਜੋ ਕਰਜ਼ ਸੀਗਾ ਉਸ ਤੋਂ ਫ੍ਰੀ ਹੋਇਆ ਸੀਗਾ, ਇਸ ਫਾਈਨ ਤੋਂ ਉਹ ਫ੍ਰੀ ਹੋਇਆ ਸੀਗਾ। ਔਰ ਪਹਿਲੀ ਪਰ ਜੋ ਕਲੋਨੀ ਸੀਗੀਆਂ ਜਰਮਨੀ ਦੀਆਂ ਇਹ ਅਫਰੀਕਾ ਦੇ ਵਿੱਚ ਡਿਵਾਈਡ ਕਰ ਦਿੱਤੀਆਂ ਗਈਆਂ ਸੀ ਬ੍ਰਿਟੇਨ ਤੇ ਫਰਾਂਸ ਨੇ। ਬਟ USA ਨੇ ਕੋਈ ਕਲੋਨੀ ਨਹੀਂ ਲਈ, ਕਿਉਂਕਿ ਜੋ USA ਸੀ ਉਹ ਪਹਿਲਾਂ ਹੀ ਅਗੇਂਸਟ ਸੀਗਾ ਕਲੋਨੀਨਾਈਜੇਸ਼ਨ ਦੇ, ਸਾਮਰਾਜਵਾਦ ਦੇ। ਠੀਕ ਹੈ, ਇਹ ਉਹ ਪੈਲਸ ਹੈ ਜਿਸ ਜਗ੍ਹਾ ਤੇ ਟ੍ਰੀਟੀ ਆਫ ਵਰਸਾਲੇ ਸਾਈਨ ਹੋਈ ਸੀਗੀ। ਤਾਂ ਤੁਸੀਂ ਯਾਦ ਰੱਖਣਾ ਕਿ ਟ੍ਰੀਟੀ ਆਫ ਵਰਸਾਲੇ ਕਦੋਂ ਸਾਈਨ ਹੋਈ ਸੀ? ਇਹ 28 ਜੂਨ 1919 ਦੇ ਵਿੱਚ ਸਾਈਨ ਹੋਈ ਸੀ। ਇਹ ਕਿਸ ਜਗ੍ਹਾ ਸਾਈਨ ਹੋਈ ਸੀ? ਪੈਲਸ ਆਫ ਵਰਸਾਲੇ ਦੇ ਵਿੱਚ ਇਹ ਸਾਈਨ ਹੋਈ ਸੀ, ਜੋ ਕਿ ਪੈਰਿਸ ਦੇ ਵਿੱਚ ਹੈ। ਤੇ ਜੋ ਗਿਲਟ ਆਫ ਵਾਰ ਹੈ ਕਿਸ ਦੇ ਉੱਤੇ ਪਾਇਆ ਗਿਆ ਸੀ? ਓਨਲੀ ਔਨ ਜਰਮਨੀ ਦੇ ਉੱਪਰ ਇਹ ਪਾਇਆ ਗਿਆ ਸੀਗਾ। ਪਹਿਲਾਂ ਆਪਾਂ ਨੇ ਜੋ ਲਾਸਟ ਲੈਕਚਰ ਵਿੱਚ ਪੜ੍ਹਿਆ ਕਿ ਜੋ ਵਰਲਡ ਵਾਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਗ੍ਰੇਟ ਵਾਰ ਦੇ ਨਾਮ ਨਾਲ, ਗਲੋਬਲ ਵਾਰ ਦੇ ਨਾਮ ਨਾਲ, ਐਂਡ ਵਾਰ ਡੈਟ ਐਂਡ ਆਲ ਵਾਰਸ। ਬਟ ਇਸ ਵਾਰ ਦੇ ਵਿੱਚ ਇੱਕ ਇਸ ਦਾ ਹੋਰ ਨਾਮ ਵੀ ਪਿਆ ਜਿਸ ਨੂੰ ਕਿਹਾ ਜਾਂਦਾ ਹੈ ਗ੍ਰੇਵ ਯਾਰਡ ਆਫ ਐਮਪਾਇਰਸ। ਠੀਕ ਹੈ, ਜੋ ਐਮਪਾਇਰ ਸੀਗੀਆਂ ਉਹਨਾਂ ਦਾ ਕਬਰਿਸਤਾਨ, ਕਿਉਂਕਿ ਇਸ ਵਾਰ ਤੋਂ ਬਾਅਦ ਜੋ ਮੇਨਲੀ ਜੋ ਪਾਵਰਫੁਲ ਐਮਪਾਇਰ ਸੀਗੀਆਂ ਉਹ ਸਾਰੀਆਂ ਖਤਮ ਹੋ ਗਈਆਂ ਸੀ, ਜਿਸ ਵਿੱਚ ਪਹਿਲੀ ਕਿਹੜੀ ਸੀ? ਜਰਮਨ ਐਮਪਾਇਰ, ਜਿਸ ਉੱਪਰ ਉਸ ਵਕਤ ਹੋਜ਼ਨਜ਼ੋਲਨ, ਠੀਕ ਹੈ, ਡਿਨੈਸਟੀ ਇਹ ਰਾਜ ਕਰਦੀ ਸੀ। ਆਸਟਰੀਅਨ ਹੰਗਰੀ ਐਮਪਾਇਰ, ਜਿਸ ਉੱਤੇ ਹੈਬਸਬਰਗ ਡਿਨੈਸਟੀ ਰਾਜ ਕਰਦੀ ਸੀ। ਰਸ਼ੀਅਨ ਐਮਪਾਇਰ, ਜਿਸ ਵਿੱਚ ਰੋਮਾਨੋਵ ਡਿਨੈਸਟੀ ਰਾਜ ਕਰਦੀ ਸੀ। ਸਾਰੀਆਂ ਡਿਨੈਸਟੀਜ਼ ਖਤਮ ਹੋ ਚੁੱਕੀਆਂ ਸੀਗੀਆਂ। ਇਸ ਦੇ ਨਾਲ ਹੀ ਜੋ ਆਟੋਮਨ ਐਮਪਾਇਰ ਸੀ ਉਸ ਵਿੱਚ ਦੇਖੋ ਖਲੀਫੇਟ ਸੀ, ਮਤਲਬ ਕਿ ਖਲੀਫਾ, ਜਿਸ ਨੂੰ ਆਲ, ਠੀਕ ਹੈ, ਵਰਲਡ ਦੇ ਜੋ ਮੁਸਲਮਾਨ ਹੈ ਉਹਨਾਂ ਦਾ ਲੀਡਰ ਕਿਹਾ ਜਾਂਦਾ ਹੈ ਖਲੀਫਾ, ਜੋ ਉਸ ਨੂੰ ਵੀ ਅਬੋਲਿਸ਼ ਕਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਇਸ ਨੂੰ ਹੀ ਅਬੋਲਿਸ਼ ਕਰ ਦਿੱਤਾ ਗਿਆ ਸੀਗਾ। ਦੇਖੋ ਇਸ ਖਲੀਫਤ ਨੂੰ ਜੋ ਅਬੋਲਿਸ਼ ਕਰਨ ਦੇ ਕਾਰਨ ਹੀ ਇੰਡੀਆ ਦੇ ਵਿੱਚ ਵੀ ਇੱਕ ਜੋ ਫਰੀडम ਮੂਵਮੈਂਟ ਦੇ ਵਿੱਚ ਇੱਕ ਮੂਵਮੈਂਟ ਹੁੰਦੀ ਹੈ, ਠੀਕ ਹੈ, ਇੱਕ ਇਵੈਂਟ ਹੁੰਦਾ ਹੈ ਜਿਸ ਨੂੰ ਕੀ ਕਿਹਾ ਜਾਂਦਾ ਹੈ? ਖਿਲਾਫਤ ਮੂਵਮੈਂਟ। ਠੀਕ ਹੈ, ਖਿਲਾਫਤ ਮੂਵਮੈਂਟ ਉਹ ਵੀ ਕਿਸ ਕਾਰਨ ਹੁੰਦਾ ਹੈ? ਜਦੋਂ ਕਿ ਬ੍ਰਿਟਿਸ਼ ਸੀਗੇ ਜੋ ਆਟੋਮਨ ਅੰਪਾਇਰ ਦੇ ਵਿੱਚ ਜੋ ਖਲੀਫਤ ਸੀ ਉਸ ਨੂੰ ਅਬੋਲਿਸ਼ ਕਰ ਰਹੇ ਸੀਗੇ। ਠੀਕ ਹੈ, ਇਸੇ ਕਾਰਨ ਖਿਲਾਫਤ ਮੂਵਮੈਂਟ ਹੁੰਦੀ ਹੈ ਇੰਡੀਆ ਦੇ ਵਿੱਚ। ਠੀਕ ਹੈ ਜੀ, ਇਹ ਆਪਾਂ ਨੇ ਯਾਦ ਰੱਖਣਾ ਹੈ। ਵਰਲਡ ਵਾਰ ਦੇ ਐਂਡ ਹੋਣ ਤੋਂ ਬਾਅਦ ਕੁਝ ਨਵੀਆਂ ਕੰਟਰੀਜ਼ ਬਣੀਆਂ। ਠੀਕ ਹੈ, ਨਿਊ ਕੰਟਰੀਜ਼ ਬਣੀਆਂ। ਉਹ ਕਿਹੜੀਆਂ ਸੀ? ਜੋ ਆਸਟਰੀ ਹੰਗਰੀ ਅੰਪਾਇਰ ਸੀ ਉਸ ਨੂੰ ਡਿਵਾਈਡ ਕਰ ਦਿੱਤਾ ਗਿਆ ਸੀਗਾ। ਆਸਟਰੀਆ, ਹੰਗਰੀ, ਠੀਕ ਹੈ, ਸੈਜ਼ਲੋਵਾਕੀਆ, ਯੂਗੋਸਲੇਵੀਆ, ਇਸ ਦੇ ਵਿੱਚ ਇਹਨਾਂ ਕੰਟਰੀਜ਼ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਸੀ ਆਸਟਰੀਅਨ ਹੰਗਰੀ ਅੰਪਾਇਰ ਨੂੰ। ਠੀਕ ਹੈ ਜੀ, ਰਸ਼ੀਆ ਐਂਡ ਜਰਮਨੀ ਦੇ ਵਿੱਚੋਂ ਕਈ ਦੇਸ਼ ਬਣੇ, ਜਿਸ ਤਰ੍ਹਾਂ ਕਿ ਐਸਟੋਨੀਆ, ਲੈਟਵੀਆ, ਲਿਥੂਆਨੀਆ। ਇਹਨਾਂ ਤਿੰਨਾਂ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਬਾਲਟਿਕ ਸਟੇਟਸ ਕਹਿੰਦੇ ਹਾਂ ਆਪਾਂ ਇਹਨਾਂ ਨੂੰ। ਠੀਕ ਹੈ, ਬਾਲਟਿਕ ਸਟੇਟਸ ਕਹਿੰਦੇ ਆ। ਇਸ ਯਾਦ ਰੱਖਣਾ ਕਿ ਬਾਲਟਿਕ ਸਟੇਟਸ ਕਿਹੜੀਆਂ ਨੇ? ਐਸਟੋਨੀਆ, ਲੈਟਵੀਆ ਐਂਡ ਲਿਥੂਆਨੀਆ। ਇਹਨਾਂ ਨੂੰ ਆਪਾਂ ਬਾਲਟਿਕ ਸਟੇਟਸ ਦੇ ਨਾਮ ਨਾਲ ਜਾਣਦੇ ਹਾਂ। ਇਸ ਤੋਂ ਇਲਾਵਾ ਪੋਲੈਂਡ ਐਂਡ ਫਿਨਲੈਂਡ ਨੂੰ ਬਣਾਇਆ ਗਿਆ ਰਸ਼ੀਆ ਤੇ ਜਰਮਨ ਦੇ ਵਿੱਚੋਂ। ਤੇ ਇਸ ਮੈਪ ਨਾਲ ਤੁਹਾਨੂੰ ਕਲੀਅਰ ਹੋ ਜਾ। ਵਰਲਡ ਵਾਰ 1 ਤੋਂ ਪਹਿਲਾਂ ਜੋ ਆਸਟਰੀਆ ਹੰਗਰੀ ਅੰਪਾਇਰ ਸੀ ਉਹ ਇਕੱਠੀ ਸੀਗੀ, ਜਰਮਨ ਅੰਪਾਇਰ ਇਕੱਠੀ ਸੀਗੀ, ਠੀਕ ਹੈ, ਰਸ਼ੀਆ ਵਗੈਰਾ ਸੀਗਾ। ਬਟ ਵਰਲਡ ਵਾਰ 1 ਤੋਂ ਬਾਅਦ ਜੋ ਆਸਟਰੀ ਹੰਗਰੀ ਅੰਪਾਇਰ ਉਹ ਡਿਵਾਈਡ ਹੋ ਜਾਂਦੀ ਹੈ। ਆਸਟਰੀਆ, ਸੈਗਸਲੋਵਾਕੀਆ, ਹੰਗਰੀ,
ਯੂਗੋਸਲਾਵੀਆ, ਠੀਕ ਹੈ। ਇਸ ਤੋਂ ਇਲਾਵਾ ਜੋ ਦੇਖੋ ਇਹ ਜਰਮਨੀ ਦਾ ਇਲਾਕਾ ਹੈ, ਇਸ ਨੂੰ ਪੋਲੈਂਡ ਦਾ ਨਾਮ ਦਿੱਤਾ ਜਾਂਦਾ ਹੈ, ਪੋਲੈਂਡ ਬਣਦੀ ਹੈ, ਠੀਕ ਹੈ ਜੀ। ਲੈਤਵੀਆ ਆਉਂਦੀ ਹੈ, ਇਸਤੋਨੀਆ ਬਣਦੀ ਹੈ, ਲਿਥੂਨੀਆ, ਤੇ ਇਸ ਜੋ ਇਹ ਇਲਾਕਾ ਹੈ ਇਹ ਕਿਹੜਾ ਬਣ ਗਿਆ, ਇਹ ਫਿਨਲੈਂਡ ਬਣ ਗਿਆ। ਇਸ ਤਰ੍ਹਾਂ ਇਹ ਨਵੀਆਂ ਕੰਟਰੀਜ਼ ਬਣਦੀਆਂ ਨੇ ਵਰਲਡ ਵਾਰ 1 ਤੋਂ ਬਾਅਦ। ਤੁਸੀਂ ਇਸ ਮੈਪ ਦੇ ਨਾਲ ਇਸ ਨੂੰ ਯਾਦ ਰੱਖ ਸਕਦੇ ਹੋ, ਠੀਕ ਹੈ ਜੀ। ਵਰਲਡ ਵਾਰ ਤੋਂ ਫਸਟ ਆਸਟਰੀ ਹੰਗਰੀ ਇੰਪਾਇਰ ਇਕੱਠੀ ਸੀਗੀ, ਜਰਮਨ ਇੰਪਾਇਰ ਇਕੱਠੀ ਸੀਗੀ, ਬਟ ਵਰਲਡ ਵਾਰ 1 ਤੋਂ ਬਾਅਦ ਇਹ ਸਾਰੀ ਜੋ ਇੰਪਾਇਰ ਹੈ ਇਸ ਨੂੰ ਤੋੜ ਦਿੱਤਾ ਗਿਆ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ। ਜਰਮਨੀ ਦੇ ਵਿੱਚੋਂ ਵੀ ਪੋਲੈਂਡ ਨਿਕਾਲ ਦਿੱਤਾ ਗਿਆ, ਠੀਕ ਹੈ, ਤੇ ਰਸ਼ੀਆ ਦੇ ਵਿੱਚੋਂ ਫਿਨਲੈਂਡ ਕੱਢ ਦਿੱਤਾ ਗਿਆ। ਇਸ ਤੋਂ ਇਲਾਵਾ ਜੋ ਪੈਲੇਸਟਾਈਨ ਸੀ ਉਹਨਾਂ, ਠੀਕ ਹੈ, ਉਹ ਬਣਾਇਆ ਗਿਆ, ਠੀਕ ਹੈ, ਕਿ ਅਸੀਂ ਇੱਕ ਦੇਖੋ ਇਹ ਬ੍ਰਿਟਿਸ਼ ਨੇ ਬਣਾਇਆ ਸੀਗਾ ਕਿਸੇ ਡਿਕਲੇਰੇਸ਼ਨ ਦੇ ਅੰਡਰ, ਬਾਲਫੋਰ ਡਿਕਲੇਰੇਸ਼ਨ ਦੇ ਅੰਡਰ, ਠੀਕ ਹੈ। ਜੋ ਪੈਲੇਸਟਾਈਨ ਬਣਾਇਆ ਗਿਆ ਬਾਲਫੋਰ ਡਿਕਲੇਰੇਸ਼ਨ ਦੇ ਵਿੱਚ ਕੀ ਕਿਹਾ ਗਿਆ ਕਿ ਜੋ ਜੂਇਸ਼ ਲੋਕ ਸੀ ਉਹਨਾਂ ਦੇ ਲਈ ਇੱਕ ਅਲੱਗ ਤੋਂ ਨੇਸ਼ਨ ਬਣਾਇਆ ਜਾਵੇਗਾ, ਅਲੱਗ ਤੋਂ ਕੰਟਰੀ ਬਣਾਈ ਜਾਵੇਗੀ ਜਿਸ ਦਾ ਨਾਮ ਕੀ ਹੋਏਗਾ, ਪੈਲੇਸਟਾਈਨ। ਤਾਂ ਪੈਲੇਸਟਾਈਨ ਬਣਾਇਆ ਗਿਆ ਵਰਲਡ ਵਾਰ 1 ਤੋਂ ਬਾਅਦ ਕਿਸ ਡਿਕਲੇਰੇਸ਼ਨ ਦੇ ਅੰਡਰ, ਬਾਲਫੋਰ ਡਿਕਲੇਰੇਸ਼ਨ ਦੇ ਅੰਡਰ। ਦੇਖੋ ਕਈ ਵਾਰ ਕੁਐਸਚਨ ਆ ਜਾਂਦਾ ਹੈ ਬਾਲਫੋਰ ਡਿਕਲੇਰੇਸ਼ਨ ਦੇ ਉੱਪਰ। ਜੋ ਬਾਲਫੋਰ ਡਿਕਲੇਰੇਸ਼ਨ ਸੀ ਇਹ ਹੋਇਆ ਸੀਗਾ 2 ਨਵੰਬਰ 1917 ਦੇ ਵਿੱਚ, ਠੀਕ ਹੈ ਜੀ। 2 ਨਵੰਬਰ 1917 ਦੇ ਵਿੱਚ ਇਹ ਸਾਈਨ ਕੀਤਾ ਗਿਆ ਸੀਗਾ, ਤੇ ਇਹ ਕਿਸ ਨੇ ਦਿੱਤਾ ਸੀਗਾ, ਇਹ ਦਿੱਤਾ ਸੀਗਾ ਆਰਥਰ ਬਾਲਫੋਰ ਨੇ, ਠੀਕ ਹੈ। ਆਰਥਰ ਬਾਲਫੋਰ ਨੇ ਇਸ ਨੂੰ ਦਿੱਤਾ ਸੀਗਾ। ਇਹ ਇੱਕ ਬ੍ਰਿਟਿਸ਼ ਫੋਰਨ ਮਿਨਿਸਟਰ ਸੀਗੇ, ਠੀਕ ਹੈ। ਇਹ ਬ੍ਰਿਟਿਸ਼ ਫੋਰਨ ਮਿਨਿਸਟਰ ਸੀਗੇ ਜਿਨ੍ਹਾਂ ਨੇ 2 ਨਵੰਬਰ 1917 ਨੂੰ ਬਾਲਫੋਰ ਡਿਕਲੇਰੇਸ਼ਨ ਦਿੱਤਾ ਸੀਗਾ, ਜਿਸ ਵਿੱਚ ਇਹਨਾਂ ਨੇ ਕੀ ਕਿਹਾ ਗਿਆ ਸੀਗਾ ਕਿ ਜੋ ਜੈਵਿਸ ਲੋਕ ਨੇ, ਜੂਇਸ਼ ਲੋਕ ਨੇ, ਉਹਨਾਂ ਨੂੰ ਪੈਲੇਸਟਾਈਨ ਦਿੱਤਾ ਜਾਏਗਾ, ਇੱਕ ਨਵਾਂ ਨੈਸ਼ਨਲ ਹੋਮ ਦਿੱਤਾ ਜਾਏਗਾ, ਠੀਕ ਹੈ। ਇਹ ਸੀ ਸਾਰਾ ਬਾਲਫੋਰ ਡਿਕਲੇਰੇਸ਼ਨ। ਤੇ ਉਸ ਤੋਂ ਇਲਾਵਾ ਜੋ ਫ੍ਰੈਂਚ, ਬ੍ਰਿਟਿਸ਼ ਐਂਡ ਰਸ਼ੀਅਨ ਪ੍ਰੋਟੈਕਟਰ ਸੀਗੇ, ਠੀਕ ਹੈ ਜੀ, ਉਹਨਾਂ ਨੂੰ ਜੋ ਆਟੋਮਨ ਅੰਪਾਇਰ ਹੈ ਉਸ ਨੂੰ ਖਤਮ ਕੀਤਾ ਗਿਆ ਸੀਗਾ ਕਿਸੇ ਐਗਰੀਮੈਂਟ ਦੇ ਨਾਲ, ਸਿਜ਼ਿਕ-ਪਿਕੋਟ ਐਗਰੀਮੈਂਟ ਦੇ ਨਾਲ, ਠੀਕ ਹੈ। ਸਿਜ਼ਿਕ-ਪਿਕੋਟ ਐਗਰੀਮੈਂਟ ਦੇ ਨਾਲ ਇਹ ਐਗਰੀਮੈਂਟ ਕਿਸ ਟਾਈਮ ਸਾਈਨ ਹੋਇਆ ਸੀ, ਇਹ ਸਾਈਨ ਹੋਇਆ ਸੀ 3 ਜਨਵਰੀ 1916 ਦੇ ਅੰਡਰ। 3 ਜਨਵਰੀ 1916 ਨੂੰ ਇਹ ਸਾਈਨ ਕੀਤਾ ਜਾਂਦਾ ਹੈ, ਠੀਕ ਹੈ ਜੀ। ਇਹ ਸੀਗਾ ਸਾਰਾ ਨਿਊ ਕੰਟਰੀਜ਼ ਦੇ ਬਣਨ ਦਾ। ਇਸ ਤੋਂ ਬਾਅਦ ਦੇਖੋ ਵਰਲਡ ਵਾਰ 1 ਦੇ ਵਿੱਚ ਬਹੁਤ ਸਾਰੀ ਟੈਕਨੋਲੋਜੀ ਦੀ ਯੂਜ਼ ਕੀਤਾ ਗਿਆ, ਠੀਕ ਹੈ। ਵਰਲਡ ਵਾਰ ਦੇ ਵਿੱਚ ਫਸਟ ਟਾਈਮ ਰੇਡੀਓ ਬਣਿਆ ਜਦ ਯੂਜ਼ ਕੀਤਾ ਗਿਆ ਸੀਗਾ, ਤੇ ਰੇਡੀਓ ਨੂੰ ਜੋ ਫਸਟ ਟਾਈਮ ਇਨਵੈਂਟ ਕੀਤਾ ਸੀ ਉਹ ਕਿਸ ਨੇ ਕੀਤਾ ਸੀ, ਮਾਰਕੋਨੀ ਨੇ ਇਨਵੈਂਟ ਕੀਤਾ ਸੀਗਾ, ਠੀਕ ਹੈ। ਵਰਲਡ ਵਾਰ ਦੇ ਵਿੱਚ ਫਸਟ ਟਾਈਮ ਜੋ ਹੈ ਰੇਡੀਓ ਯੂਜ਼ ਕੀਤਾ ਗਿਆ, ਇਹ ਹੈ ਉਹ ਫਸਟ ਰੇਡੀਓ ਜੋ ਵਰਲਡ ਵਾਰ ਦੇ ਟਾਈਮ ਯੂਜ਼ ਕੀਤਾ ਗਿਆ ਸੀਗਾ, ਠੀਕ ਹੈ। ਫਸਟ ਜੋ ਰੇਡੀਓ ਯੂਜ਼ ਕੀਤਾ ਗਿਆ। ਆਰਮਡ ਕਾਰਸ ਯੂਜ਼ ਕੀਤੀਆਂ ਗਈਆਂ ਜੋ ਕਿ ਗੋਲਾ ਬਾਰੂਦ ਤੋਂ ਬਚਾਉਂਦੀਆਂ ਸੀਗੀਆਂ ਸੈਨਿਕਾਂ ਨੂੰ, ਠੀਕ ਹੈ ਜੀ। ਇਹ ਆਰਮਡ ਕਾਰਸ ਵੀ ਫਸਟ ਟਾਈਮ ਵਰਲਡ ਵਾਰ 1 ਦੇ ਵਿੱਚ ਯੂਜ਼ ਕੀਤੀਆਂ ਗਈਆਂ। ਟੈਂਕਸ ਆਪਾਂ ਪਿੱਛੇ ਪੜਿਆ ਸੀ, ਟੈਂਕਸ ਫਸਟ ਟਾਈਮ ਯੂਜ਼ ਕੀਤੇ ਗਏ ਵਰਲਡ ਵਾਰ 1 ਦੇ ਵਿੱਚ। ਤੇ ਇਸ ਤੋਂ ਇਲਾਵਾ ਮਸ਼ੀਨ ਗਨਸ ਜੋ ਯੂਜ਼ ਕੀਤੀ ਗਈਆਂ ਵਰਲਡ ਵਾਰ ਦੇ ਫਸਟ ਟਾਈਮ, ਠੀਕ ਹੈ ਜੀ। ਤੇ ਸਬਮਰੀਨਸ ਯੂਜ਼ ਕੀਤੀਆਂ ਗਈਆਂ, ਆਪਾਂ ਇਹ ਪੜ੍ਹ ਚੁੱਕੇ ਹਾਂ। ਯੂ ਬੋਟ ਇਹੀ ਮੇਨ ਕਾਰਨ ਬਣੀਆਂ ਨੇ USA ਦਾ, ਠੀਕ ਹੈ ਜੀ, ਵਰਲਡ ਵਾਰ ਦੇ ਵਿੱਚ ਐਂਟਰੀ ਦਾ ਕਾਰਨ ਬਣੀਆਂ। ਇਸ ਤੋਂ ਇਲਾਵਾ ਮਸ਼ੀਨ ਗਨਸ ਯੂਜ਼ ਕੀਤੀਆਂ ਗਈਆਂ ਸੀ, ਆਪਾਂ ਪੜ੍ਹ ਚੁੱਕੇ ਹਾਂ। ਤੇ ਫਸਟ ਟਾਈਮ ਜੋ ਵਰਲਡ ਵਾਰ ਦੇ ਵਿੱਚ ਕੈਮੀਕਲ ਵਾਰਫੇਅਰ ਹੋਈ ਸੀਗੀ, ਠੀਕ ਹੈ, ਯਾਨੀ ਕਿ ਕੈਮੀਕਲ ਗੈਸਿਸ ਦਾ ਯੂਜ਼ ਕੀਤਾ ਗਿਆ ਸੀਗਾ ਵਰਲਡ ਵਾਰ 1 ਦੇ ਵਿੱਚ, ਠੀਕ ਹੈ ਜੀ। ਦੇਖੋ ਇਹ ਹੈ, ਇਸੇ ਕਾਰਨ ਜੋ ਅੱਜ ਸੋਲਜਰਸ ਨੇ ਇਹਨਾਂ ਨੇ ਇੱਕ ਮਾਸਕ ਲਗਾਏ ਹੋਏ ਨੇ। ਇਸ ਕੈਮੀਕਲ ਗੈਸਿਸ ਯੂਜ਼ ਕੀਤੀਆਂ ਸੀ ਹਾਈ ਲੈਵਲ ਦੇ ਉੱਪਰ, ਠੀਕ ਹੈ, ਵਰਲਡ ਵਾਰ ਦੇ ਵਿੱਚ ਪਹਿਲੀ ਵਾਰ। ਇਸ ਤੋਂ ਇਲਾਵਾ ਐਰੋਪਲੇਨਸ ਫਸਟ ਟਾਈਮ ਯੂਜ਼ ਕੀਤੇ ਗਏ ਸੀਗੇ ਬੰਬਾਰੀ ਦੇ ਲਈ, ਠੀਕ ਹੈ ਜੀ, ਵਿਰੋਧੀਆਂ ਦੇ ਉੱਤੇ ਬੰਬਾਰੀ ਕਰਨ ਦੇ ਲਈ ਐਰੋਪਲੇਨਸ ਫਸਟ ਟਾਈਮ ਯੂਜ਼ ਕੀਤੇ ਗਏ ਸੀਗੇ ਵਰਲਡ ਵਾਰ 1 ਦੇ ਵਿੱਚ, ਠੀਕ ਹੈ। ਇਹ ਐਰੋਪਲੇਨਸ ਨੇ ਜੋ ਫਸਟ ਟਾਈਮ ਯੂਜ਼ ਕੀਤੇ ਗਏ ਸੀਗੇ। ਤੇ ਵਰਲਡ ਵਾਰ ਦੇ ਟਾਈਮ ਦੇ ਇੱਕ ਪਾਇਲਟ ਦਾ ਬਹੁਤ ਜ਼ਿਆਦਾ ਨਾਮ ਆਉਂਦਾ ਹੈ, ਠੀਕ ਹੈ ਜੀ, ਉਹ ਤੁਸੀਂ ਯਾਦ ਰੱਖ ਸਕਦੇ ਹੋ ਕਿਉਂਕਿ ਉਹ ਐਸੇ ਪਾਇਲਟ ਸੀ ਜੋ ਜਰਮਨੀ ਨਾਲ ਬਿਲੋਂਗ ਕਰਦੇ ਸੀ, ਬਟ ਉਹਨਾਂ ਦੀ ਡੈਥ ਦੇ ਉੱਤੇ ਜਦੋਂ ਉਹ ਵਾਰ ਦੇ ਵਿੱਚ ਲੜਦੇ ਹੋਏ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦਾ ਜੋ ਸੀਗਾ ਉਹਨਾਂ ਨੂੰ ਬਰੀ ਕੀਤਾ ਜਾਂਦਾ ਹੈ, ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਉਹ ਕੌਣ ਕਰਦਾ ਹੈ, ਉਹ ਬ੍ਰਿਟੇਨ ਕਰਦਾ ਹੈ। ਇੰਨਾ ਉਹਨਾਂ ਦੀ, ਕਿਉਂਕਿ ਬ੍ਰਿਟੇਨ ਵੀ ਉਹਨਾਂ ਦੀ ਬਹਾਦਰੀ ਤੋਂ ਇੰਨਾ ਜ਼ਿਆਦਾ ਖੁਸ਼ ਸੀਗਾ। ਤੇ ਉਸ ਪਾਇਲਟ ਦਾ ਕੀ ਨਾਮ ਹੈ, ਉਸ ਦਾ ਨਾਮ ਸੀਗਾ ਮੈਨਫਰੈਡ, ਠੀਕ ਹੈ ਜੀ, ਮੈਨਫਰੈਡ ਵੌਨ ਰਿਚਥੋਫਨ, ਠੀਕ ਹੈ, ਮੈਨਫਰੈਡ ਵੌਨ ਰਿਚਥੋਫਨ, ਇਹ ਉਸ ਪਾਇਲਟ ਦਾ ਨਾਮ ਸੀ। ਤੇ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਇਹਨਾਂ ਦਾ ਦੂਸਰਾ ਨਾਮ ਕੀ ਸੀ ਜੋ ਇਹਨਾਂ ਨੂੰ ਵਰਲਡ ਵਾਰ 1 ਦੇ ਟਾਈਮ ਦਿੱਤਾ ਗਿਆ, ਦਾ ਰੈੱਡ, ਠੀਕ ਹੈ, ਦਾ ਰੈੱਡ ਬੈਰੋਨ। ਤਾਂ ਕੁਐਸਚਨ ਆਉਂਦਾ ਹੈ ਕਿ ਦਾ ਰੈੱਡ ਬੈਰੋਨ ਕਿਸ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਦਾ ਰੈੱਡ ਬੈਰੋਨ ਦੇ ਨਾਮ ਨਾਲ ਕੌਣ ਜਾਣੇ ਜਾਂਦੇ ਨੇ, ਤਾਂ ਉਹ ਕੌਣ ਜਾਣੇ ਜਾਂਦੇ ਨੇ, ਮੈਨਫਰੈਡ ਵੌਨ ਰਿਚਥੋਫਨ, ਠੀਕ ਹੈ। ਰਿਚਥੋਫਨ ਇਹ ਪਾਇਲਟ ਸੀਗੇ, ਐਰੋਪਲੇਨ ਜੋ ਉਡਾਉਂਦੇ ਸੀਗੇ, ਤੇ ਇਹ ਜਰਮਨੀ ਨਾਲ ਬਿਲੋਂਗ ਕਰਦੇ ਸੀ, ਇਹ ਜਰਮਨ ਪਾਇਲਟ ਸੀਗੇ, ਠੀਕ ਹੈ ਜੀ। ਹੁਣ ਉਹਦਾ ਕਿ ਵਰਲਡ ਵਾਰ 1 ਦੇ ਕੀ ਇੰਪੈਕਟ ਪਏ ਵਰਲਡ ਦੇ ਉੱਤੇ, ਠੀਕ ਹੈ ਜੀ। ਇਸ ਦੇ ਨਾਲ ਦੇਖੋ
ਵਰਲਡ ਵਾਰ ਦੇ ਕਾਰਨ ਇੱਕ ਤਾਂ ਹੈਲਥ ਇੰਪੈਕਟ ਬਹੁਤ ਪਏ, ਫਿਰ ਮਿਲੀਅਨ ਆਫ ਜੋ ਠੀਕ ਹੈ ਸੋਲਜਰ ਸੀ ਉਹ ਓਨਲੀ ਡਿਜ਼ੀਜ਼ ਦੇ ਕਾਰਨ ਮਾਰੇ ਗਏ, ਠੀਕ ਹੈ। ਗੋਲਾ ਬਾਰੂਦ ਦੇ ਨਾਲ ਤਾਂ ਮਾਰੇ ਹੀ ਗਏ, ਬਟ ਜੋ ਮਿਲੀਅਨ ਦੇ ਵਿੱਚ ਕਰੋੜਾਂ ਦੇ ਵਿੱਚ ਜੋ ਸੈਨਿਕ ਸੀਗੇ, ਠੀਕ ਹੈ, ਲੱਖਾਂ ਦੇ ਵਿੱਚ ਉਹ ਓਨਲੀ ਡਿਜ਼ੀਜ਼ ਕਾਰਨ ਹੀ ਮਾਰੇ ਗਏ। ਦੇਖੋ ਪਿੱਛੇ ਪੜਿਆ ਕਿ ਜੋ ਟ੍ਰੈਂਚ ਫੁੱਟ ਡਿਜ਼ੀਜ਼ ਫੈਲ ਗਈ ਸੀ, ਇਸ ਤੋਂ ਇਲਾਵਾ ਇੱਕ ਨਵੀਂ ਡਿਜ਼ੀਜ਼ ਫੈਲ ਗਈ ਸੀ ਸਪੈਨਿਸ਼ ਫਲੂ, ਠੀਕ ਹੈ। ਸਪੈਨਿਸ਼ ਫਲੂ ਦੇ ਫੈਲਣ ਨਾਲ ਵੀ ਘੱਟੋ ਘੱਟ 50 ਮਿਲੀਅਨ ਜੋ ਡੈਥਸ ਹੁੰਦੀਆਂ ਨੇ ਵਰਲਡ ਵਾਰ 1 ਦੇ ਟਾਈਮ, ਠੀਕ ਹੈ। ਇਸ ਤੋਂ ਇਲਾਵਾ ਜੋ ਸੋਲਜਰ ਸੀਗੇ ਉਹ ਸੈਲ ਸ਼ੌਕਡ ਇੱਕ ਸਾਈਕੋਲੋਜੀਕਲ, ਠੀਕ ਹੈ, ਡਿਸਆਰਡਰ ਹੈ, ਉਸ ਦੇ ਨਾਲ ਇਹ ਸਫਰ ਕਰ ਰਹੇ ਸੀਗੇ, ਠੀਕ ਹੈ। ਤਾਂ ਇਹ ਵਰਲਡ ਵਾਰ 1 ਦੇ ਵਿੱਚ ਸੀ। ਉਸ ਤੋਂ ਇਲਾਵਾ ਇੱਕ ਜੋ ਸੈਂਸਿਸ ਕੀਤੇ ਗਏ ਸੀਗੇ, ਠੀਕ ਹੈ, ਸੈਂਸਿਸ ਹੋਏ ਸੀਗੇ 1921 ਦੇ ਵਿੱਚ। 1921 ਦੇ ਵਿੱਚ ਬ੍ਰਿਟੇਨ ਦੇ ਵਿੱਚ ਜਦੋਂ ਸੈਂਸਿਸ ਕੀਤੇ ਗਏ ਤਾਂ ਉਸ ਵਿੱਚ ਆਇਆ ਕਿ 1000 ਮੇਲ ਦੇ ਪਿੱਛੇ 13,100 ਫੀਮੇਲਸ ਨੇ, ਯਾਨੀ ਕਿ 1000 ਮੇਲਸ ਦੇ ਪਿੱਛੇ 1300 ਵੂਮਨਸ ਨੇ। ਇਸ ਕਾਰਨ ਕੀ ਹੋਇਆ ਸੀਗਾ, ਵਰਲਡ ਵਾਰ 1 ਦੇ ਕਾਰਨ ਜੋ ਮੇਲ ਪੋਪੂਲੇਸ਼ਨ ਸੀ ਯੂਰਪ ਦੇ ਵਿੱਚ ਉਹ ਵੀ ਖਤਮ ਹੋ ਗਈ ਸੀ, ਘਟ ਗਈ ਸੀਗੀ, ਠੀਕ ਹੈ ਜੀ। ਤੇ ਇਹ ਸੈਂਸਿਸ ਹੀ ਦੱਸ ਰਹੇ ਨੇ ਕਿ 1000 ਮੇਲ ਦੇ ਪਿੱਛੇ 1300 ਔਰਤਾਂ ਸੀਗੀਆਂ 1921 ਦੇ ਸੈਂਸਿਸ ਦੇ ਵਿੱਚ ਬ੍ਰਿਟੇਨ ਦੇ ਵਿੱਚ। ਇਹ ਕਿਸ ਦੇ ਕਾਰਨ ਹੋਇਆ, ਇਹ ਵਰਲਡ ਵਾਰ 1 ਦੇ ਕਾਰਨ ਹੋਇਆ। ਉਸ ਤੋਂ ਇਲਾਵਾ ਵਰਲਡ ਵਾਰ 1 ਨੇ ਜੋ ਸੋਸ਼ਲ ਐਂਡ ਕਲਚਰਲ ਇੰਪੈਕਟ ਪਾਏ, ਠੀਕ ਹੈ। ਜੋ ਆਪਾਂ ਪਹਿਲਾਂ ਪੜ੍ਹਿਆ ਸੀਗਾ ਕਿ ਵਾਰ ਨੂੰ ਇੱਕ ਗਲੋਰੀ ਦੀ ਤਰ੍ਹਾਂ ਲਿਆ ਜਾਂਦਾ ਸੀ ਕਿ ਵਾਰ ਬਹੁਤ ਵਧੀਆ ਚੀਜ਼ ਹੈ, ਮਹਾਨ ਚੀਜ਼ ਹੈ, ਇਸ ਤੋਂ ਬਿਨਾਂ ਦੇਸ਼ ਕੋਈ ਮਹਾਨ ਨਹੀਂ ਬਣ ਸਕਦਾ। ਇਹ ਚੀਜ਼ ਦੀ ਜੋ ਇਹ ਧਾਰਨਾ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਸੀ, ਕਿਉਂਕਿ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਸੀ ਕਿ ਵਾਰ ਚਾਹੇ ਕੋਈ ਵੀ ਦੇਸ਼ ਜਿੱਤੇ ਚਾਹੇ ਹਾਰੇ, ਬਟ ਨੁਕਸਾਨ ਦੋਨਾਂ ਦਾ ਹੀ ਹੈ, ਇਕਨੋਮਿਕਲੀ, ਠੀਕ ਹੈ, ਹੈਲਥ ਰਿਲੇਟਡ ਬਹੁਤ ਸਾਰੇ ਜੋ ਨੁਕਸਾਨ ਨੇ, ਚਾਹੇ ਦੇਸ਼ ਜਿੱਤੇ ਚਾਹੇ ਹਾਰੇ, ਦੋਨਾਂ ਨੂੰ ਹੀ ਹੋਣਾ ਹੈ। ਤਾਂ ਲੋਕਾਂ ਦੀ ਇਹ ਧਾਰਨਾ ਜੋ ਕਿ ਜੋ ਯੁੱਧ ਇੱਕ ਮਹਾਨ ਚੀਜ਼ ਹੁੰਦੀ ਹੈ, ਇਹ ਚੇਂਜ ਹੋ ਗਈ ਸੀਗੀ। ਇਸ ਤੋਂ ਇਲਾਵਾ ਜੋ ਵੂਮਨਸ ਨੇ ਉਹ ਫੈਕਟਰੀਜ਼ ਵਗੈਰਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਪਿੱਛੇ ਪੜ ਚੁੱਕੇ ਮੇਲਸ ਦੀ ਜੋ ਪੋਪੂਲੇਸ਼ਨ ਖਤਮ ਹੋ ਗਈ ਸੀ, ਬਾਕੀ ਜੋ ਅੱਧ ਨਾਲੋਂ ਜ਼ਿਆਦਾ ਮੇਲ ਸੀ ਉਹ ਵਾਰ ਦੇ ਵਿੱਚ ਪਾਰਟੀਸਪੇਟ ਕਰ ਰਹੇ ਸੀ। ਤਾਂ ਆਪਣਾ ਘਰ ਦਾ ਗੁਜ਼ਾਰਾ ਵਗੈਰਾ ਚਲਾਉਣ ਲਈ ਵੂਮਨਸ ਨੂੰ ਫੈਕਟਰੀਜ਼ ਵਗੈਰਾ ਦੇ ਵਿੱਚ ਪਾਰਟੀਸਪੇਟ ਕਰਨਾ ਪੈ ਰਿਹਾ ਸੀ, ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਸੀਗਾ, ਠੀਕ ਹੈ ਜੀ। ਇਸੇ ਪ੍ਰਕਾਰ ਇਸ ਕੰਮ ਕਰਦੇ ਹੋਏ ਵੂਮਨਸ ਨੇ ਨੂੰ ਦੇ ਵਿੱਚ ਵੋਟਿੰਗ ਰਾਈਟਸ ਦੇ ਰਿਲੇਟਡ ਵੀ, ਠੀਕ ਹੈ ਜੀ, ਇੱਕ ਮੂਵਮੈਂਟਸ ਚੱਲ ਪਈਆਂ ਸੀਗੀਆਂ, ਠੀਕ ਹੈ, ਵੋਟਿੰਗ ਰਾਈਟਸ ਦੇ ਲਈ ਕਿ ਸਾਨੂੰ ਵੋਟਿੰਗ ਰਾਈਟ ਦਿੱਤੇ ਜਾਣ, ਠੀਕ ਹੈ ਜੀ। ਇਸ ਤੋਂ ਇਲਾਵਾ ਜਰਮਨੀ ਦੇ ਵਿੱਚ ਕਿਸ ਦਾ ਰਾਈਜ਼ ਹੁੰਦਾ ਹੈ, ਹਿਟਲਰ ਦਾ ਰਾਈਜ਼ ਹੁੰਦਾ ਹੈ, ਠੀਕ ਹੈ। ਹਿਟਲਰ ਪਾਵਰ ਦੇ ਵਿੱਚ ਆਉਂਦਾ ਹੈ ਵਰਲਡ ਵਾਰ 1 ਤੋਂ ਬਾਅਦ, ਇਹ ਆਪਾਂ ਪੜਾਂਗੇ ਅੱਗੇ, ਠੀਕ ਹੈ। ਉਸ ਤੋਂ ਇਲਾਵਾ ਜੋ ਕਈ ਸੋਲਜਰ ਸੀਗੇ ਉਹ, ਠੀਕ ਹੈ, ਰਾਈਟਰ ਬਣ ਜਾਂਦੇ ਨੇ। ਉਹਨਾਂ ਵਿੱਚੋਂ ਫੇਮਸ ਕੌਣ ਨੇ, ਅਰਨੈਸਟ ਹੈਮਿੰਗਵੇ ਐਂਡ JRR ਟੋਲਕਿਨ, ਠੀਕ ਹੈ। ਅਰਨੈਸਟ ਹੈਮਿੰਗਵੇ ਨੂੰ ਨੋਬਲ ਪ੍ਰਾਈਜ਼ ਵੀ ਦਿੱਤਾ ਜਾਂਦਾ ਹੈ, ਠੀਕ ਹੈ ਜੀ, ਉਹਨਾਂ ਦੀ ਬੁੱਕ ਦੇ ਲਈ, ਜਿਸ ਦਾ ਨਾਮ ਕੀ ਸੀ, ਦ ਓਲਡ ਮੈਨ ਐਂਡ ਦਾ ਸੀ। ਦ ਓਲਡ ਮੈਨ ਐਂਡ ਦਾ ਸੀ, ਇਸ ਬੁੱਕ ਦੇ ਲਈ ਉਹਨਾਂ ਨੂੰ ਲਿਟਰੇਚਰ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀਗਾ 1954 ਦੇ ਵਿੱਚ, ਠੀਕ ਹੈ ਜੀ। ਇਹ ਸੋਲਜਰ ਸੀ ਜਿਨ੍ਹਾਂ ਨੇ ਵਰਲਡ ਵਾਰ 1 ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਇਸ ਤੋਂ ਇਲਾਵਾ JRR ਟੋਲਕਿਨ ਨੇ, ਇਹਨਾਂ ਦੀਆਂ 2 ਮੋਸਟ ਫੇਮਸ ਬੁੱਕਸ ਨੇ, ਦ ਲਾਰਡ ਆਫ ਰਿੰਗ, ਠੀਕ ਹੈ, ਲਾਰਡ ਆਫ ਰਿੰਗਸ ਐਂਡ ਹੌਬਿਟ। ਇਹ 2 ਬੁੱਕਸ ਸੀਗੀਆਂ ਜੋ ਇਹਨਾਂ ਨੇ ਲਿਖੀਆਂ ਸੀਗੀਆਂ, ਠੀਕ ਹੈ। ਇਹ ਵੀ ਵਰਲਡ ਵਾਰ 1 ਦੇ ਹੀ ਸੋਲਜਰ ਸੀਗੇ ਜਿਨ੍ਹਾਂ ਨੇ ਵਰਲਡ ਵਾਰ 1 ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਇਹ ਸੀਗੇ ਸਾਰੇ ਸੋਸ਼ਲ ਐਂਡ ਕਲਚਰਲ ਇੰਪੈਕਟ। ਇਸ ਤੋਂ ਅੱਗੇ ਇਕਨੋਮਿਕ ਇੰਪੈਕਟ ਕੀ ਪਏ, ਤੇ ਪਹਿਲਾਂ ਜੋ ਗ੍ਰੇਟ ਬ੍ਰਿਟੇਨ ਬਹੁਤ ਜ਼ਿਆਦਾ, ਠੀਕ ਹੈ ਜੀ, ਬਹੁਤ ਵੱਡੀ ਪਾਵਰ ਸੀਗੀ, ਫਾਈਨੈਂਸ਼ੀਅਲੀ ਬਹੁਤ ਸਟਰੋਂਗ ਸੀ, ਬਟ ਇਸ ਵਾਰ ਤੋਂ ਬਾਅਦ ਉਹ ਕੀ ਹੋ ਗਿਆ ਸੀ, ਕਰਜ਼ਾਈ ਹੋ ਗਿਆ ਸੀ। ਕਿਸ ਦਾ, USA ਦਾ, ਕਿਉਂਕਿ USA ਨੇ ਬਹੁਤ ਸਾਰਾ ਪੈਸਾ ਦਿੱਤਾ ਸੀਗਾ ਗ੍ਰੇਟ ਬ੍ਰਿਟੇਨ ਨੂੰ, ਠੀਕ ਹੈ ਜੀ, ਉਸ ਹਥਿਆਰਾਂ ਵਗੈਰਾ ਦੇ ਲਈ। ਤੇ ਬ੍ਰਿਟੇਨ ਜੋ ਹਥਿਆਰ ਵਗੈਰਾ ਖਰੀਦ ਰਿਹਾ ਸੀਗਾ, ਫੂਡ ਵਗੈਰਾ ਖਰੀਦ ਰਿਹਾ ਸੀ USA ਤੋਂ, ਇਸ ਕਾਰਨ ਜੋ ਗ੍ਰੇਟ ਬ੍ਰਿਟੇਨ ਸੀ ਉਹ USA ਦਾ ਕੀ ਹੋ ਗਿਆ ਸੀ, ਕਰਜ਼ਾਈ ਹੋ ਗਿਆ ਸੀਗਾ। ਪਰ ਦੂਸਰੇ ਤਰਫ ਜੋ USA ਸੀ ਉਹ ਇਹਨਾਂ ਕਰਜ਼ਾਂ ਦੇ ਕਾਰਨ ਇਹਨਾਂ ਨੂੰ ਜੋ ਆਰਮਸ ਸਪਲਾਈ ਕੀਤੀਆਂ, ਜੋ ਫੂਡ ਸਪਲਾਈ ਕੀਤਾ, ਉਸ ਦੇ ਕਾਰਨ ਉਹ ਕੀ ਹੋ ਰਿਹਾ ਸੀ, ਇਕਨੋਮਿਕਲੀ ਸਟਰੋਂਗ ਹੋ ਰਿਹਾ ਸੀਗਾ, ਠੀਕ ਹੈ। ਤੇ ਇਹ 1920 ਤੋਂ ਲੈ ਕੇ 1920 ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਪਾਵਰ ਬਣ ਚੁੱਕੀ ਸੀ, ਬਟ 29 ਦੇ ਵਿੱਚ ਜਾ ਕੇ, ਠੀਕ ਹੈ, USA ਦੇ ਵਿੱਚ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਆਉਂਦਾ ਹੈ, ਠੀਕ ਹੈ ਜੀ, ਜਿਸ ਕਾਰਨ USA ਦੀ ਥੋੜੀ ਜਿਹੀ ਆਰਥਿਕਤਾ ਵਿਗੜ ਜਾਂਦੀ ਹੈ। ਉਸ ਤੋਂ ਬਾਅਦ ਪੋਲੀਟੀਕਲ ਇੰਪੈਕਟ ਕੀ ਪੈਂਦੇ ਨੇ, ਠੀਕ ਹੈ ਜੀ। ਪੋਲੀਟੀਕਲ ਇੰਪੈਕਟ ਕੀ ਪੈਂਦੇ ਨੇਗੇ, ਦੇਖੋ ਬ੍ਰਿਟਿਸ਼ ਐਂਡ ਜੋ ਫ੍ਰੈਂਚ ਪਾਵਰ ਸੀਗੀਆਂ ਉਹ ਵੱਧ ਚੁੱਕੀਆਂ ਸੀਗੀਆਂ, ਠੀਕ ਹੈ। ਬ੍ਰਿਟਿਸ਼ ਐਂਡ ਫ੍ਰੈਂਚ ਪਾਵਰ ਵੱਧ ਚੁੱਕੀਆਂ ਸੀ ਅੱਗੇ ਨਾਲੋਂ, ਠੀਕ ਹੈ ਜੀ। ਜੋ ਅੱਗੇ ਜਰਮਨ ਵਗੈਰਾ ਆਪਣੇ ਨੂੰ ਬਹੁਤ ਜ਼ਿਆਦਾ ਸਟਰੋਂਗ ਸਮਝਦਾ ਸੀ, ਹੁਣ ਉਹਨਾਂ ਵਿੱਚ ਕੀ ਹੋ ਗਿਆ ਸੀ ਕਿ ਬ੍ਰਿਟੇਨ ਐਂਡ ਫ੍ਰੈਂਚ ਹੋਰ ਵੀ ਜ਼ਿਆਦਾ ਪਾਵਰਫੁਲ ਹੋ ਗਈ ਸੀ। ਉਸ ਤੋਂ ਇਲਾਵਾ ਵਰਲਡ ਵਾਰ 1 ਦੇ ਕਾਰਨ ਜੋ USA ਸੀ ਉਹ ਇੰਟਰਨੈਸ਼ਨਲ ਪਾਵਰ 1 ਦੀ ਤਰਫ बढ़ रहा सीगा, ठीक है। दिनों दिन वो होर भी पावरफुल हो रहा सी ते इंटरनेशनल पावर बनने दे लिए दे वो बहुत करीब सीगा।
ਇਸ ਤੋਂ ਇਲਾਵਾ ਜਰਮਨੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਨੈਸ਼ਨਲ ਸੋਸ਼ਲਿਜ਼ਮ ਦੇ ਇੱਕ ਮੂਵਮੈਂਟ ਦੀ ਸੀਗੀ ਸ਼ੁਰੂਆਤ ਹੁੰਦੀ ਹੈ, ਠੀਕ ਹੈ ਜੀ, ਜਿਸ ਨਾਲ ਹਿਟਲਰ ਹੈ ਜੋ ਪਾਵਰ ਦੇ ਵਿੱਚ ਆਉਂਦਾ ਹੈ, ਨਾਜ਼ੀ ਪਾਰਟੀ ਪਾਵਰ ਵਿੱਚ ਆਉਂਦੀ ਹੈ। ਇਹ ਆਪਾਂ ਅੱਗੇ ਪੜਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਜੋ ਪੋਲੀਟੀਕਲ ਮੂਵਮੈਂਟਸ ਹੁੰਦੀਆਂ ਨੇ ਕਈ ਟਰਕੀ ਦੇ ਵਿੱਚ, ਠੀਕ ਹੈ ਜੀ, ਟਰਕੀ ਦੇ ਵਿੱਚ ਕਈ ਪੋਲੀਟੀਕਲ ਮੂਵਮੈਂਟਸ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਹੈ ਲੀਗ ਆਫ ਨੇਸ਼ਨ ਦੀ ਫੋਰਮੇਸ਼ਨ ਹੁੰਦੀ ਹੈ, ਲੀਗ ਆਫ ਨੇਸ਼ਨ ਦੀ ਫੋਰਮੇਸ਼ਨ ਹੁੰਦੀ ਹੈ, ਠੀਕ ਹੈ ਜੀ, ਜੋ ਵਰਲਡ ਵਾਰ 1 ਤੋਂ ਬਾਅਦ। ਹੁਣ ਆਪਾਂ ਪੜਾਂਗੇ ਕੁਝ ਲੀਗ ਆਫ ਨੇਸ਼ਨ ਦੇ ਬਾਰੇ ਵਿੱਚ, ਠੀਕ ਹੈ, ਲੀਗ ਆਫ ਨੇਸ਼ਨ ਦੇ ਬਾਰੇ। ਲੀਗ ਆਫ ਨੇਸ਼ਨ ਨੂੰ ਚਾਈਲਡ ਆਫ ਵਰਲਡ ਵਾਰ 1 ਵੀ ਕਿਹਾ ਜਾਂਦਾ ਹੈ, ਕਿਉਂਕਿ ਲੀਗ ਆਫ ਨੇਸ਼ਨ ਜੋ ਸੀ ਵਰਲਡ ਵਾਰ 1 ਤੋਂ ਬਾਅਦ ਬਣਾਈ ਗਈ ਸੀਗੀ ਤੇ ਇਹ 10 ਜਨਵਰੀ 1920 ਦੇ ਵਿੱਚ ਬਣਾਈ ਗਈ ਸੀ ਤੇ ਇਸ ਦੇ ਫਾਊਂਡਰ ਕੌਣ ਸੀ? ਵੁਡਰੋ ਵਿਲਸਨ, ਪ੍ਰੈਜ਼ੀਡੈਂਟ ਆਫ USA। ਇਹ 20, ਠੀਕ ਹੈ, 8th ਪ੍ਰੈਜ਼ੀਡੈਂਟ ਸੀਗੇ USA ਦੇ। ਵੁਡਰੋ ਵਿਲਸਨ ਜੋ ਸੀ ਉਹ 28th ਪ੍ਰੈਜ਼ੀਡੈਂਟ ਸੀਗੇ USA ਦੇ, ਠੀਕ ਹੈ। ਇਹਨਾਂ ਨੇ ਹੀ ਲੀਗ ਆਫ ਨੇਸ਼ਨ ਨੂੰ ਫਾਊਂਡ ਕੀਤਾ ਸੀ ਤੇ ਜੋ ਇਸ ਦਾ ਹੈੱਡਕੁਆਟਰ ਹੈ ਉਹ ਕਿੱਥੇ ਸੀਗਾ? ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਲੀਗ ਆਫ ਨੇਸ਼ਨ ਦਾ ਜੋ ਹੈੱਡਕੁਆਟਰ ਸੀ ਉਹ ਕਿੱਥੇ ਸੀ? ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਬਟ 20 ਅਪ੍ਰੈਲ 1946 ਵਿੱਚ ਇਹ ਐਂਡ ਹੋ ਜਾਂਦੀ ਹੈ, ਕਿਉਂਕਿ ਜੋ ਮੇਨ ਕੰਮ ਕੀ ਸੀ, ਲੀਗ ਆਫ ਨੇਸ਼ਨ ਕਿਉਂ ਬਣਾਈ ਗਈ ਸੀ ਕਿ ਫਿਰ ਤੋਂ ਇਤਨੀ ਵੱਡੀ ਲੜਾਈ ਨਾ ਹੋਵੇ, ਬਟ ਵਰਲਡ ਵਾਰ 2 ਹੁੰਦੀ ਹੈ, ਆਪਾਂ ਜਾਣਦੇ ਹਾਂ 1939 to 1945 ਤੱਕ, ਠੀਕ ਹੈ ਜੀ। ਤਾਂ ਇਸ ਕਾਰਨ 1945 ਤੋਂ ਬਾਅਦ ਜਦੋਂ ਵਰਲਡ ਵਾਰ ਖਤਮ ਹੁੰਦੀ ਹੈ ਤਾਂ 20 ਅਪ੍ਰੈਲ 1946 ਵਿੱਚ ਲੀਗ ਆਫ ਨੇਸ਼ਨ ਖਤਮ ਕਰ ਦਿੱਤੀ ਜਾਂਦੀ ਹੈ। ਤੇ ਹੋਰ ਕੁਝ ਗੱਲਾਂ ਲੀਗ ਆਫ ਨੇਸ਼ਨ ਦੇ ਬਾਰੇ, ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਕਿ ਯੂਨਾਈਟਿਡ ਜੋ ਨੇਸ਼ਨ ਹੈ ਉਸ ਦੇ ਵਿੱਚ ਐਟ ਪ੍ਰੈਜ਼ੈਂਟ 5 ਪਰਮਾਨੈਂਟ ਮੈਂਬਰ ਨੇ, ਤਾਂ ਜੋ ਲੀਗ ਆਫ ਨੇਸ਼ਨ ਦੇ ਵਿੱਚ ਓਨਲੀ 4 ਪਰਮਾਨੈਂਟ ਮੈਂਬਰ ਸੀਗੇ। 4 ਪਰਮਾਨੈਂਟ ਮੈਂਬਰ ਸੀਗੇ, ਉਹ ਕਿਹੜੇ ਕਿਹੜੇ ਸੀਗੇ? ਫਰਾਂਸ, ਇਟਲੀ, ਜਾਪਾਨ ਐਂਡ UK, ਠੀਕ ਹੈ। ਇਹ 4 ਪਰਮਾਨੈਂਟ ਮੈਂਬਰ ਸੀਗੇ ਲੀਗ ਆਫ ਨੇਸ਼ਨਸ ਦੇ, ਫਰਾਂਸ, ਇਟਲੀ, ਜਾਪਾਨ ਐਂਡ ਯੂਨਾਈਟਿਡ ਕਿੰਗਡਮ। ਇਹ 4 ਮੈਂਬਰ ਸੀਗੇ ਪਰਮਾਨੈਂਟ। ਇਸ ਤੋਂ ਇਲਾਵਾ ਇਸਦੇ 10 ਨਾਨ ਪਰਮਾਨੈਂਟ ਮੈਂਬਰ ਸੀ ਐਜ਼ ਸੇਮ ਐਜ਼ ਯੂਨਾਈਟਿਡ ਨੇਸ਼ਨ, ਠੀਕ ਹੈ। ਤੇ ਇਸ ਦੀਆਂ ਟੋਟਲ ਜੋ ਕੰਟਰੀ ਮੈਂਬਰ ਸੀਗੀਆਂ 58 ਕੰਟਰੀਜ਼ ਦੀਆਂ ਟੋਟਲ ਮੈਂਬਰ ਸੀਗੀਆਂ ਲੀਗ ਆਫ ਨੇਸ਼ਨ ਦੀਆਂ। ਤੇ 1926 ਦੇ ਵਿੱਚ ਜਰਮਨੀ ਲੀਗ ਆਫ ਨੇਸ਼ਨ ਨੂੰ ਜੁਆਇਨ ਕਰਦਾ ਹੈ। 1926 ਦੇ ਵਿੱਚ ਜਰਮਨੀ ਲੀਗ ਆਫ ਨੇਸ਼ਨ ਨੂੰ ਜੁਆਇਨ ਕਰਦਾ ਹੈ, ਬਟ 1935 ਦੇ ਵਿੱਚ ਇਹ ਇਸ ਨੂੰ ਲੈਫਟ ਕਰ ਜਾਂਦਾ ਹੈ, ਠੀਕ ਹੈ। 1935 ਦੇ ਵਿੱਚ ਲੀਗ ਆਫ ਨੇਸ਼ਨ ਨੂੰ ਛੱਡ ਜਾਂਦਾ ਹੈ ਜਰਮਨੀ। ਉਸੇ ਪ੍ਰਕਾਰ ਜੋ ਸੋਵੀਅਤ ਯੂਨੀਅਨ ਸੀਗਾ ਇਹ ਵੀ 1934 ਦੇ ਵਿੱਚ, ਠੀਕ ਹੈ ਜੀ, ਸੋਵੀਅਤ ਯੂਨੀਅਨ ਜੋ ਲੀਗ ਆਫ ਨੇਸ਼ਨ ਨੂੰ ਜੁਆਇਨ ਕਰਦਾ ਹੈ, ਬਟ 1939 ਦੇ ਵਿੱਚ ਇਸ ਨੂੰ ਐਕਸਪੈਲ ਕਰ ਦਿੱਤਾ ਜਾਂਦਾ, ਇਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਕਿਉਂਕਿ ਇਸਨੇ ਜੋ ਇੱਕ ਕੋਸ਼ਿਸ਼ ਕੀਤੀ ਸੀ ਫਿਨਲੈਂਡ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ, ਫਿਨਲੈਂਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋਵੀਅਤ ਯੂਨੀਅਨ ਨੇ 1939 ਵਿੱਚ। ਇਸ ਕਾਰਨ ਸੋਵੀਅਤ ਯੂਨੀਅਨ ਨੂੰ 1939 ਵਿੱਚ ਲੀਗ ਆਫ ਨੇਸ਼ਨ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਸੀ ਸਾਰਾ ਲੀਗ ਆਫ ਨੇਸ਼ਨ ਦੇ ਬਾਰੇ। ਇਸ ਦੇ ਨਾਲ ਹੀ ਆਪਣਾ ਇਹ ਲੈਕਚਰ ਖਤਮ ਹੁੰਦਾ ਹੈ, ਠੀਕ ਹੈ ਜੀ। ਅਗਰ ਤੁਹਾਨੂੰ ਇਸ ਦੇ ਬਾਰੇ ਕੁਝ ਵੀ ਚੰਗਾ ਲੱਗੇ ਤਾਂ ਇਸ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਠੀਕ ਹੈ। ਧੰਨਵਾਦ।